PTN 24 ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕੁਲਜੀਤ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ। ਕਾਇਨਾਤ ਇੱਕ ਵਿਸ਼ਾਲ ਬ੍ਰਹਿਮੰਡ, ਇੱਕ ਕਾਸਮੋਸ, ਯੂਨੀਵਰਸ, ਕਿੰਨੇ ਨਾਮ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗੱਲ ਸ਼ੁਰੂ ਹੁੰਦੀ ਹੈ ਵੱਡੀਆਂ ਗੈਲੈਕਸੀਜ਼ ਦੇ ਅੰਦਰ ਸਾਡੀ ਗੈਲੈਕਸੀ ਦੇ ਅੰਦਰ ਸਾਡੇ ਸਿਤਾਰੇ, ਸਾਡੇ ਪਲੈਨਟ, ਸਾਡੀ ਧਰਤੀ ਦੇ ਉੱਤੇ ਸਾਡਾ ਸਾਰਾ ਜੀਵਨ। ਔਰ ਇਹ ਜੀਵਨ ਦੀ ਚਾਲ ਇਸ ਤਰ੍ਹਾਂ ਕਿਉਂ ਹੈ? ਅਸੀਂ ਕਿਸ ਤਰ੍ਹਾਂ ਰਾਤ ਨੂੰ ਸੌਂ ਜਾਂਦੇ ਹਾਂ, ਸਵੇਰੇ ਉੱਠ ਜਾਂਦੇ ਹਾਂ, ਦਿਨ 'ਚ ਕਾਰੋਬਾਰ ਕਰਦੇ ਹਾਂ, ਸੂਰਜ ਦੀ ਰੋਸ਼ਨੀ ਨਾਲ ਸਾਡੀਆਂ ਅੱਖਾਂ ਰੋਸ਼ਨ ਹੁੰਦੀਆਂ ਨੇ, ਚੰਦਰਮਾ ਦੇ ਨਾਲ ਸਾਡੀਆਂ ਭਾਵਨਾਵਾਂ ਜਾਗਰਿਤ ਹੁੰਦੀਆਂ ਨੇ, ਸਾਰੇ ਪਾਸੇ ਸਬਜ਼ਾ, ਰੰਗ ਬਿਰੰਗੇ ਫੁੱਲ, ਪਸ਼ੂ ਪੰਛੀ, ਇਹ ਸਾਰੇ ਕਿਸ ਤਰ੍ਹਾਂ ਬਣੇ, ਇਹ ਸਾਰੇ ਇਸ ਤਰ੍ਹਾਂ ਦੇ ਕਿਉਂ ਨੇ? ਹਜ਼ਾਰਾਂ ਸਵਾਲ। ਜਿਵੇਂ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕੀਤੀ ਕਿ 6 ਬਲਾਈਂਡ ਮੈਨ ਜਦੋਂ ਐਲੀਫੈਂਟ ਨੂੰ ਦੇਖਣ ਗਏ, ਜਦੋਂ ਹਾਥੀ ਨੂੰ ਦੇਖਣ ਗਏ, ਤਾਂ ਕਿਸੇ ਨੇ ਸਮਝਿਆ ਕਿ ਲੱਤਾਂ ਹੀ ਹਾਥੀ ਹੈ ਜੋ ਕਿ ਖੰਭੇ ਵਰਗਾ ਹੈ। ਕਿਸੇ ਨੇ ਸਮਝਿਆ ਕਿ ਉਹਦੀ ਜਿਹੜੀ ਫਲੈਟ ਸਰਫੇਸ ਹੈ ਵਾਲ ਵਾਂਗੂ ਉਹੀ ਹਾਥੀ ਹੈ। ਕਿਸੇ ਨੇ ਸਮਝਿਆ ਕਿ ਉਹਦੀ ਜਿਹੜੀ ਪੂੰਛ ਰੱਸੀ ਵਰਗੀ ਹੈ ਉਹ ਹਾਥੀ ਹੈ। ਇਸ ਕਿਸਮ ਦੇ ਨਾਲ ਅਸੀਂ ਵੱਡੇ ਸੱਚ ਨੂੰ ਆਪਣੇ ਛੋਟੇ ਤਜਰਬਿਆਂ ਦੇ ਨਾਲ, ਛੋਟੇ ਦਿਮਾਗ ਦੇ ਨਾਲ ਇੱਕ ਪੂਰਨ ਸੱਚ ਸਮਝਣ ਦਾ ਦਾਅਵਾ ਕਰਦੇ ਹਾਂ। ਔਰ ਇਹ ਦਾਅਵੇ ਅਕਸਰ ਗਲਤ ਹੁੰਦੇ ਨੇ ਕਿਉਂਕਿ ਹੋਣਗੇ ਲਿਮਿਟਿਡ ਸੋਚ ਨਾਲ ਅਨਲਿਮਿਟਿਡ ਵਰਤਾਰੇ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਔਰ ਉਸ ਜਿਹੜੇ ਅਨਲਿਮਿਟਿਡ ਵਰਤਾਰੇ ਦੀ ਜਿਹੜੀ ਕਹਾਣੀ ਹੈ, ਹਜ਼ਾਰਾਂ ਤਰ੍ਹਾਂ ਦੀਆਂ ਸਾਇੰਸਿਸ ਨੇ ਜਿਨ੍ਹਾਂ 'ਚੋਂ ਬਹੁਤ ਵੱਡੀ ਸਾਇੰਸ ਹੈ ਐਸਟ੍ਰੋਲੋਜੀ। ਭਾਰਤ ਦੀ ਬਹੁਤ ਪੁਰਾਤਨ ਸਾਇੰਸ, ਹਜ਼ਾਰਾਂ ਗ੍ਰੰਥ ਨੇ ਜਿਨ੍ਹਾਂ ਵਿੱਚ ਜੈਮਨੀ, ਪਰਾਸ਼ਰ ਔਰ ਆਪਣੇ ਬਹੁਤ ਸਾਰੇ ਹੋਰ ਰਿਸ਼ੀ ਮੁਨੀ। ਲੇਕਿਨ ਅਜੇ ਵੀ ਸਵਾਲ ਉੱਥੇ ਹੀ ਖੜਾ ਹੈ ਕਿ ਇਹ ਕਲਪਨਾ ਹੈ, ਇਹਦੇ 'ਤੇ ਵਿਸ਼ਵਾਸ ਕਰੀਏ ਨਾ ਕਰੀਏ, ਇਹ ਕੋਈ ਹਕੀਕਤ ਹੈ, ਇਹ ਸਾਇੰਸ ਹੈ, ਵਗੈਰਾ ਵਗੈਰਾ। ਔਰ ਹਾਸੇ ਦੀ ਗੱਲ ਬਹੁਤ ਹੈ ਕਿ ਅਸੀਂ ਵੀ ਕਹਿੰਦੇ ਮੈਂ ਵਿਸ਼ਵਾਸ ਨਹੀਂ ਕਰਦਾ, ਲੇਕਿਨ ਅਸੀਂ ਜਾ ਕੇ ਆਪਣਾ ਭਵਿੱਖ ਜਾਣਨ ਦੀ ਕੋਸ਼ਿਸ਼ ਵੀ ਕਰਦੇ ਹਾਂ ਜਾਂ ਆਪ ਦੇ ਬਾਰੇ ਸਮਝਣ ਦੀ ਸਾਡੀ ਇੱਛਾ ਵੀ ਹੁੰਦੀ ਹੈ। ਸੋ ਐਨੀਵੇ, ਇਹ ਸਭ ਕੁਝ ਚੱਲਦਾ ਰਹੇਗਾ, ਲੇਕਿਨ ਇਸ ਨਿਰੰਤਰ ਚੱਲਣ ਵਾਲੀ ਯਾਤਰਾ ਦੇ ਵਿਚਕਾਰ ਸਾਡੇ ਪ੍ਰਸ਼ਨ, ਸਾਡੇ ਕੁਐਸਚਨ, ਉਹਨਾਂ ਦੇ ਜਵਾਬ ਕਿਤੇ ਨਾ ਕਿਤੇ ਸਾਨੂੰ ਮਿਲਦੇ ਰਹਿੰਦੇ ਨੇ, ਕਦੇ ਕਿਤਾਬਾਂ ਦੇ ਵਿੱਚੋਂ, ਕਦੇ ਇਨਸਾਨਾਂ ਤੋਂ। ਅੱਜ ਤੋਂ ਮੇਰਾ ਖਿਆਲ 1 ਮਹੀਨਾ ਪਹਿਲੇ ਮੈਂ ਇੱਕ ਸ਼ਖਸ ਨੂੰ ਲੈ ਕੇ ਸਟੂਡੀਓ ਵਿੱਚ ਆਈ ਸੀ ਔਰ ਪ੍ਰੋਗਰਾਮ ਬਹੁਤ ਪਸੰਦ ਕੀਤਾ ਗਿਆ। ਇੰਨਾ ਪਸੰਦ ਕੀਤਾ ਗਿਆ ਕਿ ਵਾਰ-ਵਾਰ ਉਹ ਮੈਸੇਜ ਆਏ ਕਿ ਕਦੋਂ ਖੁਰਮ ਸਾਹਿਬ ਦੁਬਾਰਾ ਆਉਣਗੇ। ਹੁਣ ਖੁਰਮ ਮਲਿਕ ਇੱਕ ਬਿਜ਼ੀ IT ਦੇ ਜਿਹੜੇ ਨੇ ਐਮਪਲੋਈ ਨੇ ਔਰ ਬਹੁਤ ਹੀ ਮਸਰੂਫ ਨੇ, ਟਾਈਮ ਘੱਟ ਨਿਕਲਦਾ ਹੈ, ਪਰ ਬੜੀ ਹੀ ਮੈਂ ਕੋਸ਼ਿਸ਼ ਕਰਕੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਕੁਝ ਸਮਾਂ ਆਪਣਾ ਦਿਓ ਤਾਂ ਕਿ ਅਸੀਂ ਅੰਡਰਸਟੈਂਡ ਕਰ ਸਕੀਏ ਇਹ ਸਾਰੀ ਕਹਾਣੀ ਨੂੰ ਜੋ ਤੁਸੀਂ ਗ੍ਰੰਥਾਂ ਦੇ ਵਿੱਚੋਂ ਪੜ੍ਹੀ ਹੈ। ਸੋ ਖੁਰਮ ਸਾਹਿਬ ਹਾਜ਼ਰ ਨੇ ਫਿਰ ਅੱਜ ਮੇਰੇ ਸਟੂਡੀਓ ਦੇ ਅੰਦਰ। ਪਹਿਲੇ ਮੈਂ ਇਸਤਕਬਾਲ ਕਰਦੀ ਹਾਂ। ਖੁਰਮ ਮਲਿਕ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਵੈਲਕਮ। ਸਭ ਤੋਂ ਪਹਿਲੇ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਦਾਬ। ਵੈਰੀ ਗੁੱਡ, ਬਹੁਤ ਅੱਛੇ। ਆਪ ਪੰਜਾਬੀ ਅੱਛੀ ਬੋਲਤੇ ਹੋ। ਜੀ ਬਸ ਬੋਲ ਲੈਣਾ ਵਾ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਬੋਰਨ ਤੇ ਬ੍ਰੌਟ ਅਪ ਲਾਹੌਰ ਦਾ, ਤੇ ਇਸ ਲਈ ਮੈਂ ਈਜ਼ੀਲੀ ਯਾਨੀ ਕਿ ਫ੍ਰੀਕੁਐਂਟਲੀ ਯਾਨੀ ਕਿ ਪੰਜਾਬੀ 'ਚ ਵੀ ਗੱਲ ਬੋਲ ਸਕਦੇ ਹੋ। ਪਰ ਫਿਰ ਵੀ ਅਗਰ ਇਸ ਨੌਲੇਜ ਨੂੰ ਬਿਆਨ ਕਰਨ ਵਿੱਚ ਤੁਹਾਨੂੰ ਲੱਗੇ ਕਿ ਯੂ ਆਰ ਮੋਰ ਕੰਫਰਟੇਬਲ ਵਿਦ ਹਿੰਦੀ ਔਰ ਉਰਦੂ, ਦੈਟ ਇਜ਼ ਫਾਈਨ। ਨੋ, ਇਟਸ ਓਕੇ, ਕੋਈ ਗੱਲ ਨਹੀਂ। ਓਕੇ। ਅੱਛਾ, ਮੇਰੇ ਨਾਲ ਉਲਟਾ ਹੋ ਰਿਹਾ। ਤੁਸੀਂ ਪੰਜਾਬੀ ਬੋਲ ਰਹੇ ਹੋ, ਮੈਂ ਤੁਹਾਡੀ ਸ਼ਕਲ ਦੇਖਦੇ ਸਾਰੀ ਹਿੰਦੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਵੀ ਹੁੰਦਾ ਹੈ। ਮੇਰੀ ਇੱਕ ਫਰੈਂਡ ਨੇ, ਭੈਣ ਜੀ, ਉਹ ਕੱਲ੍ਹ ਸਾਡੇ ਘਰ ਆਏ, ਉਹਨਾਂ ਦੇ ਹਸਬੈਂਡ ਪੰਜਾਬੀ ਬੋਲਦੇ ਨੇ, ਭੈਣ ਜੀ ਹਿੰਦੀ ਬੋਲਦੇ ਨੇ। ਸੋ ਮੈਂ ਗੱਲ ਕਰ ਰਹੀ ਹਾਂ ਵੀਰ ਜੀ ਦੇ ਨਾਲ, ਮੋਹਨ ਜੀ ਪੰਜਾਬੀ ਦੇ ਵਿੱਚ ਸਾਰਾ ਕੁਝ ਬੋਲ ਰਹੀ ਹਾਂ, ਜਦੋਂ ਭੈਣ ਜੀ ਵੱਲ ਦੇਖਦਾ ਮੈਂ ਹਿੰਦੀ ਬੋਲਣ ਲੱਗ ਜਾਂਦੀ ਹਾਂ। ਮੈਂ ਕਿਹਾ ਵੀ ਮੇਰੇ ਨਾਲ ਕੀ ਹੋ ਰਿਹਾ? ਸੋ ਇਹ ਬੜੀ ਅਜੀਬ ਗੱਲ ਹੈ। ਥੋੜਾ ਜਿਹਾ ਮਿਕਸਚਰ ਹੋ ਜਾਂਦਾ ਹੈ। ਵੈਰੀ ਗੁੱਡ। ਸੋ ਵੀ ਆਰ ਵੈਰੀ ਹੈਪੀ ਟੂ ਸੀ ਯੂ ਹੇਅਰ ਅਗੇਨ ਐਂਡ ਦੇयर ਆਰ ਮੈਨੀ ਕੁਐਸਚਨਸ, ਕਿਉਂਕਿ ਮੈਂ ਖੁਦ ਐਸਟ੍ਰੋਲੋਜੀ ਨੂੰ ਪੜ੍ਹਿਆ, ਅੱਛਾ, ਅੰਡਰਸਟੈਂਡ ਕਰ ਰਹੀ ਹਾਂ। ਮੈਂ ਬਹੁਤ ਵਾਰੀ ਇੰਡੀਆ ਗਈ ਹਾਂ, ਹੈਦਰਾਬਾਦ ਗਈ ਹਾਂ, ਦਿੱਲੀ ਗਈ ਹਾਂ, ਰਿਸ਼ੀਕੇਸ਼ ਗਈ ਹਾਂ, ਹਰਿਦੁਆਰ ਗਈ ਹਾਂ। ਮੈਨੂੰ ਜਿੱਥੋਂ ਕੋਈ ਵੀ ਮਿਲਦਾ ਹੈ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹਾਂ। ਸੋ ਪਰ ਜੋ ਤੁਸੀਂ ਸਮਝਿਆ ਹੈ, ਜਿਹਦੇ ਵਿੱਚ ਤੁਸੀਂ ਉਸ ਮਾਡਰਨ ਸਾਈਕੋਲੋਜੀ ਨੂੰ ਔਰ ਮਾਡਰਨ ਸਾਇੰਸ ਨੂੰ ਜਿਸ ਤਰ੍ਹਾਂ ਅੰਡਰਸਟੈਂਡ ਕੀਤਾ, ਕਿਉਂਕਿ ਤੁਹਾਡਾ ਮਾਈਂਡ, ਤੁਸੀਂ ਇੱਕ ਸਾਇੰਸ ਦੇ ਸਟੂਡੈਂਟ ਵੀ ਰਹੇ ਹੋ, ਫਿਰ ਤੁਸੀਂ ਬਿਜ਼ਨਸ ਦੇ ਸਟੂਡੈਂਟ ਰਹੇ ਹੋ, ਤੁਹਾਡੀ ਜਿਹੜੀ ਅਪਰੋਚ ਹੈ ਇਟਸ ਵੈਰੀ ਟੈਕਨੀਕਲ ਐਂਡ ਸਾਇੰਟੀਫਿਕ। ਜੀ ਬਿਲਕੁਲ, ਰਾਈਟ। ਸੋ ਤੁਹਾਡੀ ਦ੍ਰਿਸ਼ਟੀ ਨਾਲ ਅਸੀਂ ਸਮਝਣਾ ਚਾਹੁੰਦੇ ਹਾਂ ਦੁਬਾਰਾ। ਕੋਈ ਗੱਲ ਨਹੀਂ, ਠੀਕ ਹੈ। ਹਾਂ, ਪਹਿਲਾ ਸਵਾਲ ਜੀ, ਲਾਸਟ ਟਾਈਮ ਜਦੋਂ ਤੁਸੀਂ ਆਏ ਸੀ ਤੁਸੀਂ ਦੱਸਿਆ ਕਿ ਉੱਪਰ ਜਿਹੜੇ ਸਿਤਾਰੇ ਨੇ ਸਾਡੀ ਧਰਤੀ ਦੇ ਨੂੰ ਉਹ ਜਿਸ ਤਰ੍ਹਾਂ ਅਫੈਕਟ ਕਰ ਰਹੇ ਨੇ, ਉਹ ਇੱਕ ਪੂਰੀ ਫੈਮਿਲੀ ਹੈ। ਜੀ ਬਿਲਕੁਲ। ਜਿਵੇਂ ਸਾਡੀ ਫੈਮਿਲੀ ਹੁੰਦੀ ਹੈ, ਸਾਡੀ ਫੈਮਿਲੀ ਦੇ ਅੰਦਰ ਸਾਡੇ ਫਾਦਰ ਹੁੰਦੇ ਨੇ, ਸਾਡੇ ਮਦਰ ਹੁੰਦੇ ਨੇ, ਸਾਡੇ ਬ੍ਰਦਰ ਹੁੰਦੇ ਨੇ, ਚਾਚਾ ਤਾਏ ਹੁੰਦੇ ਨੇ, ਔਰ ਕਮਾਲ ਹੈ ਸਭ ਦਾ ਅਸਰ ਡਿਫਰੈਂਟ ਹੁੰਦਾ ਹੈ। ਪਿਤਾ ਜੀ ਆ ਗਏ ਤਾਂ ਅਸੀਂ ਥੋੜਾ ਡਰ ਵੀ ਜਾਂਦੇ ਹਾਂ, ਲੇਕਿਨ ਤਾਏ ਤੋਂ ਬਹੁਤ ਡਰਦੇ ਹਾਂ।
ਹੈ ਨਾ, ਜੇ ਫੁੱਫੜ ਜੀ ਆ ਜਾਣ ਉਹਨਾਂ ਦੀ ਖਿਦਮਤ ਬਹੁਤ ਕਰਨੀ ਪੈਂਦੀ। ਹਾਂਜੀ ਬਿਲਕੁਲ, ਕੋਈ ਨਾ ਕੋਈ ਹੁੰਦਾ ਜਿਹਦੇ ਤੋਂ ਜ਼ਿਆਦਾ ਡਰ ਲੱਗਦਾ। ਸੋ ਇਸ ਕਿਸਮ ਦੇ ਨਾਲ ਉਹ ਪਰਿਵਾਰ ਜਿਹੜਾ ਸਾਡਾ ਇੱਥੇ ਜ਼ਮੀਨ ਦੇ ਉੱਪਰ ਹੈ, ਉਸ ਤਰ੍ਹਾਂ ਹੀ ਪਰਿਵਾਰ ਸਾਡਾ ਇੱਕ ਨਾਲ ਗਰਦਿਸ਼ ਕਰ ਰਿਹਾ ਹੈ। ਥੋੜਾ ਜਿਹਾ ਉਹਦੇ ਬਾਰੇ, ਹੁਣ ਪਿਛਲੀ ਵਾਰ ਆਪਾਂ ਗੱਲ ਇੱਥੇ ਛੱਡੀ ਸੀ ਕਿ 9 ਗ੍ਰਹਾਂ ਦਾ ਪਰਿਵਾਰ, ਲੇਕਿਨ ਉਸ ਪਰਿਵਾਰ ਦਾ ਥੋੜਾ ਜਿਹਾ ਮੈਨੂੰ ਇੱਕ ਆਊਟਲਾਈਨ ਆਈ ਵਾਂਟ ਟੂ ਨੋ ਅਗੇਨ। ਅੱਛਾ, ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇਹ ਵੀ ਇੱਕ ਪੂਰੀ ਇੱਕ ਫੈਮਿਲੀ ਹੈ, ਠੀਕ ਹੈ, ਜਿਹਦਾ ਯਾਨੀ ਕਿ ਤੁਸੀਂ ਦੇਖੋ ਕਿ ਮੈਂ ਪਹਿਲੇ ਵੀ ਤੁਹਾਨੂੰ ਇੱਕ ਪਰਸੋਨੀਫਾਈ ਕੀਤਾ ਸੀ ਇਹਨੂੰ ਥੋੜਾ ਜਿਹਾ, ਕਿ ਜਿਸ ਤਰ੍ਹਾਂ ਸਨ ਹੈ, ਸਨ ਇੱਕ ਕਿੰਗ ਦੀ ਤਰ੍ਹਾਂ ਐਕਟ ਕਰਦਾ ਇਸ ਪੂਰੇ ਫੈਮਿਲੀ ਵਿੱਚ, ਠੀਕ ਹੈ। ਫਿਰ ਇਸੇ ਤਰ੍ਹਾਂ ਮੂਨ ਹੈ, ਮੂਨ ਜਿਹੜਾ ਐਕਟ ਕਰਦਾ ਉਹ ਇੱਕ ਕੁਈਨ ਦੀ ਤਰ੍ਹਾਂ ਐਕਟ ਕਰਦਾ, ਠੀਕ ਹੈ। ਫਿਰ ਇਸੇ ਤਰ੍ਹਾਂ ਅੱਗੇ ਆ ਜਾਓ ਤੇ ਮਾਰਸ ਹੈ, ਮਾਰਸ ਇਹਨਾਂ ਦਾ ਕਮਾਂਡਰ ਹੈ, ਠੀਕ ਹੈ। ਫਿਰ ਮਰਕਰੀ ਹੈ, ਮਰਕਰੀ ਇਹਨਾਂ ਦਾ ਬੱਚਾ, ਅੱਛਾ, ਠੀਕ ਹੈ, ਲਾਈਕ ਉਹ ਪ੍ਰਿੰਸ ਕਹਿ ਲਓ ਤੁਸੀਂ। ਅੱਛਾ, ਪ੍ਰਿੰਸ ਕਹਿ ਲਓ, ਪ੍ਰਿੰਸ ਕਹਿ ਲਓ, ਠੀਕ ਹੈ। ਹਾਂ ਹਾਂ। ਫਿਰ ਜੁਪੀਟਰ ਹੈ, ਜੁਪੀਟਰ ਇਹਨਾਂ ਦਾ ਗੁਰੂ ਹੈ, ਲਾਈਕ ਇਫ ਦੇ ਵਾਂਟ ਟੂ ਗੈਟ ਸਮ ਨੋਲੇਜ, ਐਡਵਾਈਸ ਸੋ ਦੇ ਕੈਨ ਗੈਟ ਇਟ ਫਰੋਮ ਜੁਪੀਟਰ, ਲਾਈਕ ਇਨ ਦ ਅਦਰ ਸੈਂਸ। ਇਸੇ ਤਰ੍ਹਾਂ ਹੀ ਵੀਨਸ ਹੈ, ਠੀਕ ਹੈ। ਵੀਨਸ ਯਾਨੀ ਕਿ ਜਿਹੜੀ ਕੁਈਨ ਨੂੰ ਬਣਾਓ ਸ਼ਿੰਗਾਰ ਕਰਦੀ ਹੈ, ਉਹ ਵੀਨਸ ਹੈ, ਠੀਕ ਹੈ। ਤੇ ਸੈਟਰਨ ਹੈ, ਸੈਟਰਨ ਜੱਜ ਹੈ, ਠੀਕ ਹੈ, ਲਾਈਕ ਉਹ ਯਾਨੀ ਕਿ ਫੈਸਲੇ ਕਰਾਂਦਾ, ਡਿਸੀਜਨ ਲੈਂਦਾ, ਕਾਰਮਾ ਹੈ ਤੁਹਾਡਾ ਲਾਈਫ ਦਾ, ਠੀਕ ਹੈ। ਤੇ ਇਸ ਤਰ੍ਹਾਂ ਕਰਕੇ ਪੂਰੀ ਇੱਕ ਫੈਮਿਲੀ ਰਿਐਕਟ ਕਰਦੀ ਹੈ ਸਿਚੁਏਸ਼ਨ ਦੇ ਨਾਲ, ਠੀਕ ਹੈ। ਤੇ ਇਹ ਇਹਨਾਂ ਦੀ ਪੂਰੀ ਇੱਕ ਸੋਲਰ ਸਿਸਟਮ ਹੈ ਸਾਡਾ। ਰਾਈਟ। ਸੋ ਫਿਰ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਫੈਮਿਲੀ ਹੈ, ਹੁਣ ਕੋਈ ਪੁੱਛ ਸਕਦਾ ਹੈ ਕਿ ਵੀ ਸਨ ਤਾਂ ਇੱਕ ਭਖਦਾ ਹੋਇਆ ਅੱਗ ਦਾ ਗੋਲਾ ਹੈ, ਮੂਨ ਧਰਤੀ ਦੇ ਆਸ-ਪਾਸ ਘੁੰਮਦਾ ਹੋਇਆ ਇੱਕ ਸੈਟੇਲਾਈਟ ਹੈ, ਪਲੈਨਟ ਆਪਾਂ ਮੰਨਦੇ ਹਾਂ ਉਹਨੂੰ। ਇਸ ਤਰ੍ਹਾਂ ਹੀ ਮਾਰਸ ਹੈ, ਬਈ ਕਿਸ ਤਰ੍ਹਾਂ ਤੁਹਾਨੂੰ ਮਰਕਰੀ ਕਮਿਊਨੀਕੇਟ ਕਰਾ ਸਕਦਾ ਹੈ, ਕਿਸ ਤਰ੍ਹਾਂ ਤੁਹਾਨੂੰ ਜੁਪੀਟਰ ਐਡਵਾਈਸ ਦੇ ਸਕਦਾ ਹੈ। ਜੋ ਮੈਂ ਅੰਡਰਸਟੈਂਡ ਕੀਤਾ ਹੈ ਉਹ ਇਹ ਕੀਤਾ ਹੈ ਕਿ ਜਿਹੜੀਆਂ ਪਲੈਨਟ ਦੀ ਐਨਰਜੀਜ਼ ਨੇ ਸਾਡੇ ਬਾਡੀ ਦੇ ਅੰਦਰ ਜਿੱਦਾਂ ਫੰਕਸ਼ਨ ਕਰਦੀਆਂ ਨੇ, ਸਾਡੇ ਉੱਦਾਂ ਫੰਕਸ਼ਨ ਹੁੰਦੇ ਨੇ। ਯਾਨੀ ਕਿ ਜੁਪੀਟਰ ਐਡਵਾਈਸ ਨਹੀਂ ਦੇ ਰਿਹਾ, ਜੁਪੀਟਰ ਦੀ ਐਨਰਜੀ ਮੇਰੀ ਬਾਡੀ ਦੇ ਅੰਦਰ ਅਗਰ ਜ਼ਿਆਦਾ ਐਕਟੀਵੇਟਿਡ ਹੈ ਤਾਂ ਮੇਰੀ ਜਿਹੜੀ ਗੱਲਬਾਤ ਹੋਏਗੀ ਉਹਦੇ ਵਿੱਚ ਬਹੁਤ ਮੈਚਿਓਰ, ਐਕਸਪੀਰੀਐਂਸਡ, ਨੌਲੇਜ, ਵਿਜ਼ਡਮ ਹੋਏਗੀ, ਹੈ ਨਾ? ਐਮ ਆਈ ਰਾਈਟ? ਬਿਲਕੁਲ। ਓਕੇ, ਗੁੱਡ, ਪਰਫੈਕਟ। ਸੋ ਹੁਣ ਇਹਨਾਂ ਦੀ ਐਨਰਜੀਜ਼ ਤੁਸੀਂ 9 ਪਲੈਨਟ ਦੱਸੇ ਜੀ, ਤੇ ਇਹਨਾਂ ਦੇ ਡਿਫਰੈਂਟ ਫੰਕਸ਼ਨ ਨੇ ਫਿਰ, ਬਿਲਕੁਲ, ਠੀਕ ਹੈ। ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੈ ਰਾਜਾ ਹੈ, ਜਿਹੜਾ ਜਿਹਦੇ ਗਿਰਦ ਇਹ ਸਾਰੇ ਸੋਲਰ ਸਿਸਟਮ ਘੁੰਮ ਰਿਹਾ, ਸਾਡੇ ਸਾਰੇ ਪਲੈਨਟ। ਮੈਂ ਤਾਂ ਹੈਰਾਨ ਹੁੰਦੀ ਹਾਂ ਕਿ ਉਹਦੇ ਅੰਦਰ ਕਿੰਨੀ ਕੁ ਪਾਵਰ ਹੋਏਗੀ ਕਿ ਜਿਹਦੇ ਅੰਦਰ ਸਨ ਤੋਂ ਲੈ ਕੇ ਸੈਟਰਨ ਤੱਕ ਦਾ ਸਫ਼ਰ ਪਤਾ ਨਹੀਂ ਕਿੰਨੇ ਲਾਈਟ ਈਅਰ ਦੂਰ ਹੋਏਗਾ, ਲੇਕਿਨ ਉਹਦੇ ਆਸ-ਪਾਸ ਘੁੰਮ ਰਹੇ ਨੇ ਤਾਂ ਉਹ 'ਚ ਪਾਵਰ ਕਿੰਨੀ ਹੋਏਗੀ। ਸੋ ਆਫ ਕੋਰਸ ਹੀ ਇਜ਼ ਕਿੰਗ, ਯੈਸ, ਰਾਈਟ। ਤਾਂ ਹੁਣ ਜਿਹੜਾ ਸਨ ਕਿੰਗ ਹੈ ਉਹਦਾ ਕੀ ਇੰਪੈਕਟ ਹੈ ਸਾਡੀ ਲਾਈਫ ਦੇ ਅੰਦਰ? ਦੇਖੋ, ਪਹਿਲੇ ਅਸੀਂ ਸਟਾਰਟ ਕਰਦੇ ਹਾਂ ਕਿ ਮੈਂ ਥੋੜਾ ਇਹਨੂੰ ਐਕਸਪਲੇਨ ਕਰਨਾ ਚਾਹ ਰਿਹਾ ਕਿ ਸਾਰਾ ਥੋੜਾ ਸੋਲਰ ਸਿਸਟਮ ਦਾ ਥੋੜਾ ਜਿਹਾ ਮੈਂ ਇੱਕ ਕਨਸੈਪਟ ਦੇਣਾ ਚਾਹ ਰਿਹਾ ਕਿ ਇਹਦੇ ਵਿੱਚ ਕਿੰਨੀ ਦੂਰ ਨੇ ਇਹ ਪਲੈਨਟ ਤੇ ਕਿਸ ਤਰ੍ਹਾਂ ਯਾਨੀ ਕਿ ਕੰਮ ਕਰ ਰਹੇ ਨੇ ਸਾਰੇ। ਮਸਲਨ ਜਿਸ ਤਰ੍ਹਾਂ ਸਨ ਦੀ ਅਸੀਂ ਗੱਲ ਕਰ ਰਹੇ ਸੀ, ਸਨ ਜਿਹੜਾ ਕਿੰਗ ਹੈ, ਠੀਕ ਹੈ, ਤੇ ਯਾਨੀ ਕਿ ਲਾਰਜੈਸਟ ਅਮੰਗ ਆਲ ਦਾ ਪਲੈਨਟਸ, ਰਾਈਟ। ਤੇ ਇਸ ਤੋਂ ਇਲਾਵਾ 110 ਟਾਈਮਸ ਬਿਗਰ ਦੈਨ ਦਾ ਅਰਥ। 110 ਮਤਲਬ 110 ਗੁਣਾ ਵੱਡਾ ਹੈ ਜ਼ਮੀਨ ਤੋਂ। ਸਨ 110 ਗੁਣਾ ਵੱਡਾ ਜ਼ਮੀਨ ਤੋਂ ਹੈ, ਯਾਨੀ ਸਨ ਦੇ ਅੰਦਰ 110 ਧਰਤੀਆਂ ਸਮਾ ਸਕਦੀਆਂ। ਜੀ ਬਿਲਕੁਲ, ਓਹੋ ਬਿਲਕੁਲ। ਤੇ ਉਸ ਤੋਂ ਇਲਾਵਾ 93 ਮਿਲੀਅਨ ਮਾਈਲਸ ਅਵੇ ਫਰੋਮ ਅਰਥ। 93 million miles away from the earth, and we are getting so much heat and light. That's why, my god। and ਅਜੇ ਵੀ ਦੇਖੋ ਅੱਜ ਕਿੰਨੀ ਗਰਮੀ ਸੀਗੀ, ਮਤਲਬ 2-3 ਦਿਨ ਗਰਮੀ ਪਿੱਛੇ ਰਹੀ ਹੈ, ਤੇ ਇੰਨੀ ਦੂਰ ਉਹ ਸਨ ਸਾਡੇ ਜੀਵਨ ਨੂੰ ਕਿੱਦਾਂ ਪ੍ਰਭਾਵਿਤ ਕਰ ਰਿਹਾ। ਬਿਲਕੁਲ, ਕੋਈ ਸ਼ੱਕ ਨਹੀਂ ਹੈ। ਓਕੇ, ਵਾਹ, ਅੱਛਾ, ਹੋਰ ਦੱਸੋ ਇਹਦੇ ਬਾਰੇ। ਤੇ ਇਸ ਤੋਂ ਇਲਾਵਾ ਇਹ ਹੈਗਾ, ਇਹਨੂੰ ਅਸੀਂ ਕੰਸੀਡਰ ਕਰਦੇ ਹਾਂ ਸੋਲ ਆਫ ਕਾਲਪੁਰਸ਼ ਹੁੰਦਾ, ਕਾਲਪੁਰਸ਼, ਸੌਰੀ, ਕਾਲਪੁਰਸ਼ ਬੋਲਦੇ ਨੇ, ਸੰਸਕ੍ਰਿਤ ਦਾ ਵਰਡ ਹੈ ਕਾਲਪੁਰਸ਼। ਬੇਸਿਕਲੀ ਇਹ ਹੈਗਾ ਕਿ ਚੀਜ਼ ਹੈ ਕਿ ਕਾਲ ਹੈਗਾ ਜਿਹੜਾ ਉਹਨੂੰ ਟਾਈਮ ਨੂੰ ਕਹਿੰਦੇ ਨੇ, ਠੀਕ ਹੈ, ਤੇ ਪੁਰਸ਼ ਜਿਹੜਾ ਹੈ ਉਹ ਆਦਮੀ ਨੂੰ ਕਹਿੰਦੇ ਨੇ। ਤੇ ਲਾਈਕ ਇੱਕ ਰਿਪਰੈਜ਼ੈਂਟੇਸ਼ਨ ਹੈ ਇੱਕ ਆਦਮੀ ਦੀ ਵਿਦ ਟਾਈਮ ਜਾਂ ਥਰੂ ਟਾਈਮ, ਓਕੇ, ਠੀਕ ਹੈ ਨਾ। ਤੇ ਇਹ ਬੇਸਿਕਲੀ ਸੋਲ ਹੈ, ਸੋਲ ਆਫ ਕਾਲਪੁਰਸ਼ ਹੈ, ਸਨ ਨੂੰ ਕਿਹਾ ਜਾਂਦਾ, ਠੀਕ ਹੈ। ਫਿਰ ਅਗਰ ਤੁਸੀਂ ਦੇਖੋ ਕਿ ਜਿਹੜੇ ਜ਼ੋਡਿਕ ਸਾਈਨ ਤੇ ਰੂਲ ਕਰਦਾ ਉਹ ਲੀਓ ਹੈ, ਜਿਹੜਾ 5th ਜ਼ੋਡਿਕ ਸਾਈਨ ਬੰਦਾ, ਠੀਕ ਹੈ ਜੀ, ਬਿਲਕੁਲ, ਠੀਕ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਦੱਸਿਆ ਸੀ ਤੁਹਾਨੂੰ, ਜਿਸ ਤਰ੍ਹਾਂ ਸਨ ਹੈ ਉਹ ਯਾਨੀ ਕਿ ਸੋਲ ਆਫ ਕਾਲਪੁਰਸ਼, ਸੌਰੀ,
ਠੀਕ ਹੈ ਮੈਂ ਸਵਾਰਾ ਨਹੀਂ ਉਹ ਇਸ ਤਰ੍ਹਾਂ ਹੀ ਹੁੰਦਾ ਕਿਉਂਕਿ ਜਿਹੜੇ ਸੰਸਕ੍ਰਿਤ ਦੇ ਵਰਡ ਨੇ ਜਦੋਂ ਤੁਸੀਂ ਉਹਨਾਂ ਨੂੰ ਇੰਗਲਿਸ਼ 'ਚ ਇੱਦਾਂ ਦੇਖਦੇ ਹੋ ਤੇ ਉਹ ਹੋਰ ਤਰ੍ਹਾਂ ਫੋਰ ਐਗਜ਼ਾਮਪਲ ਅਸੀਂ ਕਹਿੰਦੇ ਆ ਆਗਿਆ ਚੱਕਰਾ ਤੁਸੀਂ ਜਾ ਕੇ ਅਗਰ ਪੜੋਗੇ ਬਿਕੋਜ਼ ਤੁਸੀਂ ਤਾਂ ਇੰਗਲਿਸ਼ ਪੜੋਗੇ ਨਾ ਤੁਸੀਂ ਹਿੰਦੀ ਤਾਂ ਪੜ੍ਹ ਨਹੀਂ ਸਕਦੇ ਸੰਸਕ੍ਰਿਤ ਨਹੀਂ ਤਾਂ ਯੂ ਸਟੱਡੀ ਟ੍ਰਾਂਸਲੇਸ਼ਨ ਰਾਈਟ ਤਾਂ ਉੱਥੇ ਲਿਖਿਆ ਹੁੰਦਾ ਆਜਨਾ ਚੱਕਰਾ ਤਾਂ ਹੈ ਆਗਿਆ ਚੱਕਰਾ ਇਸ ਤਰ੍ਹਾਂ ਹੀ ਜਿਹੜਾ ਇਹ ਕਾਲ ਪੁਰਸ਼ वर्ड है लेकिन वो लिखन दा हुंदा ना जो ढंग थोड़ा जिहा डिफरेंट हो जाता एनीवेज ते बहरहाल सन जेहड़ी है सन इज सोल ऑफ कालपुरुष ठीक है जेहड़ा मून है वो ਤੁਹਾਡਾ ਮਾਈंड है ठीक है फिर मरकरी ਤੁਹਾਡੀ स्पीच है ਤੁਸੀਂ ਜਿਹੜਾ ਬੋਲਦੇ ਹੋ ਅੱਛਾ ਠੀਕ ਹੈ ਫਿਰ ਐਸੇ ਤਰ੍ਹਾਂ ਮਾਰਸ ਹੈ ਮਾਰਸ ਤੁਹਾਡੀ ਸਟਰੈਂਥ ਹੈ ਤੁਹਾਡੇ ਬਾਜ਼ੂ ਕਹਿ ਲਓ ਠੀਕ ਹੈ ਇੱਕ ਅਗਰ ਐਜ਼ ਅ ਹਿਊਮਨ ਬੀਇੰਗ ਅਸੀਂ ਉਹਨੂੰ ਪਰਸੋਨੀਫਾਈ ਕਰੀਏ ਤੇ ਮਾਰਸ ਤੁਹਾਡੇ ਬਾਜ਼ੂ ਕਹਿ ਲਓ ਠੀਕ ਹੈ ਮੂਨ ਤੁਹਾਡਾ ਦਿਮਾਗ ਕਹਿ ਲਓ ਜਿਹੜਾ ਮਰਕਰੀ ਹੈ ਉਹ ਤੁਹਾਡੀ ਸਪੀਚ ਕਹਿ ਲਓ ਕਮਿਊਨੀਕੇਸ਼ਨ ਕਹਿ ਲਓ ਸਨ ਜਿਸ ਤਰ੍ਹਾਂ ਮੈਂ ਪਹਿਲੇ ਐਕਸਪਲੇਨ ਕੀਤਾ ਉਹ ਸੋਲ ਹੈ ਤੁਹਾਡੀ ਠੀਕ ਹੈ ਫਿਰ ਐਸੇ ਤਰ੍ਹਾਂ ਹੀ ਜਿਹੜਾ ਜੁਪੀਟਰ ਹੈ ਉਹ ਇੱਕ ਵਿਜ਼ਡਮ ਹੈ ਇੱਕ ਨੌਲੇਜ ਹੈ ਤੁਹਾਡੇ ਅੰਦਰ ਠੀਕ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਐਸੇ ਤਰ੍ਹਾਂ ਵੀਨਸ ਹੈ ਵੀਨਸ ਜਿਸ ਤਰ੍ਹਾਂ ਇੱਕ ਇਨਸਾਨ ਦੇ ਅੰਦਰ ਡਿਜ਼ਾਇਰਸ ਹੁੰਦੀਆਂ ਨੇ ਲਸਟ ਹੁੰਦੀ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਐਸੇ ਤਰ੍ਹਾਂ ਸੈਟਰਨ ਰਿਪਰੈਜ਼ੈਂਟ ਕਰਦਾ ਕਿ ਤੁਹਾਡੀ ਲਾਈਫ ਵਿੱਚ ਜਿਹੜੀ ਪੇਨ ਆਉਂਦੀਆਂ ਨੇ ਮਿਜ਼ਰੀਜ਼ ਆਉਂਦੀਆਂ ਨੇ ਉਹ ਸਾਰੀ ਉਹਨੂੰ ਰਿਪਰੈਜ਼ੈਂਟ ਕਰਦਾ ਓ ਵਾਓ ਸੋ ਇਹ ਗੱਲ ਨੂੰ ਮੈਂ ਇਸ ਤਰ੍ਹਾਂ ਸਮਝ ਸਕਦੀ ਹਾਂ ਕਿ ਕਾਲ ਪੁਰਸ਼ ਇੱਕ ਟਾਈਮ ਜਿਹਦੇ ਅੰਦਰ ਸਾਡੀ ਲਾਈਫ ਚੱਲ ਰਹੀ ਹੈ ਜੀ ਬਚਪਨ ਤੋਂ ਲੈ ਕੇ ਮਰਨ ਤੱਕ ਅਸੀਂ ਸਾਡੀ ਲਾਈਫ ਚੱਲ ਰਹੀ ਹੈ ਅਸੀਂ ਵੱਡੇ ਹੋ ਰਹੇ ਹਾਂ ਹੋਰ ਬੱਚੇ ਪੈਦਾ ਹੋ ਰਹੇ ਨੇ ਸਾਡੇ ਮਾਪੇ ਬਜ਼ੁਰਗ ਹੋ ਰਹੇ ਨੇ ਫਿਰ ਅਸੀਂ ਬਜ਼ੁਰਗ ਹੋ ਰਹੇ ਹਾਂ ਸੋ ਲਾਈਫ ਦਾ ਸਰਕਲ ਇੱਕ ਚੱਲ ਰਿਹਾ ਹੈ ਲਾਈਫ ਦਾ ਜਿਹੜਾ ਸਰਕਲ ਹੈ ਯਾਨੀ ਟਾਈਮ ਹੈ ਉਹਨੂੰ ਪਰਸੋਨੀਫਾਈ ਕੀਤਾ ਐਜ਼ ਅ ਪੁਰਸ਼ ਐਜ਼ ਅ ਹਿਊਮਨ ਐਂਡ ਉਸ ਟਾਈਮ ਦੇ ਅੰਦਰ ਸਾਰਾ ਕੁਝ ਹੈ ਉਸ ਟਾਈਮ ਦੇ ਅੰਦਰ ਸੋਲ ਵੀ ਹੈ ਉਸ ਟਾਈਮ ਦੇ ਅੰਦਰ ਹਾਇਰ ਨੌਲੇਜ ਵੀ ਹੈ ਉਸ ਟਾਈਮ ਦੇ ਅੰਦਰ ਇਮੋਸ਼ਨਸ ਵੀ ਨੇ ਉਸ ਟਾਈਮ ਦੇ ਅੰਦਰ ਕਮਿਊਨੀਕੇਸ਼ਨ ਹੈ ਉਸ ਟਾਈਮ ਦੇ ਅੰਦਰ ਡਿਜ਼ਾਇਰ ਵੀ ਨੇ ਪੇਨ ਵੀ ਹੈ ਸਫਰਿੰਗ ਵੀ ਹੈ ਸੋ ਐਕਚੁਅਲੀ ਐਵਰੀਥਿੰਗ ਇਜ਼ ਇਨ ਟਾਈਮ Exactly. Right? So the Kal Purush means a time man, a time being in which we are born, we live here and we die. We die, yes. But during this time, we have all these attribute characteristics like we have soul, we have mind, we communicate, we have desire, we have higher knowledge and we have suffering. Absolutely. Beautiful. Yeah. मैं अच्छा student हूँ. नहीं बिल्कुल बहुत अच्छे student. Very good. So ये बात एक कॉन्सेप्ट समझ में आया हमें तो अब जब ये आपने बता दिया टोटल क्या आप इसको एक एक करके थोड़ा ब्रेकअप भी कर सकते हैं लाइक फॉर एग्जांपल जब सन की बात करें अगर हम तो सन को का हम पर असर हमारी बॉडी पर असर हमारे अंदर असर हमारे बाहर असर ये कहाँ तक है क्या सिर्फ हीट एंड लाइट है या कुछ ज़्यादा इसका भी डायमेंशंस हैं इसके ज़्यादा सन बेसिकली ਜਿਹੜਾ ਰਿਪਰੈਜ਼ੈਂਟ ਕਰਦਾ ਨਾ ਉਹ ਅਥਾਰਟੀ ਰਿਪਰੈਜ਼ੈਂਟ ਕਰਦਾ ਅਥਾਰਟੀ ਐਡਮਿਨਿਸਟ੍ਰੇਸ਼ਨ ਕਰਦਾ ਫਿਰ ਇਸ ਤੋਂ ਇਲਾਵਾ ਤੁਹਾਡੀ ਜਿਹੜੀ ਹੈ ਪਾਵਰ ਉਹਨੂੰ ਰਿਪਰੈਜ਼ੈਂਟ ਕਰਦਾ ਵਾਈਟੈਲਿਟੀ ਚ ਤੁਹਾਡੇ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਇਸ ਤੋਂ ਇਲਾਵਾ ਇਟ ਇਜ਼ ਅ ਬ੍ਰੈਥ ਆਫ ਲਾਈਫ ਸੋਲ ਹੈ ਨਾ ਬਿਲਕੁਲ ਠੀਕ ਹੈ ਬਿਲਕੁਲ ਫਿਰ ਫੁੱਲ ਆਫ એનર્ਜੀ ਹੈ ਹਾਈ ਸਪਿਰਿਟ ਤੁਹਾਡੀ ਉਹਨੂੰ ਰਿਪਰੈਜ਼ੈਂਟੇਸ਼ਨ ਹੈ ਦੀ ਹਾਈਲੀ ਐਂਬੀਸ਼ੀਅਸ ਜਿਹੜਾ ਇਨਸਾਨ ਹੁੰਦੇ ਨੇ ਉਹਨਾਂ ਦਾ ਸਨ ਬੜਾ ਸਟਰੋਂਗ ਹੁੰਦਾ ਹੈ ਉਹਨੂੰ ਵੀ ਰਿਪਰੈਜ਼ੈਂਟ ਕਰਦਾ ਠੀਕ ਹੈ ਯਾਨੀ ਇਹ ਸਾਰੀ ਕਰੈਕਟਰਿਸਟਿਕਸ ਤੇ ਐਟਰੀਬਿਊਟਸ ਨੇ ਸਨ ਦੀਆਂ ਯਾਨੀ ਜਿਸ ਤਰ੍ਹਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਐਡਮਿਨਿਸਟ੍ਰੇਟਿਵ ਐਬਿਲਿਟੀਜ਼ ਅਥਾਰਟੇਟਿਵ ਐਬਿਲਿਟੀਜ਼ ਠੀਕ ਹੈ ਇਹ ਸਾਰੀ ਸਟਰੈਂਥਸ ਜਿਹੜੀਆਂ ਨਾ ਇਹ ਸਨ ਤੁਹਾਨੂੰ ਪ੍ਰੋਵਾਈਡ ਕਰਦਾ ਸੋ ਆਪਾਂ ਕਰੇ ਫੈਮਿਲੀ ਦੇ ਅੰਦਰ ਵੀ ਦੇਖਦੇ ਹਾਂ ਕਿ ਜੇ 7-8 ਦੀ ਫੈਮਿਲੀ ਹੈ ਇੱਕ ਬੰਦਾ ਹੁੰਦਾ ਜਿਹੜਾ ਹਰ ਵਕਤ ਉਂਗਲ ਐਦਾਂ ਕਰਕੇ ਕਹਿੰਦਾ ਹੁੰਦਾ ਆ ਕਰੋ ਆ ਕਰੋ ਆ ਕਰੋ ਐਦਾਂ ਕਰੋ ਐਦਾਂ ਕਰੋ ਐਦਾਂ ਕਰੋ ਇਹ ਕਿਉਂ ਨਹੀਂ ਕੀਤਾ ਇਹ ਕਿਉਂ ਨਹੀਂ ਹੋਇਆ ਵਗੈਰਾ ਵਗੈਰਾ ਲਾਈਕ ਉਹ ਅਥਾਰਟੀ ਆ ਨਾ ਲਾਈਕ ਮੇਬੀ ਉਹਦਾ ਇਹਦੀ ਰੀਜ਼ਨ ਹੋ ਸਕਦੀ ਹੈ ਕਿ ਉਹਦਾ ਸਨ ਬੜਾ ਸਟਰੋਂਗ ਉਹਦੀ ਬੋਡੀ ਸਨ ਬੜਾ ਸਟਰੋਂਗ ਹੋਵੇ ਅੱਛਾ ਕੁਝ ਐਸੇ ਹੁੰਦੇ ਨੇ ਜਿਹੜੇ ਜਸਟ ਫੋਲੋ ਕਰਦੇ ਨੇ ਹਾਂਜੀ ਉਹ ਕਹਿੰਦੇ ਜਿੱਦਾਂ ਵੱਡੇ ਨੇ ਕਿਹਾ ਤਾਂ ਆਪਾਂ ਮੰਨ ਲਿਆ ਮੈਨੂੰ ਕੋਈ ਲੋੜ ਨਹੀਂ ਹੈਗੀ ਮੈਂ ਆਰਾਮ ਨਾਲ ਮਸਤ ਹਾਂ ਲੇਕਿਨ ਉਹ ਵੱਡੇ ਨੇ ਸਾਰੀ ਜ਼ਿੰਮੇਵਾਰੀ ਆਪ ਹੀ ਚੁੱਕੀ ਹੁੰਦੀ ਹੈ ਜੀ ਹੈ ਨਾ ਸੋ ਹੁਣ ਦੇਖੋ ਦੋ ਬੰਦੇ ਨੇ ਸੇਮ ਘਰ ਦੇ ਅੰਦਰ ਨੇ ਤੁਸੀਂ ਆਪਣੇ ਬਾਰੇ ਦੱਸਿਆ ਕਿ ਤੁਸੀਂ ਤੇ ਤੁਹਾਡੇ ਬ੍ਰਦਰ ਸੇਮ ਮੰਥ ਚ ਪੈਦਾ ਹੋਏ ਉਹਨਾਂ ਦਾ ਸਾਈਨ ਸੇਮ ਹੈ ਲੇਕਿਨ ਬੜੀ ਨੇਚਰ ਡਿਫਰੈਂਟ ਹੈ ਬਿਹੇਵੀਅਰ ਡਿਫਰੈਂਟ ਹੈ ਸੋ ਕਿਉਂਕਿ ਉਹਨਾਂ ਦੇ ਜਿਹੜੀ ਇਹ એનર્ਜੀਜ਼ ਦੇ ਪੈਟਰਨਸ ਡਿਫਰੈਂਟ ਹੈ ਐਗਜ਼ੈਕਟਲੀ ਸੋ ਇਹਦਾ ਮਤਲਬ ਹੋਇਆ ਕਿ ਜਿਹਦੇ ਅੰਦਰ ਸਨ ਦੀ એનર્ਜੀ ਜੀ
अच्छी होएगी, ज्यादा घट नहीं, यानी बैलेंस होएगी। बैलेंस होएगी। ਇਹ ਵੀ ਤਾਂ ਪ੍ਰੋਬਲਮ ਹੈ ਨਾ ਕਿ ਜ਼ਿਆਦਾ ਦੀ ਵੀ ਪ੍ਰੋਬਲਮ ਹੈ ਤੇ ਘੱਟ ਦੀ ਵੀ ਪ੍ਰੋਬਲਮ ਹੈ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਤੇ ਇਸ ਤੋਂ ਇਲਾਵਾ ਅਗਰ ਬਹੁਤ ਜ਼ਿਆਦਾ ਘੱਟ ਹੋਏਗਾ ਉਹ ਵੀ ਗਲਤ ਗੱਲ ਉਹ ਵੀ ਗਲਤ ਗੱਲ ਹੋ ਜਾਏਗੀ। ਇੱਕ ਬੈਲੈਂਸ ਚਾਹੀਦਾ, ਇੱਕ ਬੈਲੈਂਸ ਚਾਹੀਦਾ। ਇੱਕ ਸਪੈਸ਼ਲ ਡਿਗਰੀ ਹੁੰਦੀ ਹੈ 12 to 18 ਡਿਗਰੀ ਜਿਹੜੀ ਹੁੰਦੀ ਹੈ, ਇਹ ਬੈਸਟ ਡਿਗਰੀ ਹੁੰਦੀ ਹੈ ਜਿੱਥੇ ਪਲੈਨਟ ਸਭ ਤੋਂ ਜ਼ਿਆਦਾ ਬੈਸਟ ਪਰਫਾਰਮੈਂਸ ਦਿੰਦਾ, ਬੈਸਟ ਪਰਫਾਰਮ ਕਰਦਾ ਹੈ। 12 to 18 ਡਿਗਰੀ ਦੇ ਅੰਦਰ ਪਲੈਨਟ ਬੈਸਟ ਪਰਫਾਰਮ ਕਰਦਾ, ਯਾਨੀ ਸਨ ਤੋਂ ਹਰ ਪਲੈਨਟ ਦੀ ਜਿਹੜੀ ਮੂਵਮੈਂਟ ਹੈ ਉਹਦੀ ਜਿਹੜੀ ਡਿਗਰੀ ਹੈ ਉਹ 12 to 18 ਅਗਰ ਹੋਏਗੀ ਜ਼ੋਡੀਅਕ ਸਾਈਨ ਦੇ ਅੰਦਰ ਤਾਂ ਉਹ ਬੈਸਟ ਪਰਫਾਰਮ ਕਰੇਗਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਭਈ ਅगर एक बल्ब है और मैं कुछ चीज़ देखनी है और वो बल्ब बहुत मध्यम है और बहुत चीज़ बारीक है, मैं नहीं देख पावांगी, और अगर बहुत तेज रोशनी है तो मेरी अखां ही शायद बंद हो जान। सो उस चीज़ ਨੂੰ ਦੇਖਣ ਵਾਸਤੇ ਉਹਨੂੰ ਪਕੜਨ ਵਾਸਤੇ ਲੱਭਣ ਵਾਸਤੇ ਇੱਕ ਲਾਈਟ ਦਾ ਇੱਕ ਪ੍ਰੋਪੋਰਸ਼ਨ, ਇੱਕ ਪ੍ਰੋਪਰ ਇੱਕ ਬੈਲੈਂਸ ਲਾਈਟ ਚਾਹੀਦੀ ਹੈ। ਸੋ ਵਟ ਆਈ ਥਿੰਕ ਕਿ ਪਲੈਨਟ ਦੀ ਆਪਣੀ એનર્ਜੀ ਦਾ बैलेंस ਸਾਡੇ अंदर एनर्जी ਨੂੰ बैलेंस करता है। एब्सोल्युटली। कि वो किस डिग्री पे है। एब्सोल्युटली राइट। सो फिर ये जो सन है, हमने कहा ये सोल है हमारी, ये हमारी लाइफ का, मैं फिर हिंदी बोल रही हूँ ये साडे जीवन का आधार है, कोई गल नहीं, ठीक है, और ये साडी जिंदगी का एक डीएनए ते वर्क करदा जाके, ठीक है। ਤੇ ਹੁਣ ਅਗਰ ਸਨ ਸਾਡਾ ਸਟਰੋਂਗ ਹੈ, ਸਾਨੂੰ ਕਿੱਦਾਂ ਪਤਾ ਲੱਗਦਾ ਹੈ? ਆਪਣੇ ਜ਼ੋਡੀਅਕ ਸਾਈਨ ਦੇ ਅੰਦਰ ਜਾ ਕੇ ਪਤਾ ਲੱਗਦਾ ਹੈ। ਬਿਲਕੁਲ ਉਹ ਪਤਾ ਲੱਗਦਾ ਹੈ ਤੇ ਨਾਲ ਉਹਦੇ ਵਿੱਚ ਕੁਝ ਤਾਂ ਤੁਸੀਂ ਕਰੈਕਟਰਿਸਟਿਕਸ ਆਬਜ਼ਰਵ ਕਰਦੇ ਹੋ ਉਸ ਆਦਮੀ ਦੀ। ਮਸਲਨ ਉਹ ਅਗਰ ਜਿਹਦਾ ਸਨ ਸਟਰੋਂਗ ਹੋਏਗਾ ਤੇ ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਏਗੀ, ਲਾਈਕ ਉਹ ਬੜਾ ਫੋਰਸਫੁਲ ਹੋਏਗਾ, ਪੋਜ਼ਿਟਿਵ ਹੋਏਗਾ, ਇਨਫਲੂਐਂਸ਼ੀਅਲ ਹੋਏਗਾ, ਅਥੋਰੀਟੇਟਿਵ ਹੋਏਗਾ ਤੇ ਗੁੱਡ ਅਪੀਅਰੈਂਸ ਹੋਗੀ ਉਹਦੀ, ਹੈਲਥ ਚੰਗੀ ਹੋਏਗੀ, ਹਾਇਰ ਐਜੂਕੇਸ਼ਨ ਹੋਏਗੀ ਉਹਦੇ ਕੋਲ, ਹਾਈ ਪੋਜੀਸ਼ਨ ਹੋਏਗੀ, ਗਵਰਨਮੈਂਟ ਪੋਜੀਸ਼ਨਸ ਮੋਸਟਲੀ ਜਿਹਨਾਂ ਲੋਕਾਂ ਕੋਲ ਹੁੰਦੀਆਂ ਨੇ ਉਹਨਾਂ ਦਾ ਸਨ ਮੋਸਟਲੀ ਬੜਾ ਸਟਰੋਂਗ ਹੁੰਦਾ। ਫਿਰ ਇਸੇ ਤਰ੍ਹਾਂ ਉਹਦੇ ਕੋਲ ਹਾਈਐਸਟ ਇੰਪਲੋਇਮੈਂਟ ਓਪਰਚੁਨਿਟੀਜ਼ ਹੋਣਗੀਆਂ, ਲੀਡਰਸ਼ਿਪ ਹੋਏਗੀ, ਗੁੱਡ ਸੋਸ਼ਲ ਸਟੇਟਸ ਹੋਏਗਾ, ਗੁੱਡ ਕੈਰੀਅਰ ਇਨ ਪੋਲਿਟਿਕਸ ਹੋਏਗੀ, ਫਿਰ ਇਸ ਤੋਂ ਇਲਾਵਾ ਕਾਈਂਡ ਹਾਰਟਿਡ ਹੋਏਗਾ, ਗੁੱਡ ਨੇਚਰ ਹੋਏਗੀ ਉਹਦੀ, ਤੇ ਇਸ ਤੋਂ ਇਲਾਵਾ ਰਿਸਪੌਂਸਿਬਲ ਹੋਏਗਾ, ਲਾਇਲ ਹੋਏਗਾ, ਠੀਕ ਹੈ, ਤੇ ਇਸ ਤੋਂ ਇਲਾਵਾ ਆਪਟਿਮਿਸਟਿਕ ਹੋਏਗਾ। ਸੋ ਸਾਰੇ ਗੁਣ ਜਿਹੜੇ ਇਨਸਾਨ ਦੇ ਹੈਗੇ ਨੇ, ਮੈਨੂੰ ਲੱਗਦਾ ਕਿ ਉਹ ਸਾਰੇ ਹੀ ਉਸ ਇਨਸਾਨ 'ਚ ਆ ਗਏ। ਔਰ ਆਪਾਂ ਦੇਖਦੇ ਹਾਂ ਜਦੋਂ ਆਪਾਂ ਪੁਰਾਣੇ ਰਾਜਾ ਨੂੰ ਦੇਖਦੇ ਹਾਂ, ਬੜੇ ਉਹਨਾਂ ਦੀ ਹਰ ਚੀਜ਼ ਅੱਛੀ ਹੁੰਦੀ ਹੈ, ਉਹਨਾਂ ਦੇ ਮਹਿਲ ਵੀ ਅੱਛੇ, ਉਹਨਾਂ ਦੀ ਸ਼ਕਲ ਵੀ ਅੱਛੀ, ਉਹਨਾਂ ਦੇ ਕੱਪੜੇ ਵੀ ਸੁੰਦਰ, ਉਹ ਗੱਲ ਵੀ ਬਹੁਤ ਬਿਹਤਰੀਨ ਕਰਦੇ, ਫਿਰ ਉਹਨਾਂ ਦੀ ਜੱਜਮੈਂਟ, ਫਿਰ ਉਹਨਾਂ ਨੇ ਆਪਣੀ ਪ੍ਰਜਾ ਨੂੰ ਦੇਖਣਾ, ਰਿਆਇਆ ਨੂੰ ਦੇਖਣਾ, ਉਹਨਾਂ ਇੱਕ ਫਾਦਰ ਵਾਂਗੂ ਬਿਹੇਵ ਕਰਨਾ। ਮੈਂ ਨਾ ਇੱਕ ਸੀਰੀਅਲ ਦੇਖ ਰਹੀ ਸੀ, ਟਰਕਿਸ਼ ਸੀਰੀਅਲ ਅਰਤਗੁਲ, ਔਰ ਸੁਲੇਮਾਨ ਸ਼ਾਹ ਉਹਦੇ ਫਾਦਰ ਨੇ, ਇੱਕ ਟਰਾਈਬ ਹੈ, ਕਾਈ ਟਰਾਈਬ ਹੈ, ਉਹ ਜਿਹੜੀ ਵੀ ਗੱਲ ਕਰਦੇ ਨੇ ਲੱਗਦਾ ਹੈ ਕਿ ਇਹ ਰਾਈਟ ਗੱਲ ਹੈ, ਇਹ ਸਹੀ ਗੱਲ ਹੈ। ਇਹਦਾ ਮਤਲਬ ਹੈ ਕਿ ਉਹਨਾਂ ਦਾ ਨਾ ਅੰਦਰ ਤੋਂ ਲੈ ਕੇ ਬਾਹਰ ਤੱਕ ਦਾ ਸਾਰਾ ਸਿਸਟਮ ਬੜੀ ਵੈਰੀ ਵੈਲ ਡਿਫਾਈਨਡ ਹੈ ਤੇ ਨਾਲ ਬੜੀ ਅੱਛੀ ਮੈਨੀਫੈਸਟੇਸ਼ਨ ਹੈ ਉਹਨਾਂ ਦੀ। ਯਾਨੀ ਕਿ ਜੋ ਉਹਨਾਂ ਦੇ ਦਿਲ ਦੇ ਅੰਦਰ ਹੈ ਉਹ ਨਜ਼ਰ ਆਂਦਾ ਉਹਨਾਂ ਦੀ ਪਰਸਨੈਲਿਟੀ ਦੇ ਅੰਦਰ ਇੱਕ ਰੌਣਕ ਹੈ, ਇੱਕ ਚਮਕ ਹੈ, ਉਹਨਾਂ ਦੀ ਜ਼ਬਾਨ 'ਚ ਇੱਕ ਤਾਕਤ ਹੈ, ਉਹਨਾਂ ਦੀ ਗੱਲ ਨੂੰ ਮੰਨਿਆ ਜਾਂਦਾ ਹੈ, ਉਹਨਾਂ ਨੂੰ ਲੋਕੀ ਫੋਲੋ ਕਰਦੇ ਨੇ। ਸੋ ਐਸੇ ਲੋਕ ਜਿਹੜੇ ਫੋਲੋ ਕਰਾ ਸਕਣ, ਜਿਹੜੇ ਲੀਡਰ ਬਣ ਸਕਣ, ਉਹਨਾਂ ਦਾ ਸਨ ਸਟਰੋਂਗ ਹੁੰਦਾ ਹੈ। ਐਬਸੋਲੂਟਲੀ, ਵੈਰੀ ਗੁੱਡ, ਬਹੁਤ ਅੱਛੇ। ਇਸ ਲਈ ਹੁਣ ਮੈਂ ਦੇਖ ਸਕਦੀ ਹਾਂ ਅਗਰ ਕੋਈ ਬੰਦਾ ਅਥੋਰੀਟੇਟਿਵ ਹੈ ਲੇਕਿਨ ਨਾਲ ਰਿਸਪੌਂਸਿਬਲ ਵੀ ਹੈ, ਆਪਟਿਮਿਸਟਿਕ ਵੀ ਹੈ, ਮਾਈਲਡ ਵੀ ਹੈ, ਔਰ ਪ੍ਰੋਟੈਕਟਿਵ ਵੀ ਹੈ, ਇਹ ਸਾਰੇ ਅਗਰ ਗੁਣ ਨੇ, ਡਿਗਨੀਫਾਈਡ ਹੈ, ਤਾਂ ਉਹਦੇ ਅੰਦਰ ਸੋਲਰ ਐਨਰਜੀ ਬਹੁਤ ਅੱਛੀ ਤਰ੍ਹਾਂ ਵਰਕ ਕਰਦੀ ਹੈ। ਲਾਈਕ ਉਹਦੇ ਵਿੱਚ ਲੀਡਰਸ਼ਿਪ ਕੁਆਲਿਟੀਜ਼ ਹੋਣਗੀਆਂ। ਤੁਸੀਂ ਇਹ ਦੇਖੋ ਕਿ ਮੋਸਟਲੀ ਜਿਹੜੇ ਆਰਮੀ ਹੁੰਦੇ ਨੇ ਇਹਦੇ ਵਿੱਚ ਜਿਹੜੇ ਕਮਾਂਡਰਸ ਹੁੰਦੇ ਨੇ ਜਾਂ ਜਿਹੜੇ ਚੀਫ ਆਰਮੀ ਸਟਾਫ ਹੁੰਦਾ ਜਿਹੜਾ, ਠੀਕ ਹੈ, ਉਹਦਾ ਯਾਨੀ ਕਿ ਉਹ ਡਰਦੇ ਹੀ ਨਹੀਂ, ਉਹ ਸਨ ਬੜਾ ਸਟਰੋਂਗ ਹੁੰਦਾ ਉਹਨਾਂ ਦਾ, ਲੋਕਾਂ ਦਾ, ਕਿਉਂਕਿ ਉਹਨਾਂ ਦੀ ਇੱਕ ਅਥੋਰੀਟੇਟਿਵ ਪੋਜੀਸ਼ਨ ਹੁੰਦੀ ਹੈ, ਲੀਡਰਸ਼ਿਪ ਸਕਿੱਲਸ ਹੁੰਦੀਆਂ ਉਹਨਾਂ ਵਿੱਚ, ਤੇ ਨਾਲ ਇੱਕ ਪ੍ਰੋਟੈਕਸ਼ਨ ਵੀ ਹੁੰਦੀ ਹੈ, ਇੱਕ ਪ੍ਰੋਟੈਕਟਿਵ ਇੰਸਟਰੂਮੈਂਟ ਦੇ ਤੌਰ ਤੇ ਉਹ ਐਕਟ ਕਰਦੇ ਨੇ ਕਿਸੇ ਵੀ ਆਰਮੀ ਵਿੱਚ, ਠੀਕ ਹੈ ਨਾ, ਤੇ ਇਸ ਤਰੀਕੇ ਨਾਲ ਸਾਰਾ ਸਿਸਟਮ ਬਣਦਾ। ਅੱਛਾ, ਕਮਾਲ ਦੀ ਗੱਲ ਹੈ ਕਿ ਅਸੀਂ ਸੋਚ ਨਹੀਂ ਸਕਦੇ, ਕਿਉਂਕਿ ਦਿਮਾਗ ਹੈ ਨਾ ਆਪਣਾ, ਦਿਮਾਗ ਲੌਜਿਕ ਲੱਭਦਾ ਹੈ, ਦਿਮਾਗ
ਉਹ ਚੀਜ਼ ਨੂੰ ਮੰਨਦਾ ਹੈ ਜਿਹੜਾ ਅੱਖਾਂ ਨਾਲ ਦੇਖਦਾ ਹੈ। ਹੁਣ ਲੱਗਦਾ ਕਿ ਵੀ ਸਨ ਤਾਂ ਇੱਕ ਅੱਗ ਦਾ ਗੋਲਾ ਹੈ, ਉਹ ਮੇਰੇ ਅੰਦਰ ਇਹ ਕੁਆਲਿਟੀ ਕਿੱਦਾਂ ਪੈਦਾ ਕਰੇਗਾ। ਪਰ ਹੁਣ ਮੈਨੂੰ ਗੱਲ ਅੰਡਰਸਟੈਂਡ ਹੁੰਦੀ ਹੈ, ਮੰਨ ਲਓ ਪਾਣੀ ਹੈ, ਪਾਣੀ ਦੇ ਅੰਦਰ ਆਪਾਂ ਲਾਲ ਰੰਗ ਪਾ ਦਿੱਤਾ, ਪਾਣੀ ਲਾਲ ਹੋ ਜਾਂਦਾ ਹੈ, ਹਰਾ ਪਾਤਾ ਹਰਾ ਹੋ ਜਾਂਦਾ ਹੈ, ਉਹ 'ਚ ਲੂਣ ਪਾਤਾ ਲੂਣਾ ਹੋ ਜਾਏਗਾ, ਮਿੱਠਾ ਪਾਤਾ ਖੱਟਾ ਪਾਤਾ ਸ਼ਿਕੰਜਵੀ ਬਣ ਜਾਏਗੀ। ਪਾਣੀ ਤਾਂ ਪਾਣੀ ਹੈ, ਲੇਕਿਨ ਡਿਫਰੈਂਟ ਐਨਰਜੀਜ਼ ਜਦੋਂ ਅਸੀਂ ਉਹਦੇ 'ਚ ਇੰਡਿਊਸ ਕਰਦੇ ਹਾਂ, ਲਿਕੁਇਡ ਹੈ ਜਾਂ ਸੋਲਿਡ ਹੈ, ਤੇ ਉਹ ਪਾਣੀ ਦਾ ਕਲਰ, ਉਹਦਾ ਟੇਸਟ, ਉਹਦੀ ਸਮੈਲ ਸਭ ਚੇਂਜ ਹੋ ਸਕਦੀ ਹੈ। ਠੀਕ ਹੈ, ਔਰ ਇਵਨ ਤੇਲ ਪਾ ਦੋ, ਤੇਲ ਮਿਕਸ ਹੀ ਨਹੀਂ ਹੁੰਦਾ ਉਹਦੇ ਅੰਦਰ। ਠੀਕ ਹੈ, ਸੋ ਸੇਮ ਵੇ ਇਹ ਜਿਹੜੀ ਬੋਡੀ ਪਾਣੀ ਵਾਂਗੂ ਇਹ ਜਿਹੜੀ એનર્ਜੀ ਨੂੰ ਐਬਜ਼ੌਰਬ ਕਰਦੀ ਹੈ। ਔਰ ਤੁਸੀਂ ਲਾਸਟ ਟਾਈਮ ਬਤਾਇਆ ਕਿ ਇਹ ਆਸਟਰੋ ਸਾਈਕੋਲੋਜੀ ਹੈ, ਮੀਨਸ ਯਾਨੀ ਕਿ ਇਹ ਜਿਹੜੀ એનર્ਜੀਜ਼ ਤੁਹਾਡਾ ਬ੍ਰੇਨ ਰਿਸੀਵ ਕਰ ਰਿਹਾ, ਠੀਕ ਹੈ, ਇਹ ਫਿਰ ਉਹਦੇ ਹਿਸਾਬ ਨਾਲ ਫਿਰ ਅੱਗੇ ਐਕਸ਼ਨ ਕਰਦਾ। ਠੀਕ ਹੈ, ਫਿਰ ਉਹ ਐਕਸ਼ਨ ਫਿਰ ਅੱਗੇ ਤੁਹਾਡੀ ਹੈਬਿਟਸ ਬਣ ਜਾਂਦੀਆਂ ਨੇ। ਠੀਕ ਹੈ, ਯਾਨੀ ਕਹਿਣ ਦਾ ਮਕਸਦ ਹੈ ਕਿ ਤੁਹਾਡਾ ਜਿਹੜਾ ਦਿਮਾਗ ਹੈ ਜਾਂ ਬ੍ਰੇਨ ਹੈ ਉਹ ਇੱਕ ਰਿਸੀਵਰ ਹੈ, ਉਹ ਇਹਨਾਂ એનર્ਜੀਜ਼ ਨੂੰ ਰਿਸੀਵ ਕਰਦਾ ਤੇ ਫਿਰ ਤੁਸੀਂ ਉਹਦੇ ਮੁਤਾਬਿਕ ਬਿਹੇਵ ਕਰਦੇ ਹੋ। ਤੁਹਾਡਾ ਬਿਹੇਵੀਅਰਲ ਜਿਹੜੇ ਪੈਟਰਨਸ ਨੇ ਉਹ ਉਹਦੇ ਮੁਤਾਬਿਕ ਫਿਰ ਰਿਪਰੈਜ਼ੈਂਟ ਹੁੰਦੇ ਨੇ। ਸੋ ਸਾਡਾ ਸਬਕੌਂਸ਼ੀਅਸ ਮਾਈਂਡ, ਸਾਡਾ ਬਿਹੇਵੀਅਰ, ਸਾਡੀ ਬੋਲਬਾਣੀ, ਸਾਡੇ ਪੈਟਰਨ ਆਰ ਕੰਟਰੋਲਡ ਬਾਈ the energies, right? Exactly. Right. ਸਾਨੂੰ ਲੱਗਦਾ, ਆਪਾਂ ਨੂੰ ਲੱਗਦਾ ਕਿ ਬੰਦਾ ਇੰਨਾ ਕੋੜਾ ਕਿਉਂ ਬੋਲਦਾ ਹੈ। ਮੈਂ ਕਈ ਵਾਰੀ ਬੜੀ ਕੋਸ਼ਿਸ਼ ਕਰਕੇ ਦੇਖ ਲਈ ਆਪਣੀ ਫੈਮਿਲੀ ਦੇ ਅੰਦਰ ਕਿ ਉਹਨਾਂ ਨੇ ਬੋਲਣਾ ਹੈ ਤਾਂ ਇਸ ਤਰ੍ਹਾਂ ਬੋਲਣਾ ਹੈ ਨਾ ਕਿ ਮਤਲਬ ਤੁਸੀਂ ਰੋਣ ਲੱਗ ਜਾਣਾ ਹੈ। ਤਾਂ ਮੇਰੀ ਮੰਮੀ ਦਾ ਉਹ ਵਰਡ ਮੈਨੂੰ ਯਾਦ ਆਉਂਦਾ ਹੈ ਕਿ ਬਈ ਮੇਰੇ ਮਤਲਬ ਚਾਚਾ ਜੀ ਨੂੰ ਮਜ਼ਾਕ ਕਰਦੇ ਹੁੰਦੇ ਸੀ, ਕਹਿੰਦੇ ਵੀ ਤੂੰ ਬੋਲਦਾ ਘੱਟ ਹੈ ਤੇ ਤੀਰ ਜ਼ਿਆਦਾ ਮਾਰਦਾ। ਆਫਟਰ ਆਲ ਉਹ ਕਿਹੜੀ ਜ਼ਬਾਨ ਹੈ ਕਿ ਉਹਨਾਂ ਨੇ ਤੰਜ਼ ਦੇ ਨਾਲ, ਉਹਨਾਂ ਨੇ ਤਾਨਾ ਮਾਰ ਕੇ ਗੱਲ ਕਰਨੀ ਕਿ ਦੂਜੇ ਨੂੰ ਤਕਲੀਫ ਹੋਣੀ ਹੈ। ਲੇਕਿਨ ਮੇਰੇ ਤਾਇਆ ਜੀ ਬੋਲਦੇ ਸੀ, ਉਹਨਾਂ ਨੇ ਬੱਚੂ, ਬੇਟਾ, ਪੁੱਤਰ ਕਹਿਣਾ ਤਾਂ ਉੱਦਾਂ ਹੀ ਮਤਲਬ ਲਾਈਕ ਦੋਨੋਂ ਇੱਕ ਸੇਮ ਘਰ 'ਚ ਪਲੇ ਨੇ। ਸੋ ਐਨਰਜੀਜ਼ ਆਰ ਆਪਰੇਟਿੰਗ ਬਿਹਾਈਂਡ ਦਾ ਸੀਨ ਐਂਡ ਵੀ ਸੀ ਦਾ ਸੀਨ। ਬਿਲਕੁਲ, ਉਹ ਬਿਹੇਵੀਅਰਲ ਪੈਟਰਨਸ ਜਿਹੜੇ ਆਉਂਦੇ ਨੇ ਉਹ ਐਨਰਜੀਜ਼ ਇਹਦੇ ਪਿੱਛੇ ਐਕਟੀਵੇਟ ਹੁੰਦੀਆਂ ਨੇ। ਫਿਰ ਆਪਾਂ ਇਹ ਕਹਿੰਦੇ ਆ ਮੇਰੇ ਨਾਲ ਇਹ ਮਾੜਾ ਹੋਇਆ, ਇਹ ਮਾੜਾ ਹੋਇਆ, ਇੱਦਾਂ ਨਹੀਂ ਹੋਣਾ ਚਾਹੀਦਾ। ਇਟ ਮੀਨਸ ਕਿ ਪਿੱਛੋਂ ਸਿਗਨਲ ਆਏ, ਥਾਟ ਬਣੇ, ਡਾਇਲੋਗ ਬਣੇ, ਐਕਸ਼ਨ ਬਣੇ, ਹੈਬਿਟ ਬਣੇ, ਕੈਰੈਕਟਰ ਬਣੇ ਔਰ ਡੈਸਟੀਨੀ ਬਣੇ। ਐਬਸੋਲੂਟਲੀ ਰਾਈਟ। ਪਰ ਆਪਾਂ ਉਹ ਸਾਰੀ ਜਿਹੜੀ ਇੱਕ ਚੇਨ ਹੈ ਪਿੱਛੇ ਦੀ, ਆਪਾਂ ਉਹਨੂੰ ਨਹੀਂ ਦੇਖ ਪਾਉਂਦੇ। ਆਪਾਂ ਇਹ ਕਹਿੰਦੇ ਮੇਰੇ ਨਾਲ ਦਾ ਕਿਉਂ ਹੋਇਆ। ਸੋ ਇਹਦਾ ਮਤਲਬ ਹੈ ਕਿ ਜਿਹੜੀ ਤੁਸੀਂ ਇਹ ਨਾੜੀ ਜੋਤਿਸ਼ ਔਰ KP ਐਸਟਰੋਲੋਜੀ ਹੈ, ਸਾਈਕੋ ਐਸਟਰੋਲੋਜੀ ਹੈ, ਇਹਦਾ ਮਤਲਬ ਕਿ ਅਗਰ ਅਸੀਂ ਅੰਡਰਸਟੈਂਡ ਕਰ ਲਈਏ ਦਾ ਪੈਟਰਨ ਆਫ ਐਨਰਜੀਜ਼, ਡਾਇਗਨੋਸਿਸ ਹੋ ਜਾਏ ਤਾਂ ਆਈ ਥਿੰਕ ਵੀ ਕੈਨ ਵਰਕ ਔਨ ਦੈਟ। ਲਾਈਕ ਪਲੈਨੇਟਰੀ એનર્ਜੀਜ਼ ਨੇ ਜਿਹੜਾ ਤੁਹਾਡਾ ਬ੍ਰੇਨ ਹੈ ਉਹ ਰਿਸੀਵ ਕਰਦਾ, ਅਗਰ ਉਹ ਠੀਕ ਤਰੀਕੇ ਤੇ ਰਿਸੀਵ ਨਹੀਂ ਕਰੇਗਾ ਤੇ ਤੁਹਾਡੇ ਜਿਹੜੇ ਬਿਹੇਵੀਅਰਲ ਪੈਟਰਨਸ ਹੋਏਗਾ ਉਹ ਵੀ ਡਿਫਰੈਂਸ ਉਹਦੇ ਵਿੱਚ ਆਏਗੀ। ਠੀਕ ਹੈ ਨਾ, ਤੇ ਅਗਰ ਉਹਨੂੰ ਤੁਸੀਂ ਕਰੈਕਟ ਕਰਨਾ ਤੇ ਫਿਰ ਉਹਦੀ ਰੈਮੇਡੀਜ਼ ਹੁੰਦੀਆਂ ਨੇ। ਠੀਕ ਹੈ ਨਾ, ਲਾਈਕ ਇਸ ਦੁਨੀਆ 'ਚ ਅਗਰ ਕੋਈ ਚੀਜ਼ ਹੈ ਔਰ ਅਗਰ ਉਹਦੇ 'ਚ ਪ੍ਰੋਬਲਮ ਹੈ ਤੇ ਪ੍ਰੋਬਲਮ ਦਾ ਸੋਲੂਸ਼ਨ ਵੀ ਹੈ, ਸੋਲੂਸ਼ਨ ਵੀ ਨਾਲ। ਠੀਕ ਹੈ ਨਾ, ਬਿਲਕੁਲ। ਤੇ ਐਸੇ ਤਰ੍ਹਾਂ ਇਹ ਜਿਹੜੇ ਪਲੈਨਟਸ ਨੇ ਇਹਨਾਂ ਦੀ ਡਿਗਰੀ ਤੇ ਡਿਪੈਂਡ ਕਰਦਾ ਉਹ ਆਪਣੇ ਬੈਟਰ ਰਿਜ਼ਲਟਸ ਕਦੋਂ ਦੇਣਗੇ। ਠੀਕ ਹੈ, ਅਗਰ ਉਹਨਾਂ ਦੀ ਡਿਗਰੀ ਠੀਕ ਨਹੀਂ ਤੇ ਫਿਰ ਉਹਨਾਂ ਵਿੱਚ ਥੋੜੀ ਜੀ ਪ੍ਰੋਬਲਮ ਆ ਸਕਦੀ ਹੈ ਤੇ ਉਹਨੂੰ ਰਿਜ਼ੋਲਵ ਕਰਨ ਵਾਸਤੇ ਫਿਰ ਰੈਮੇਡੀਜ਼ ਨੇ। ਫਿਰ ਉਹ ਰੈਮੇਡੀਜ਼ ਤੁਸੀਂ ਕਰਦੇ ਹੋ ਤੇ ਫਿਰ ਉਹਨਾਂ ਦੀ એનર્ਜੀ ਜਿਹੜੀ ਹੈ ਉਹ ਤੁਹਾਡੀ ਬੋਡੀ 'ਚ ਬੈਲੈਂਸ ਹੋ ਜਾਂਦੀ ਹੈ। ਅੱਛਾ, ਅਸੀਂ ਥੋੜਾ ਜਿਹਾ ਪਾਸੇ ਚਲੇ ਗਏ, ਵਾਪਸ ਸਨ ਤੇ ਆਨੇ ਆ। ਸੋ ਸਨ ਅਗਰ ਆਪਣੇ ਬੋਡੀ ਦੇ ਅੰਦਰ ਗੁੱਡ ਬੈਲੈਂਸਡ એનર્ਜੀ ਹੈ ਤਾਂ ਅਸੀਂ ਪਰਸਨੈਲਿਟੀ ਸਾਡੀ ਬੜੀ ਚਮਕਦਾਰ, ਬੜੀ ਸ਼ਾਨਦਾਰ, ਬੜੀ ਰਾਇਲ, ਬੜੀ ਕਾइंड, ਬੜੀ ਕੌਨਫੀਡੈਂਟ ਔਰ ਬੜਾ ਧਾਰਮਿਕ ਹੈ ਨਾ ਕਿ ਜੱਜ ਕਰਨਾ ਗਲਤ ਨਾ ਹੋ ਜਾਏ ਵਗੈਰਾ ਵਗੈਰਾ ਹੋਈਏ। ਲੇਕਿਨ ਅਗਰ ਡਾਊਨ ਹੋਏ ਤਾਂ ਫਿਰ ਇਹਦੇ ਨਾਲ ਕੋਈ ਨੈਗੇਟਿਵ ਅਸਰ ਆਣਗੇ। ਦੇਖੋ ਜੀ, ਪਹਿਲੇ ਤਾਂ ਮੈਂ ਐਕਸਪਲੇਨ ਕਰਨਾ ਚਾਹਨਾ ਵਾਂ ਕਿ ਸਨ ਜਿਹੜਾ ਤੁਹਾਡੀ ਬੋਡੀ ਤੇ ਕਿਸ ਤਰ੍ਹਾਂ ਅਸਰ ਅੰਦਾਜ਼ ਹੁੰਦਾ ਤੇ ਕਿਹੜੇ ਤੁਹਾਡੇ ਬੋਡੀ ਪਾਰਟਸ ਨੇ ਜਿਹਦੇ ਤੇ ਉਹ ਅਫੈਕਟ ਕਰਦਾ। ਅੱਛਾ, ਬਿਲਕੁਲ, ਠੀਕ ਹੈ, ਬਹੁਤ ਅੱਛੀ ਗੱਲ ਹੈ। ਲਾਈਕ ਇਹ ਅਫੈਕਟ ਕਰਦਾ ਤੁਹਾਡੇ ਹੈਡ ਦੇ ਉੱਤੇ। ਠੀਕ ਹੈ, ਫਿਰ ਬੋਨ ਸਟਰਕਚਰ ਜੀ ਉਹਦੇ ਵਿੱਚ, ਫਿਰ ਇਸ ਤੋਂ ਇਲਾਵਾ ਬਲੱਡ ਹੋ ਗਿਆ ਤੁਹਾਡਾ। ਠੀਕ ਹੈ, ਫਿਰ ਜਿਹੜੀ ਬਾਇਲ ਹੁੰਦੀ ਹੈ ਜਿਹੜੀ ਲਿਵਰ ਪ੍ਰੋਡਿਊਸ ਕਰਦਾ ਉਹ, ਫਿਰ ਤੁਹਾਡਾ ਡਾਈਜੈਸ਼ਨ ਸਿਸਟਮ ਜਿਹੜਾ, ਫਿਰ ਵਾਇਸ ਆਰਗਨਸ ਜਿੰਨੇ ਨੇ ਤੁਹਾਡੇ। ਠੀਕ ਹੈ, ਲਾਈਕ ਥਰੋਟ ਔਰ ਜਿਹੜਾ ਵੋਕਲ ਕਾਰਡਸ ਹੁੰਦੇ ਨੇ ਤੁਹਾਡੇ ਉਹਨੂੰ ਇਹ ਕੰਟਰੋਲ ਕਰਦਾ। ਫਿਰ ਹਾਰਟ ਸਭ ਤੋਂ ਇੰਪੋਰਟੈਂਟ ਚੀਜ਼, ਉਹਨੂੰ ਕੰਟਰੋਲ ਤੁਹਾਡਾ ਸਨ ਕਰ ਰਿਹਾ। ਠੀਕ ਹੈ, ਫਿਰ ਇਸ ਤੋਂ ਇਲਾਵਾ ਜਿਹੜੀ ਰਾਈਟ ਆਈ ਹੈਗੀ ਹੈ, ਰਾਈਟ ਆਈ ਫॉर ਮੇਲਸ, ਅੱਛਾ, ਉਹਨੂੰ ਗਵਰਨ ਕਰਦਾ ਸਨ। ਤੇ ਲੈਫਟ ਆਈ ਜਿਹੜੀ ਇਨ ਫੀਮੇਲਸ ਉਹਨੂੰ ਸਨ ਗਵਰਨ ਕਰਦਾ। ਕਮਾਲ ਹੋ ਗਈ ਹੈ। ਮਤਲਬ
ਇੰਨਾ ਬਰੀਕ ਇਨਫੋਰਮੇਸ਼ਨ ਹੁਣ ਦੱਸੋ, ਇਹ ਇੰਨੀ ਸਪੈਸੀਫਿਕ ਇਨਫੋਰਮੇਸ਼ਨ ਹੈ, ਇਹ ਕੋਈ ਆਪਣੀ ਇਮੇਜਿਨੇਸ਼ਨ ਨਾਲ ਥੋੜਾ ਹੀ ਦੇ ਦੇਗਾ। ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਤੇ ਇਹ ਸਨ ਦਾ ਰੋਲ ਹੈ, ਇਹ ਇਹਨਾਂ ਬੋਡੀ ਪਾਰਟਸ ਨੂੰ ਇਹ ਗਵਰਨ ਕਰਦਾ ਤੇ ਇਹਨਾਂ ਨੂੰ એનર્ਜੀਜ਼ ਦਿੰਦਾ, ਤੇ ਫਿਰ ਉਹ ਜਿਹੜੇ ਬੋਡੀ ਪਾਰਟਸ ਨੇ ਫਿਰ ਉਹਦੇ ਮੁਤਾਬਿਕ ਯਾਨੀ ਕਿ ਫਿਰ ਉਹ ਰਿਐਕਟ ਕਰਦੇ ਨੇ। ਹੁਣ ਤੁਸੀਂ ਦੇਖੋ ਕਿ ਅਗਰ ਕੋਈ ਐਸਾ ਬੰਦਾ ਜਿਹਦੇ ਵਿੱਚ ਸਨ ਅੱਛਾ ਨਹੀਂ ਉਹਦਾ, ਜਾਂ ਥੋੜਾ ਖਰਾਬ ਕਹਿ ਲਓ, ਜਾਂ ਮੈਲੀਫਿਕ ਉਹਦੇ ਰਿਜ਼ਲਟਸ ਨੇ ਉਹਦੇ ਵਿੱਚ, ਤੇ ਉਹ ਇਨਸਾਨ ਇੰਨਾ ਜ਼ਿਆਦਾ એનર્ਜੈਟਿਕ ਨਹੀਂ ਹੋਏਗਾ, ਉਹ ਬੜਾ ਲੋ ਫੀਲ ਕਰੇਗਾ, ਬੜਾ ਲੇਜ਼ੀ ਹੋ ਸਕਦਾ ਉਹ ਇਸ ਮਾਮਲੇ 'ਚ, ਠੀਕ ਹੈ। ਉਹਦੇ ਵਿੱਚ ਜਿਹੜਾ ਇੱਕ એનર્ਜੀ ਲੈਵਲ ਹੋਏਗਾ, ਇੱਕ ਜਿਹੜਾ ਇੰਥੂਸੀਆਜ਼ਮ ਹੋਏਗਾ ਉਹ ਘੱਟ ਹੋਏਗਾ, ਠੀਕ ਹੈ। ਲਾਈਕ ਮੈਂ ਹੁਣ ਤੁਹਾਨੂੰ ਦੱਸਾਂ, ਅਗਰ ਤੁਹਾਡਾ ਸਨ ਵੀਕ ਹੈ, ਠੀਕ ਹੈ, ਤੇ ਉਹਦੇ ਵਿੱਚੋਂ ਜਿਹੜੀ ਪ੍ਰੋਬਲਮਸ ਆ ਸਕਦੀਆਂ ਨੇ, ਤੁਹਾਡੀ ਵੀਕ ਆਈਸਾਈਟ ਵੀ ਹੋ ਸਕਦੀ ਹੈ। ਅੱਛਾ, ਆਈਸਾਈਟ ਵੀਕ ਹੋ ਸਕਦੀ ਹੈ, ਆਈਸਾਈਟ ਵੀਕ ਹੋ ਜਾਏਗੀ, ਠੀਕ ਹੈ। ਮਸਲਨ ਤੁਸੀਂ ਦੇਖੇ ਹੋਏਗੇ ਕੁਝ ਬੱਚੇ ਉਹ ਪੈਦਾ ਹੋਣ ਦੇ ਨਾਲ ਹੀ ਕੁਝ ਅਰਸਾ ਬਾਅਦ ਉਹਨਾਂ ਨੂੰ ਸਹੀ ਨਜ਼ਰ ਨਹੀਂ ਆਉਂਦਾ, ਉਹਨਾਂ ਦੀ ਆਈਸਾਈਟ ਵੀਕ ਹੁੰਦੀ ਹੈ, ਨੰਬਰ ਵੱਡਾ ਹੁੰਦਾ ਹੈ। ਸਭ ਤੋਂ ਵੱਡੀ ਰੀਜ਼ਨ ਹੋ ਸਕਦੀ ਹੈ ਕਿ ਉਹਦਾ ਸਨ ਖਰਾਬ, ਸੋਲਰ એનર્ਜੀ ਡਾਊਨ ਹੈ, ਸੋਲਰ એનર્ਜੀ ਡਾਊਨ ਕਹਿ ਸਕਦੇ ਹੋ ਤੁਸੀਂ, ਠੀਕ ਹੈ। ਫਿਰ ਹੈਡੇਕਸ ਰਹਿੰਦੀਆਂ ਨੇ ਇਸ ਤਰ੍ਹਾਂ ਦੇ ਬੰਦਿਆਂ ਨੂੰ, ਠੀਕ ਹੈ। ਫਿਰ ਡਾਈਜੈਸਟਿਵ ਡਿਸਆਰਡਰਸ ਹੋ ਸਕਦੇ ਨੇ, ਇਸ ਤੋਂ ਇਲਾਵਾ ਲਾਈਕ ਹਾਰਟ ਟਰਬਲ ਆ ਸਕਦੀ ਹੈ, ਡੈਂਟਲ ਪ੍ਰੋਬਲਮਸ ਆ ਸਕਦੀਆਂ ਨੇ, ਬੋਨ ਫ੍ਰੈਕਚਰਸ ਈਜ਼ੀਲੀ ਹੋ ਸਕਦੀ ਹੈ, ਫਿਰ ਬਲੱਡ ਪ੍ਰੈਸ਼ਰ ਦੀ ਇਸ਼ੂਜ਼ ਆਣਗੇ, ਬਾਲਡਨੈਸ ਆ ਜਾਏਗੀ, ਫਿਰ ਇਸ ਤੋਂ ਇਲਾਵਾ ਵੀਕ ਇਮਿਊਨ ਸਿਸਟਮ ਆਏਗਾ, ਤੇ ਲਾਈਕ ਇਹ ਸਾਰੇ ਪ੍ਰੋਬਲਮਸ ਤੇ ਜਿਹੜੀ ਵੀਕਨੈਸਿਸ ਹੈਗੀਆਂ ਨੇ ਇਹ ਸਨ ਦੇ ਵੀਕ ਹੋਣ ਦੀ ਵਜ੍ਹਾ ਨਾਲ ਮੈਨੀਫੈਸਟ ਹੁੰਦੀਆਂ ਤੁਹਾਡੀ ਬਾਡੀ 'ਚ। ਵਾਹ ਵਾਹ, ਦੇਖੋ ਤੁਸੀਂ ਕਿ ਕਿੰਨੀ ਇੰਪੋਰਟੈਂਟ ਡਾਇਗਨੋਸਿਸ ਹੈ, ਔਰ ਇਹ ਕਿੰਨੀ ਪੁਰਾਣੀ ਪੜ੍ਹਾਈ, ਕਿੰਨੇ ਵੱਡੇ ਵੱਡੇ ਗ੍ਰੰਥ, ਔਰ ਇਹ ਇੰਨੇ ਬੰਦ ਪਏ ਨੇ। ਔਰ ਹੁੰਦਾ ਪਤਾ ਕੀ ਹੈ ਕਿ ਸਾਇੰਸ ਤਾਂ ਬੜੀ ਡਿਵੈਲਪ ਹੋਏਗੀ ਆਫ ਕੋਰਸ, ਪਰ ਜਿਹੜੇ ਇੰਟਰਪ੍ਰੀਟੇਸ਼ਨ ਹੁੰਦੀ ਹੈ, ਜਿਹੜੇ ਕਈ ਵਾਰੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਦੇ ਵਿੱਚ ਕੋਈ ਕਮੀ ਰਹਿ ਜਾਏ ਤਾਂ ਅਸੀਂ ਪੂਰੀ ਸਾਇੰਸ ਤੇ ਕਾਂਟਾ ਮਾਰ ਦਿੰਦੇ ਹਾਂ ਜੀ, ਹੈ ਨਾ। ਇਹ ਬਹੁਤ ਹੀ ਇਮੈਚੁਰ ਮੈਂ ਸੋਚਾਂਗੀ ਬਿਹੇਵੀਅਰ ਹੈ। ਜਦੋਂ ਤੱਕ ਅਸੀਂ ਇਸ ਚੀਜ਼ ਦੀ ਰਿਸਰਚ ਨਹੀਂ ਕਰਦੇ, ਖੋਜ ਨਹੀਂ ਕਰਦੇ, ਔਰ ਉਹਨਾਂ ਨੂੰ ਡਿਫਰੈਂਟ ਸੋਰਸਿਸ ਦੇ ਨਾਲ ਕੰਪੇਅਰ ਨਹੀਂ ਕਰਦੇ, ਹੈ ਨਾ, ਉਦੋਂ ਤੱਕ ਆਪਾਂ ਨੂੰ ਕਿਸੇ ਚੀਜ਼ ਦਾ ਡਿਸੀਜਨ ਨਹੀਂ ਲੈਣਾ ਚਾਹੀਦਾ। ਬਿਲਕੁਲ ਇਸੇ ਤਰ੍ਹਾਂ। ਔਰ ਜਿੰਨਾ ਡਿਟੇਲ ਤੁਸੀਂ ਦੱਸ ਰਹੇ ਹੋ, ਇਹ ਹੁਣ ਕੋਈ ਇਮੇਜਿਨੇਸ਼ਨ ਦੀ ਗੱਲ ਥੋੜਾ ਹੀ ਹੈ, ਨਹੀਂ, ਇਹ ਬਿਲਕੁਲ ਪੂਰੀ ਰਿਸਰਚ ਹੈ ਤੇ ਪੂਰਾ ਨੌਲੇਜ ਹੈ ਇਹਦੇ ਪਿੱਛੇ, ਠੀਕ ਹੈ ਨਾ। ਮੈਂ ਇੱਕ ਹਮੇਸ਼ਾ ਗੱਲ ਕਹਿਣਾ ਵਾ ਕਿ ਰੱਬ ਨੇ ਇਸ ਦੁਨੀਆ ਵਿੱਚ ਜਿਹੜੀ ਵੀ ਚੀਜ਼ ਪੈਦਾ ਕੀਤੀ ਹੈ ਨਾ, ਉਹ ਬੇਮਕਸਦ ਨਹੀਂ ਪੈਦਾ ਕੀਤੀ, ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਹੈ, ਠੀਕ ਹੈ ਨਾ। ਯਾਨੀ ਕਿ ਮੇਰਾ ਮਤਲਬ ਹੈ, ਅਗਰ ਪਾਣੀ ਹੈ ਦੁਨੀਆ ਵਿੱਚ, ਉਹਦਾ ਮਕਸਦ ਕੀ ਹੈ? ਉਹ ਤੁਹਾਨੂੰ ਹਾਈਡਰੇਟ ਰੱਖਦਾ, ਠੀਕ ਹੈ। ਫਿਰ ਪਾਣੀ ਲਾਈਫ ਵੀ ਹੈ, ਠੀਕ ਹੈ ਨਾ। ਐਸੇ ਤਰ੍ਹਾਂ ਹੀ ਕੋਈ ਵੀ ਤੁਸੀਂ ਛੋਟੀ ਜਿਹੀ ਛੋਟੀ ਚੀਜ਼ ਲੈ ਲਓ, ਤੁਸੀਂ ਪਰੇਸ਼ਾਨ ਹੋ ਜਾਓਗੇ ਕਿ ਰੱਬ ਨੇ ਕੋਈ ਵੀ ਚੀਜ਼ ਬੇਕਾਰ ਪੈਦਾ ਨਹੀਂ ਕੀ ਇਸ ਦੁਨੀਆ 'ਚ, ਹਰ ਚੀਜ਼ ਦਾ ਕੋਈ ਨਾ ਕੋਈ ਫਾਇਦਾ। ਮੈਂ ਬੜੇ ਇੱਕ ਮਜ਼ੇਦਾਰ ਗੱਲ ਹੈ, ਬੜੀ ਹਾਸੇ ਦੀ ਗੱਲ ਹੈ। ਮੈਂ ਪਿੱਛੇ ਵੈਨਕੂਵਰ ਗਈ ਸੀਗੀ ਤੇ ਵਿਕਟੋਰੀਆ ਗਈ ਬੁਚਰ ਗਾਰਡਨ ਦੇਖਣ। ਉੱਥੇ ਨਾ ਸ਼ਹਿਦ ਦੀਆਂ ਮੱਖੀਆਂ ਬਹੁਤ ਜ਼ਿਆਦਾ ਸੀਗੀਆਂ, ਤਾਂ ਮੈਂ ਇੱਕਦਮ ਮੇਰੇ ਮੂੰਹ ਚੋਂ ਨਿਕਲਿਆ, ਮੈਂ ਕਿਹਾ ਇੰਨੀਆਂ ਡੰਗ ਮਾਰਦੀਆਂ, ਰੱਬ ਨੇ ਇਹਨਾਂ ਤੋਂ ਕੀ ਕਰਾਉਣਾ ਸੀਗਾ। ਤਾਂ ਮੈਨੂੰ ਪਤਾ ਲੱਗਿਆ ਕਿ ਸਾਰੀ ਸਾਡੀ ਜਿਹੜੀ ਫੂਡ ਦੀ ਚੇਨ ਹੈ ਉਹ ਉਹਨਾਂ ਕਰਕੇ ਹੈ। ਤੁਸੀਂ ਦੇਖੋ ਇਹਨਾਂ ਦਾ ਬੜਾ ਰੋਲ ਹੈ ਪੋਲੀਨੇਸ਼ਨ ਕਰਾਉਣ ਦਾ। ਅਗਰ ਇਹ ਨਾ ਹੋਏ, ਪੋਲੀਨੇਸ਼ਨ ਹੀ ਨਾ ਹੋਏ, ਠੀਕ ਹੈ, ਤੇ ਫਿਰ ਮੇਰਾ ਮਤਲਬ ਹੈ ਕਿ ਅਗਰ ਇਹ ਧਰਤੀ ਚੱਲ ਰਹੀ ਹੈ, ਇਹਦੇ ਵਿੱਚ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਅਗਰ ਤੁਸੀਂ ਇਹਦੇ ਤੇ ਰਿਸਰਚ ਕਰੋ, ਠੀਕ ਹੈ। ਲਾਈਕ ਦੇ ਆਰ ਪਲੇਇੰਗ ਅ ਵਾਈਟਲ ਰੋਲ ਇਨ ਆਵਰ ਲਾਈਫ, ਰਾਈਟ। ਤੋ ਲਾਈਕ ਤੁਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ। ਤੇ ਇਸੇ ਤਰ੍ਹਾਂ ਕੋਈ ਵੀ ਛੋਟੀ ਜਿਹੀ ਚੀਜ਼ ਹੈ, ਇਹ ਤੇ ਮੇਰਾ ਮਤਲਬ ਹੈ देयर आर ਟਨਸ ਆਫ ਐਗਜ਼ਾਮਪਲਸ ਔਨ ਦਿਸ ਅਰਥ, ਠੀਕ ਹੈ। ਤੁਸੀਂ ਪਰੇਸ਼ਾਨ ਹੋ ਜਾਓਗੇ ਕਿ ਯਾਰ ਕੋਈ ਵੀ ਚੀਜ਼ ਬੇਮਕਸਦ ਨਹੀਂ ਹੈ। ਅੱਛਾ, ਫਿਰ ਆਪਾਂ ਇਹ ਕਹਿ ਦਿੰਦੇ ਆ ਕਿ ਬਈ ਪ੍ਰੈਡਿਕਸ਼ਨ ਦੀ ਗੱਲ ਕਰ ਦਿੰਦੇ ਆ, ਹੈ ਨਾ, ਕਿ ਵੀ ਆਪਾਂ ਨੂੰ ਇਹ ਫਿਊਚਰ ਪ੍ਰੈਡਿਕਟ ਹੋਏਗਾ। ਸੋ ਸਿਤਾਰਿਆਂ ਦਾ ਜਿਹੜਾ ਇਹ ਅਸਰ ਹੈ, ਇਹਨਾਂ ਦਾ ਜਦੋਂ ਆਪਾਂ ਸਮਝ ਲਿਆ ਕਿ ਇਹਦੀ એનર્ਜੀ ਇਸ ਡਿਗਰੀ ਤੇ ਹੈ, ਘੱਟ ਹੈ ਜਾਂ ਵੱਧ ਹੈ, ਤਾਂ ਇੰਨੇ ਟਾਈਮ ਤੋਂ ਬਾਅਦ ਜਾ ਕੇ ਜਦੋਂ ਸ਼ਾਇਦ ਇਹਦੀ ਮਹਾਦਸ਼ਾ ਵਗੈਰਾ ਦਾ ਹੁੰਦਾ ਹੈ ਕਿ ਜਦੋਂ ਉਸ ਪਲੈਨਟ ਦਾ ਆਪਣਾ ਟਾਈਮ ਆਏਗਾ ਤਾਂ ਇਹ ਐਦਾਂ ਦਾ ਰਿਜ਼ਲਟ ਦੇਗਾ। ਜੀ ਬਿਲਕੁਲ, ਇਹ ਠੀਕ ਹੈ ਨਾ। ਦੇਖੋ ਮੇਰਾ ਮਤਲਬ ਹੈ ਕਿ ਜਿਸ ਤਰ੍ਹਾਂ ਅਸੀਂ ਬਾਦਲ ਵੇਖਨੇ ਹਾਂ ਤੇ ਸਾਨੂੰ ਥੋੜਾ ਅਹਿਸਾਸ ਹੁੰਦਾ ਕਿ ਹੋ ਸਕਦਾ ਬਾਰਿਸ਼ ਆਉਣ ਵਾਲੀ ਹੈ, ਠੀਕ ਹੈ। ਐਸੇ ਤਰ੍ਹਾਂ ਹੀ ਅਗਰ ਤੁਸੀਂ ਕਿਸੇ ਜਗ੍ਹਾ ਤੇ ਜਾਂਦੇ ਹੋ, ਠੀਕ ਹੈ, ਤੇ ਤੁਹਾਨੂੰ ਉੱਥੇ ਯਾਨੀ ਕਿ ਕੁਝ ਇਸ ਤਰ੍ਹਾਂ ਦੀ ਸਾਈਨਸ ਮਿਲਦੇ ਨੇ ਜਿਹਦੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੋ ਸਕਦਾ ਇੱਥੇ ਆਇਲ ਹੈ। ਹਾਂ ਬਿਲਕੁਲ, ਕੋਈ ਨੈਚੁਰਲ ਗੈਸ ਹੈ ਇੱਥੇ, ਠੀਕ ਹੈ। ਉਹ ਫਿਰ ਹੁਣ ਡਿਫਰੈਂਟ ਇਨਸਟਰੂਮੈਂਟਸ ਨੇ ਜਿਹਦੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ, ਜੀ ਠੀਕ ਹੈ ਨਾ। ਫਿਰ ਐਸੇ ਤਰ੍ਹਾਂ ਹੀ ਤੁਸੀਂ ਦੇਖਦੇ ਹੋ ਕਿ ਜੀ ਸਰਦੀਆਂ ਆਈਆਂ ਤੇ ਤੁਸੀਂ ਐਕਸਪੈਕਟ ਕਰਦੇ ਹੋ ਹੁਣ ਸਨੋ ਵੀ ਆਏਗੀ, ਬਿਲਕੁਲ, ਠੀਕ ਹੈ। ਫਿਰ ਤੁਸੀਂ ਦੇਖਦੇ ਹੋ ਕਿ ਜੀ ਇਹ ਫਲ ਬੂਟੇ ਹੁਣ ਆ ਰਹੇ ਨੇ ਤੇ ਇਹਦਾ ਮਤਲਬ ਹੈ ਸਮਰ ਦਾ ਸੀਜ਼ਨ ਆ ਰਹੇ ਨੇ, ਸਮਰ ਦਾ ਸੀਜ਼ਨ, ਫਾਲ ਆ ਗਿਆ ਤੇ ਪੱਤੇ
ਝੜਨ ਲੱਗ ਗਏ ਨੇ। ਹੁਣ ਦੇਖੋ ਨਜ਼ਰ ਕੁਝ ਨਹੀਂ ਆ ਰਿਹਾ, ਪਰ ਉਹ ਕਿਹੜੀਆਂ એનર્ਜੀਜ਼ ਨੇ ਹਵਾ ਦੇ ਅੰਦਰ, ਵਾਤਾਵਰਣ ਦੇ ਅੰਦਰ, ਐਟਮੋਸਫੇਅਰ ਦੇ ਅੰਦਰ, ਜਿਹੜੀਆਂ ਇਸ ਕਿਸਮ ਦੀਆਂ ਚੇਂਜਸ ਲੈ ਕੇ ਆਉਂਦੀਆਂ ਨੇ, ਚੇਂਜਸ ਲਿਆ ਰਹੀਆਂ ਹੈ ਨਾ। ਅਸੀਂ ਦੇਖ ਕੇ ਇਹਨੇ ਵੀ ਫਾਲ ਆ ਗਈ, ਆਪਾਂ ਮੰਨਦੇ ਆ, ਪਰ ਉਹ ਫਾਲ ਕਿਸ ਪ੍ਰੋਸੈਸ ਨਾਲ ਆਈ ਤੇ ਉਹਦੇ ਪਿੱਛੇ ਕਿਹੜੀ એનર્ਜੀਜ਼ ਨੇ ਜਿਹੜਾ ਕੰਮ ਕਰ ਰਹੀਆਂ, ਠੀਕ ਹੈ ਨਾ। ਤੇ ਐਸੇ ਤਰੀਕੇ ਨਾਲ ਇਹ ਪ੍ਰੈਡਿਕਸ਼ਨ ਅਸੀਂ ਕਰ ਸਕਦੇ ਹਾਂ। ਲਾਈਕ ਜਦੋਂ ਉਹ ਦਸ਼ਾ ਆਉਂਦੀ ਹੈ, ਠੀਕ ਹੈ ਨਾ, ਜਾਂ ਜਦੋਂ ਔਨ ਪਲੈਨਟਸ ਦਾ ਟਾਈਮ ਆਂਦਾ ਤੇ ਉਹਨਾਂ ਦੀ ਜਦੋਂ એનર્ਜੀਜ਼ ਮਿਕਸ ਹੁੰਦੀਆਂ ਨੇ, ਤੇ ਦੈਨ ਅਸੀਂ ਪ੍ਰੈਡਿਕਟ ਕਰ ਸਕਦੇ ਹਾਂ ਕਿ ਹੁਣ ਇਹਦੀ ਹੈਲਥ ਖਰਾਬ ਨਾ ਹੋ ਜਾਵੇ, ਠੀਕ ਹੈ। ਹੁਣ ਯਾਨੀ ਇਹਦਾ ਮੈਰਿਜ ਦਾ ਟਾਈਮ ਆ ਚੁੱਕਿਆ ਹੈ, ਤੇ ਇਹ ਯਾਨੀ ਕਿ ਬੈਸਟ ਪੋਸੀਬਲ ਟਾਈਮ ਹੈ ਜਿਹਦੇ ਤੇ ਅਗਰ ਇਹ ਕੋਈ ਬਿਜ਼ਨਸ ਕਰੇ ਤੇ ਉਹ ਇਹਦੇ ਵਿੱਚ ਸਕਸੈਸਫੁਲ ਹੋ ਸਕਦਾ ਹੈ। ਲਾਈਕ ਸਾਰੀ ਪ੍ਰੈਡਿਕਸ਼ਨਸ ਇਸ ਤਰੀਕੇ ਨਾਲ, the combination of energies can like predict ਕਿ ਇਸ ਕਿਸਮ ਦਾ ਰਿਜ਼ਲਟ ਬਣੇਗਾ। ਮੰਨ ਲਓ ਮੈਂ ਪਾਣੀ ਰੱਖਿਆ ਹੋਇਆ, ਮੈਂ ਨਿੰਬੂ ਰੱਖਿਆ, ਚੀਨੀ ਰੱਖੀ ਹੈ, ਨਮਕ ਰੱਖਿਆ, ਠੀਕ ਹੈ, ਔਰ ਮੈਂ ਜਦੋਂ ਪਾਵਾਂਗੀ ਤੁਹਾਨੂੰ ਪਤਾ ਕਿ ਸ਼ਿਕੰਜਵੀ ਹੀ ਬਣੇਗੀ। ਲਾਈਕ ਡਿਫਰੈਂਟ એનર્ਜੀਜ਼ ਮਿਕਸ ਟੁਗੇਦਰ ਵਿਲ ਕ੍ਰੀਏਟ ਦੈਟ ਟੇਸਟ ਜਿਹੜੀ ਅਸੀਂ ਆਲਰੇਡੀ ਪਹਿਲੇ ਲਿਆ ਹੋਇਆ। ਯਾ ਆਈ ਅੰਡਰਸਟੈਂਡ ਕਿ ਸੂਖਮ એનર્ਜੀਜ਼ ਨੇ, ਦਿਖਾਈ ਨਹੀਂ ਦੇ ਰਹੀਆਂ, ਧਰਤੀ ਘੁੰਮਦੀ ਵੀ ਪਤਾ ਨਹੀਂ ਚੱਲਦੀ, ਸਾਨੂੰ ਤਾਂ ਕੁਝ ਵੀ ਪਤਾ ਨਹੀਂ ਚੱਲ ਰਿਹਾ, ਕਿਉਂਕਿ ਅੱਖ ਦੇਖਦੀ ਬਹੁਤ ਥੋੜੇ ਤੱਕ ਹੈ। ਤਾਂ ਹੀ ਤਾਂ ਇਕਬਾਲ ਕਹਿੰਦੇ ਨਾ ਕਿ ਖੁਦ ਹੀ ਮੈਂ ਡੂਬ ਜਾ ਗਾਫਿਲ, ਇਹ ਸਿਰ ਜ਼ਿੰਦਗਾਨੀ ਹੈ। ਹੁਣ ਉਹ ਖੁਦ ਹੀ ਦਾ ਮਤਲਬ ਥੋੜੀ ਕਿ ਮੈਂ ਸਿਰਫ ਆਪਣੀ ਖੁਦ 'ਚ ਡੁੱਬਣਾ, ਕਿਉਂਕਿ ਮੇਰੇ ਅੰਦਰ ਇੰਨੀ ਵਿਜ਼ਡਮ ਹੈ, ਮੇਰੇ ਅੰਦਰ ਇੰਨੇ ਜ਼ਬਰਦਸਤ ਸਿਗਨਲ ਨੇ ਕਿ ਉਹ ਐਕਟੀਵੇਟ ਹੋਣ। ਬਿਲਕੁਲ ਐਕਟੀਵੇਟ ਹੋਣ ਤਾਂ ਮੈਨੂੰ ਇਸ ਕਾਇਨਾਤ ਦੇ ਇੱਕ ਇੱਕ ਜ਼ਰਰੇ ਦੀ, ਇੱਕ ਇੱਕ ਮੂਵਮੈਂਟ ਦਾ, ਫੰਕਸ਼ਨ ਦਾ ਮੈਨੂੰ ਪਤਾ ਲੱਗੇ, ਮੈਂ ਐਕਸਪੀਰੀਅੰਸ ਕਰਾਂ। ਹੁਣ ਪ੍ਰੋਬਲਮ ਹੈ ਕਿ ਅਸੀਂ ਇਸ ਸਿਸਟਮ ਨੂੰ ਤਾਂ ਐਕਟੀਵੇਟ ਹੀ ਨਹੀਂ ਕੀਤਾ। ਦੇਖੋ ਜ਼ਿੰਦਗੀ ਬਹੁਤ ਛੋਟਾ ਜਿਹਾ, ਉੱਠੇ ਸਵੇਰੇ ਕੰਮ ਤੇ ਗਏ, ਰਾਤੀ ਘਰ ਆ ਕੇ ਖਾ ਲਿਆ, ਸੋ ਲਏ, ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਪਤਾ। ਤੇ ਇਕਬਾਲ ਇਸ ਤਰ੍ਹਾਂ ਵੀ ਤਾਂ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਇੱਕ ਇਨਸਾਨ ਇਹ ਉਹ ਚੀਜ਼ ਹੈ ਕਿ ਇਹ ਪੂਰੀ ਕਾਇਨਾਤ ਵਿੱਚ ਨਹੀਂ ਸਮਾ ਸਕਦਾ ਜਾ ਕੇ, ਲੇਕਿਨ ਪੂਰੀ ਕਾਇਨਾਤ ਇਹਦੇ ਵਿੱਚ ਸਮਾ ਸਕਦੀ ਅਗਰ ਇਹ ਚਾਹੇ, ਲੇਕਿਨ ਉਹਦੇ ਵਾਸਤੇ ਤੁਹਾਨੂੰ ਆਪਣੀ ਖੁਦੀ ਨੂੰ ਬਹੁਤ ਬੁਲੰਦ ਕਰਨਾ ਪਏਗਾ। ਹਾਂ, ਖੁਦੀ ਦੀ ਤਾਮੀਰ ਕਰਨੀ ਪਏਗੀ, ਬਿਲਕੁਲ, ਹੈ ਨਾ। ਖੁਦੀ ਨੂੰ ਖੋਲਣਾ ਪਏਗਾ, ਯਾਨੀ ਆਪਣੇ ਅੰਦਰ ਦੇ ਸਾਰੇ ਜਿਹੜੇ ਛੋਟੇ ਕੰਪਿਊਟਰ ਨੇ, ਛੋਟੇ ਵਾਲੇ ਐਕਟੀਵੇਟ ਕਰਨਾ ਪਏਗਾ ਤਾਂ ਕਿ ਵੱਡੀਆਂ ਫਾਈਲਾਂ ਡਾਊਨਲੋਡ ਹੋ ਸਕਣ, ਹੈ ਨਾ। ਹੁਣ ਪ੍ਰੋਬਲਮ ਇਹ ਹੈ ਕਿ ਅਸੀਂ, ਸਾਡੇ ਕੋਲ ਅੱਖ ਨਹੀਂ ਸੱਚ ਦੇਖਣ ਵਾਸਤੇ, ਅਸੀਂ ਦੇਖ ਨਹੀਂ ਪਾਉਂਦੇ, ਲੇਕਿਨ ਅਸੀਂ ਸੱਚ ਨੂੰ ਕਹਿੰਦੇ ਹਾਂ ਇਹ ਝੂਠ ਹੈ। ਐਦਾਂ ਨਹੀਂ ਹੁੰਦਾ। ਚਲੋ ਅਸੀਂ ਵਾਪਸ ਆਉਂਦੇ ਹਾਂ ਸਨ ਦੇ ਉੱਪਰ। ਤੁਸੀਂ ਦੱਸ ਰਹੇ ਸੀ ਕਿ ਸਨ ਸਾਡੇ ਬੋਡੀ ਦੇ ਇੰਨੇ ਆਰਗਨਸ ਤੇ ਇਹਦਾ એનર્ਜੀ ਦਾ ਅਸਰ ਹੈ, ਤਾਂ ਬਾਹਰ ਜਿਹੜੀ ਧਰਤੀ ਹੈ ਉਹਦੇ ਉੱਪਰ ਵੀ ਇਹਦਾ ਅਸਰ ਡੈਫੀਨਿਟਲੀ ਕਿੱਥੇ ਤੁਸੀਂ ਦੇਖੋ, ਇਹ ਜਿਸ ਤਰ੍ਹਾਂ ਦਰਖਤ ਨੇ, ਠੀਕ ਹੈ, ਇਹਨਾਂ ਵਿੱਚ ਇੱਕ ਪ੍ਰੋਸੈਸ ਹੁੰਦਾ ਫੋਟੋਸਿੰਥੇਸਿਸ ਪ੍ਰੋਸੈਸ, ਉਹਨੂੰ ਬੋਲਦੇ ਨੇ ਫੂਡ ਬਣਨ ਦਾ ਸਿਸਟਮ। ਫੂਡ ਬਣਨ ਦਾ ਸਿਸਟਮ, ਉਹਨੂੰ ਕੰਟਰੋਲ ਕਰਨ ਦੇ ਵਿੱਚ ਇਹਦੀ એનર્ਜੀ ਦਾ ਅਮਲ ਦਖਲ ਹੈ, ਸਨ ਦੀ, ਠੀਕ ਹੈ। ਤੇ ਐਸੇ ਤਰ੍ਹਾਂ ਲਾਈਕ ਇੱਕ ਲਾਈਫ ਹੈ ਨਾ, ਤੁਹਾਨੂੰ ਦੱਸਿਆ ਇਹ ਹਰ ਚੀਜ਼ ਤੇ ਇਫੈਕਟ ਹੋ ਰਿਹਾ ਹੈ ਇਹਦਾ। ਅਗਰ ਸਾਨੂੰ ਤੁਸੀਂ ਪਿੱਛੇ ਕਰ ਦਿਓ, ਤੁਹਾਡਾ ਅਨਾਜ ਨਾ ਉਗੇ, ਠੀਕ ਹੈ, ਤੁਸੀਂ ਖਾਣਾ ਪੀਣਾ ਹੀ ਖਤਮ ਹੋ ਜਾਏ, ਤੁਹਾਡਾ ਦਿਨ ਨਾ ਚੜੇ, ਤੁਹਾਡੇ ਦਿਨ ਹੀ ਨਾ ਚੜੇ, ਤੇ ਤੁਹਾਨੂੰ ਦਿਨ ਰਾਤ ਦਾ ਪਤਾ ਨਾ ਲੱਗੇ, ਸਾਰੀ ਰਾਤ ਹੀ ਹੋਏ ਫਿਰ ਤਾਂ, ਠੀਕ ਹੈ, ਲਾਈਫ ਖਤਮ, ਠੀਕ ਹੈ ਨਾ। ਤੁਹਾਡੀ ਜਿਹੜੀ ਸੋਲ ਹੈ ਉਹਨੂੰ ਜਿਹੜੀ એનર્ਜੀ ਮਿਲ ਰਹੀ ਹੈ ਉਹ ਇਹਦੇ ਤੋਂ ਮਿਲ ਰਹੀ ਹੈ। ਅੱਛਾ, ਮੈਂ ਕਿਉਂਕਿ ਮੈਂ ਸੰਸਕ੍ਰਿਤ ਦੀ ਸਟੂਡੈਂਟ ਹਾਂ ਤਾਂ ਮੈਂ ਥੋੜਾ ਆਪਣੀ ਗੱਲ ਵਿੱਚ ਐਡ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਵੇਦਾਂਤ ਪੜ੍ਹਾਇਆ ਗਿਆ, ਸ਼ੰਕਰਾਚਾਰਿਆ ਦਾ ਵੇਦਾਂਤ। ਸਾਨੂੰ ਇਹ ਸਮਝਾਇਆ ਗਿਆ ਕਿ ਫਿਲਾਸਫੀ ਦਾ ਇਹ ਕਰਾਊਨ ਹੈ, ਇਸ ਤੋਂ ਉੱਪਰ ਕੋਈ ਗੱਲ ਹੋ ਨਹੀਂ ਸਕਦੀ, ਕਿ ਦਿਸ ਯੂਨੀਵਰਸ ਜਿਹੜਾ ਹੈ ਇਹ ਇਜ਼ ਆਪਰੇਟਡ ਬਾਈ ਟੂ એનર્ਜੀਜ਼, ਵਨ ਇਜ਼ ਨੈਗੇਟਿਵ ਐਂਡ ਅਦਰ ਇਜ਼ ਪੋਜ਼ਿਟਿਵ। ਦ ਪੋਜ਼ਿਟਿਵ ਇਜ਼ ਐਕਸਪੈਂਡਿੰਗ એનર્ਜੀ ਵਿਚ ਇਜ਼ ਸੋਲਰ એનર્ਜੀ, ਐਂਡ ਦ ਨੈਗੇਟਿਵ ਇਜ਼ ਗਰਾਊਂਡਿੰਗ એનર્ਜੀ ਵਿਚ ਇਜ਼ ਲੂਨਰ એનર્ਜੀ। ਔਰ ਇਹ ਗੱਲ ਸਮਝ ਵੀ ਆਉਂਦੀ ਹੈ ਕਿ ਸਨ ਹੈ ਤਾਂ ਹਰ ਚੀਜ਼ ਐਕਸਪੈਂਡ ਕਰਦੀ ਹੈ। ਤੁਸੀਂ ਦੇਖਿਆ ਕਿ ਜੋ ਚੀਜ਼ ਧਰਤੀ 'ਚ ਹੋਏਗੀ ਉਹਦਾ ਮੁਕਾਮ ਸੂਰਜ ਹੈ, ਉਹਨੇ ਸੂਰਜ ਵੱਲ ਨੂੰ ਜਾਣਾ। ਬਿਲਕੁਲ, ਤੁਸੀਂ ਇਹ ਦੇਖੋ ਸਨਫਲਾਵਰ, ਉਹ ਉਹਨੂੰ ਫੋਲੋ ਕਰਦਾ, ਉਹ ਸੂਰਜ ਨੂੰ ਫੋਲੋ ਕਰਦਾ ਹੈ। ਲੇਕਿਨ ਜਿਹੜਾ ਮੂਨ ਹੈ ਇਹ ਤੁਹਾਨੂੰ ਗਰਾਊਂਡ ਕਰਦਾ ਹੈ, ਰਾਤ ਤੁਹਾਨੂੰ ਗਰਾਊਂਡ ਕਰਦੀ ਹੈ, ਸਵੇਰੇ ਤੁਹਾਨੂੰ ਉਠਾ ਦਿੰਦੀ ਹੈ। ਸੋ ਸਾਰੀ ਕੌਨਸ਼ੀਅਸਨੈਸ DNA ਦੇ ਅੰਦਰ ਇਹ ਸੋਲਰ એનર્ਜੀ ਕਰਕੇ। ਐਬਸੋਲੂਟਲੀ, देयर इज नो डाउट अबाउट इट, ਰਾਈਟ। ਕਿ ਮਾਂ ਦੇ ਗਰਭ ਦੇ ਅੰਦਰ ਉਹ ਬੱਚਾ ਨੇ ਕਿੱਦਾਂ ਦਾ ਰੂਪ ਧਾਰਨਾ ਹੈ, ਉਹਦੀ ਕਿੱਦਾਂ ਨੱਕ ਬਣਨਾ, ਉਹਦੀ ਕਿੱਦਾਂ ਦੀਆਂ ਅੱਖਾਂ ਬਣਨੀਆਂ, ਉਹਦਾ ਕਿੱਦਾਂ ਦਾ, ਉਹਨੇ ਕਿੰਨਾ ਲੰਬਾ ਹੋਣਾ ਹੈ, ਕਿੱਦੀ ਹਾਈਟ ਬਣਨੀ ਹੈ, ਉਹਦੀ ਹੱਡੀਆਂ ਕਿੱਦਾਂ ਦੀਆਂ, ਉਹ ਸਾਰੀ ਇਨਫੋਰਮੇਸ਼ਨ, ਉਹ ਸਾਰੀ ਕੌਨਸ਼ੀਅਸਨੈਸ ਇੱਕ ਆਰਕੀਟੈਕਟ ਵਾਂਗੂ ਜਿਹੜੀ DNA ਦੇ ਅੰਦਰ ਹੈ ਉਹ ਸੋਲਰ એનર્ਜੀ ਕਰਕੇ। ਬਿਲਕੁਲ, ਤੁਸੀਂ ਦੇਖੋ ਜਦੋਂ ਤੁਸੀਂ ਪੈਦਾ ਹੁੰਦੇ ਹੋ ਤੇ ਉਸ ਵੇਲੇ ਜਿਹੜੀ એનર્ਜੀਜ਼ ਤੁਹਾਡੇ ਤੇ ਆ ਰਹੀਆਂ ਹੁੰਦੀਆਂ ਨੇ, ਤੁਹਾਡਾ DNA ਉਹਦੇ ਮੁਤਾਬਿਕ ਹੀ ਨਹੀਂ ਕਿ ਬੰਦਾ, ਠੀਕ ਹੈ ਨਾ। ਲਾਈਕ ਅਗਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਤੁਹਾਡਾ ਸਨ ਬੜਾ ਸਟਰੋਂਗ ਹੈ
ਤੇ ਉਸ ਵੇਲੇ ਤੁਹਾਡਾ ਡੀਐਨਏ ਵੀ ਬੜਾ ਸਟਰੋਂਗ ਹੋਏਗਾ। ਤੁਹਾਡਾ ਡੀਐਨਏ ਸਟਰੋਂਗ ਹੋਏਗਾ, ਤੁਸੀਂ ਇੱਕ ਪਾਵਰਫੁਲ ਇਨਸਾਨ ਹੋਗੇ। ਫਿਰ ਤੁਹਾਡੀ ਉਹ ਸਾਰੀ ਅੱਗੇ ਕਰੈਕਟਰਿਸਟਿਕਸ ਹੋਈ ਵਾਲੀਆਂ ਹੋਣਗੀਆਂ ਜਿਹੜੀ ਸੰਦੀਆਂ ਹੁੰਦੀਆਂ। ਮੈਂ ਸੋਚਦੀ ਹਾਂ ਮੇਰੇ ਇੰਨੇ ਭੈਣ ਭਰਾ ਸੀਗੇ ਕਜ਼ਨ, ਕਿਉਂਕਿ ਮੇਰੇ 6 ਭੂਆ ਜੀ, 6 ਮੇਰੀਆਂ ਮਾਸੀਆਂ ਔਰ 3 ਮੇਰੇ ਚਾਚਾ ਤਾਏ, ਤੁਸੀਂ ਤਾਂ ਕਿੰਨੇ ਸਾਰੇ ਬੱਚੇ, ਪਰ ਉਹ ਸਾਰੇ ਖੁਸ਼ ਰਹਿੰਦੇ ਸੀ ਕੱਪੜਿਆਂ ਲੱਤਿਆਂ ਦੇ ਵਿੱਚ, ਪਾਰਟੀਆਂ ਦੇ ਵਿੱਚ, ਵਿਆਹ ਸ਼ਾਦੀਆਂ ਵਿੱਚ, ਖਾਣ ਪੀਣ ਗੱਲਾਂ 'ਚ। ਔਰ ਮੈਨੂੰ ਇਹੀ ਬਿਮਾਰੀ ਹੁੰਦੀ ਸੀ, ਇਹ ਫੁੱਲ ਦਾ ਰੰਗ ਗੁਲਾਬੀ ਹੈ, ਗੁਲਾਬੀ ਰੰਗ ਆਇਆ ਕਿੱਥੋਂ? ਸੋ ਇਹਦਾ ਮਤਲਬ ਹੈ ਕਿ ਮੇਰੇ ਅੰਦਰ ਕੁਝ ਐਸੀ એનર્ਜੀਜ਼ ਨੇ ਜਿਹੜੀਆਂ ਮੈਨੂੰ ਇਨਕਿਊਜ਼ਿਟਿਵ ਬਣਾਉਂਦੀਆਂ, ਮੈਨੂੰ ਚੀਜ਼ ਨੂੰ ਹੋਰ ਗਹਿਰਾ ਸਮਝਣ ਵਾਸਤੇ। ਸੋ ਮੈਨੂੰ ਲੱਗਦਾ ਜੁਪੀਟਰ ਦੀ એનર્ਜੀ ਹੋਏਗੀ। ਲੇਕਿਨ ਮੇਰਾ ਮਤਲਬ ਹੈ ਹਾਂਜੀ ਬਿਲਕੁਲ ਵਿਜ਼ਡਮ ਨੌਲੇਜ। ਤੇ ਦੇਖੋ ਨਾ, ਬਾਕੀ ਦੂਸਰੀ ਗੱਲ ਹੈ ਵੇ ਕਿ ਜਿਸ ਤਰ੍ਹਾਂ ਵੀਨਸ ਹੈ, ਵੀਨਸ ਦੀ એનર્ਜੀ ਤੁਹਾਡੇ ਤੋਂ ਕੀ ਕਰਾਉਂਦੀ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਵੇਖਦੇ ਹੋ, ਤੁਹਾਨੂੰ ਉਹ ਚੀਜ਼ ਬੜੀ ਖੂਬਸੂਰਤ ਲੱਗਦੀ ਹੈ, ਤੁਸੀਂ ਉਹਨੂੰ ਦੇਖ ਕੇ ਬੜੇ ਯਾਨੀ ਅਮਿਊਜ਼ ਹੁੰਦੇ ਹੋ। ਤੇ ਉਹ ਕੀ ਉਹਦੇ ਪਿੱਛੇ એનર્ਜੀ ਹੈ, ਉਹ ਵੀਨਸ ਦੀ એનર્ਜੀ ਹੈ ਜਿਹੜੀ ਤੁਹਾਨੂੰ ਐਸਥੈਟਿਕ ਸੈਂਸ ਦਿੰਦੀ ਹੈ। ਐਸਥੈਟਿਕ ਸੈਂਸ ਦਿੰਦੀ ਹੈ। ਤੁਸੀਂ ਯਾਨੀ ਕਿ ਨਾ ਖੂਬਸੂਰਤੀ ਨੂੰ ਇਮੇਜਿਨ ਕਰ ਸਕਦੇ ਹੋ। ਹੁਣ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਹੈ, ਉਹ ਫਲਾਵਰਸ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ, ਲਾਈਕ ਇੰਨੇ ਪਿਆਰੇ ਪਿਆਰੇ ਬਰਡਸ ਨੇ ਉਹਨਾਂ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ। ਲੇਕਿਨ ਕੁਝ ਲੋਕ ਹੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਉਹ ਬਰਡ ਵਾਚ ਕਰਨ ਜਾਂਦੇ। ਹਾਂਜੀ, ਉਹ ਲਾਈਕ ਨੇਚਰ ਦੇ ਬਹੁਤ ਕਰੀਬ ਰਹਿਣਾ ਪਸੰਦ ਕਰਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਵੀਨਸ ਦੀ એનર્ਜੀ ਹੈ ਉਹ ਬੜੀ ਬੈਲੈਂਸ એનર્ਜੀ ਹੁੰਦੀ ਹੈ। ਹਾਂ, ਵੈਰੀ ਗੁੱਡ। ਸੋ ਸਨ ਸਾਡੀ ਜ਼ਿੰਦਗੀ ਦਾ ਆਧਾਰ ਹੈ, ਸਾਡੀ ਲਾਈਫ ਹੈ। ਔਰ ਸਨ ਅੱਛੇ ਹੋਣ ਦੇ ਨਾਲ ਬੰਦੇ ਦੀ ਪਰਸਨੈਲਿਟੀ ਬੜੀ ਡਿਗਨੀਫਾਈਡ, ਗ੍ਰੇਸਫੁਲ, ਪਾਵਰਫੁਲ ਵਗੈਰਾ ਵਗੈਰਾ। ਪਰ ਅਗਰ ਸਨ ਡਾਊਨ ਹੈ ਤਾਂ ਹੈਡ ਨਾਲ ਰਿਲੇਟਡ ਪ੍ਰੋਬਲਮ ਦੱਸਿਆ ਤੁਸੀਂ, ਹੈਡੇਕ ਦੱਸਿਆ, ਹਾਰਟ ਪ੍ਰੋਬਲਮ ਦੱਸਿਆ, ਹਾਈ ਬਲੱਡ ਪ੍ਰੈਸ਼ਰ ਦੱਸਿਆ, ਬਾਈਲ ਦੀਆਂ ਪ੍ਰੋਬਲਮ ਦੱਸੀਆਂ ਵਗੈਰਾ ਵਗੈਰਾ। ਸੋ ਇਹ ਸੋਲਰ એનર્ਜੀ ਦੀ ਡੈਫੀਸ਼ੀਐਂਸੀ ਕਰਕੇ, ਔਰ ਅਗਰ ਇਹ ਬੈਲੈਂਸ ਹੈ ਤਾਂ ਇਹ ਪ੍ਰੋਬਲਮਸ ਘੱਟ ਹੋਣਗੀਆਂ, ਰਾਈਟ? ਸੋ ਐਨੀਥਿੰਗ ਐਲਸ ਅਬਾਊਟ ਦ ਸਨ? ਸਨ ਦੇ ਵਾਸਤੇ ਫਿਲਹਾਲ ਕਾਫੀ ਹੈ। ਮੈਨੂੰ ਤਾਂ ਲੱਗਦਾ ਕਾਫੀ ਹੋ ਗਿਆ, ਮੈਨੂੰ ਲੱਗਦਾ 1 ਘੰਟਾ ਆਪਣਾ ਇਹ ਸਨ ਦੇ ਵਿੱਚ ਚਲਾ ਗਿਆ। ਬਸ ਲਾਈਕ ਮੇਰਾ ਮਤਲਬ ਹੈ ਸਨ ਇਜ਼ ਦ ਕਿੰਗ, ਰਾਈਟ? ਸਨ ਇਜ਼ ਦ ਕਿੰਗ, ਹੁਣ ਮੰਨ ਲਿਆ ਸਨ ਇਜ਼ ਦ ਕਿੰਗ। ਤੇ ਉਹਦੇ ਬਾਰੇ ਚ ਮੈਂ ਚਾਹੁੰਦਾ ਸੀ ਕਿ ਜ਼ਰਾ ਜ਼ਿਆਦਾ ਐਕਸਪਲੇਨ ਕਰੀਏ ਕਿ ਇਹਦਾ ਸਾਡੀ ਲਾਈਫ ਤੇ ਰੋਲ ਕੀ ਹੈ। ਵੈਰੀ ਨਾਈਸ। ਅਗਰ ਕੋਈ ਹੁਣ ਆਪਣੀ ਕਹੇ ਆ ਮੇਰੀ ਡੇਟ ਆਫ ਬਰਥ ਹੈ, ਔਰ ਆਪਾਂ ਉਹਦੀ ਤੁਸੀਂ ਬਣਾਓ ਨੈਟਲ ਚਾਰਟ, ਔਰ ਦੱਸੋ ਕਿ ਆ ਤੇਰਾ ਸਨ ਹੈ, ਇਹਦੀ ਆ ਡਿਗਰੀ ਹੈ, ਇਸ ਕਰਕੇ ਇਹ ਪ੍ਰੋਬਲਮ ਹੋ ਸਕਦੀ ਹੈ। ਤੇ ਬੜਾ ਕਲੀਅਰ ਡੈਫੀਨੇਸ਼ਨ ਨਾਲ ਹੋਰ ਵੀ ਚੀਜ਼ਾਂ ਵੇਖਦੇ ਹਾਂ ਅਸੀਂ, ਖੈਰ। ਲੇਕਿਨ ਇਹ ਹੈ ਕਿ ਇਹ ਬੜਾ ਇੱਕ ਸਟਰੋਂਗ ਸਾਈਨ ਹੁੰਦਾ ਕਿ ਅਗਰ ਸਨ ਵੀਕ ਹੈ ਤੇ ਉਹਦੇ ਵਿੱਚ ਕੁਝ ਡੈਫੀਸ਼ੀਐਂਸੀਜ਼ ਹੋਣਗੀਆਂ, ਯਾਨੀ ਵਿਲ ਪਾਵਰ ਇੰਨੀ ਸਟਰੋਂਗ ਨਹੀਂ ਹੋਏਗੀ ਉਹਦੀ, ਉਸ ਤਰ੍ਹਾਂ ਅਥਾਰਟੀ ਇੰਪੋਜ਼ ਨਹੀਂ ਕਰ ਸਕੇਗਾ ਉਹ, ਠੀਕ ਹੈ ਨਾ? ਤੇ ਬਾਕੀ ਜਿਹੜੀ ਮੈਂ ਤੁਹਾਨੂੰ ਸਾਰੀ ਵੀਕਨੈਸਿਸ ਤੇ ਡੈਫੀਸ਼ੀਐਂਸੀਜ਼ ਦੱਸੀਆਂ ਸੀ ਉਹ ਬੜੀ ਪ੍ਰੋਮਿਨੈਂਟ, ਮੈਨੂੰ ਸਭ ਯਾਦ ਹੋ ਗਈਆਂ। ਤੁਸੀਂ ਮੇਰਾ ਐਗਜ਼ਾਮ ਲੈ ਸਕਦੇ ਹੋ। ਹੁਣ ਨੰਬਰ 2 ਤੇ ਅਸੀਂ ਕਿਹਨੂੰ ਲਵਾਂਗੇ? ਮੂਨ ਆ ਜਾਏਗਾ, ਕਿਉਂਕਿ ਧਰਤੀ, ਮੈਂ ਸੋਚਦੀ ਹਾਂ ਕਿ ਅਰਥ ਦੇ ਉੱਤੇ ਜਿਹੜਾ ਸਭ ਤੋਂ ਜ਼ਿਆਦਾ ਅਸਰ ਹੈ ਇਹ 2 એનર્ਜੀਜ਼ ਦਾ ਹੈ, ਸੋਲਰ ਐਂਡ ਲੂਨਰ। ਸਾਡੇ ਬਾਬਾ ਜੀ, ਸਾਡੇ ਮਤਲਬ ਜਿਹੜੇ ਵੇਦ ਨੇ, ਸਾਰਿਆਂ ਦੇ ਅੰਦਰ ਬਾਰ-ਬਾਰ ਹੈ ਕਿ ਸਸ ਸੂਰ ਸਮ ਕਰ ਰੱਖਿਓ, ਬ੍ਰਹਮ ਜੋਤ ਮਿਲ ਜਾਓਗੇ। ਕਿ ਚੰਦਰਮਾ ਔਰ ਸੂਰਜ ਤੁਸੀਂ ਬੈਲੈਂਸ ਕਰਕੇ ਰੱਖੋ ਆਪਣੇ ਅੰਦਰ। ਅਗਰ ਬੈਲੈਂਸ ਹੋਗੇ ਤਾਂ ਤੁਸੀਂ ਬ੍ਰਹਮ ਗਿਆਨੀ ਹੋ ਜਾਓਗੇ। ਤੁਹਾਡੀ ਹਾਲਤ ਜਿਹੜੀ ਕੈਫੀਅਤ ਹੈ ਉਹ ਬਹੁਤ ਹਾਈ ਲੈਵਲ ਦੀ, ਬੜੇ ਉੱਚੇ ਲੈਵਲ ਦੀ ਹੋ ਜਾਏਗੀ। ਚਲੋ ਆਪਾਂ ਉਸ ਗੱਲ ਤਾਂ ਨਹੀਂ ਜਾਂਦੇ, ਆਪਾਂ ਤਾਂ ਬੜੇ ਜੇ ਬੇਸਿਕ ਗੱਲ ਕਰ ਰਹੇ ਹਾਂ। ਸੋ ਮੂਨ, ਹੁਣ ਮੂਨ ਦਾ ਅਸਰ ਸਾਡੇ ਤੇ ਬਹੁਤ ਜ਼ਿਆਦਾ ਹੈ। ਹਾਂਜੀ, ਕਿਸ ਤਰ੍ਹਾਂ ਅਸਰ ਕਰੇਗਾ? ਅੱਛਾ, ਪਹਿਲੇ ਅਸੀਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਮੈਂ ਸਨ ਨੂੰ ਥੋੜਾ ਐਕਸਪਲੇਨ ਕੀਤਾ ਸੀ, ਮੈਂ ਮੂਨ ਨੂੰ ਵੀ ਥੋੜਾ ਐਕਸਪਲੇਨ ਕਰਨਾ ਚਾਹ ਰਿਹਾ। ਜ਼ਰੂਰ। ਹੁਣ ਜਿਹੜਾ ਅਰਥ ਦੇ ਕਰੀਬ ਸਭ ਤੋਂ ਜ਼ਿਆਦਾ ਪਲੈਨਟ ਹੈ, ਇਹਨੂੰ ਪਲੈਨਟ ਵੀ ਕਹਿ ਲਓ ਜਾਂ ਸੈਟੇਲਾਈਟ ਬੋਲ ਲਓ ਤੁਸੀਂ, ਉਹ ਮੂਨ ਹੈ, ਠੀਕ ਹੈ? ਮੂਨ ਜਿਹੜਾ ਉਹ ਜਿਹੜੇ ਜ਼ੋਡਿਕ ਸਾਈਨ ਨੂੰ ਗਵਰਨ ਕਰਦਾ ਉਹ ਕੈਂਸਰ ਹੈ। ਹਾਂ, ਕੈਂਸਰ, ਠੀਕ ਹੈ, ਕਰਕ ਰਾਸ਼ੀ ਤੇ। ਹਾਂਜੀ, ਬਿਲਕੁਲ। ਤੇ ਇਹ ਬੇਸਿਕਲੀ ਬੜਾ ਸਟਰੋਂਗਲੀ ਹਿਊਮਨ ਇਮੋਸ਼ਨਸ ਤੇ ਫੀਲਿੰਗਸ ਨੂੰ ਕੰਟਰੋਲ ਕਰਦਾ, ਠੀਕ ਹੈ? ਇਸ ਤੋਂ ਇਲਾਵਾ ਲਾਈਕ ਇਹ ਜਿਹੜਾ ਸਾਈਨ ਬਣਦਾ ਉਹ 4th ਜ਼ੋਡਿਕ ਸਾਈਨ ਬਣਦਾ, ਠੀਕ ਹੈ, ਸਾਰੇ ਹੋਰੋਸਕੋਪਸ ਦੇ ਵਿੱਚ, ਠੀਕ ਹੈ? ਫਿਰ ਇਸ ਤੋਂ ਇਲਾਵਾ ਜਿਹੜਾ ਮੂਨ ਹੈ ਇਹ ਯਾਨੀ ਕਿ 2.5 ਡੇ ਲਾਂਦਾ ਇਨ ਈਚ ਜ਼ੋਡਿਕ ਸਾਈਨ। ਹਾਂ, ਕਿਉਂਕਿ ਮੂਨ ਜਿਹੜਾ ਹੈ ਬੜਾ ਫਾਸਟ ਮੂਵਿੰਗ, ਇਹਨੇ ਆਪਣਾ ਇੱਕ ਸਾਈਕਲ ਪੂਰਾ 28 ਡੇਜ਼ ਤੋਂ 30 ਡੇਜ਼ ਦੇ ਵਿੱਚ ਕਰਨਾ ਹੁੰਦਾ। 30 ਡੇਜ਼ ਵਿੱਚ ਪੂਰਾ ਆਪਣਾ ਸਾਈਕਲ ਕੰਪਲੀਟ ਕਰਦਾ। ਹਾਂ, ਤੇ ਸੋ 2.5 ਡੇਜ਼ ਇਨ ਈਚ ਜ਼ੋਡੀਅਕ ਸਾਈਨ। ਜੀ, ਇਹ ਰਹਿੰਦਾ, ਯਾਨੀ ਇੱਕ ਰਾਸ਼ੀ ਦੇ ਅੰਦਰ ਚੰਦਰਮਾ 2.5 ਦਿਨ ਰਹਿੰਦਾ, ਬਿਤਾਉਂਦਾ ਹੈ। ਅੱਛਾ, ਬਿਲਕੁਲ, ਠੀਕ ਹੈ। ਤੇ ਮੂਨ ਜਿਸ ਤਰ੍ਹਾਂ ਹੈ, ਇਟ ਇਜ਼ ਦਾ ਓਨਲੀ ਪਲੈਨਟ ਦੈਟ ਰਿਵੋਲਵਸ ਅਰਾਊਂਡ ਦਾ ਅਰਥ। ਹਾਂ, ਬਿਲਕੁਲ। ਬਾਕੀ ਸਾਰੇ ਤਾਂ ਸਨ ਦੇ ਆਸ-ਪਾਸ ਘੁੰਮਦੇ ਨੇ, ਔਰ ਧਰਤੀ ਸਨ ਦੇ ਆਸ-ਪਾਸ ਘੁੰਮ ਰਹੀ ਹੈ, ਲੇਕਿਨ ਮੂਨ ਅਰਥ ਦੇ ਆਸ-ਪਾਸ ਘੁੰਮ ਰਿਹਾ ਹੈ। ਹਾਂ, ਠੀਕ ਹੈ। ਤੇ ਹੁਣ ਇਹ ਦੇਖੋ ਕਿ ਮੂਨ ਵੀ ਅਗਰ ਉਹਦਾ ਡਿਸਟੈਂਸ ਤੁਸੀਂ ਅਗਰ ਅਰਥ ਦੇ ਨਾਲ ਵੇਖੋ ਤੇ ਉਹ ਵੀ ਯਾਨੀ ਕਿ 238,000 ਮਾਈਲਸ ਅਵੇ ਫਰੋਮ ਅਰਥ।
238,000 ਮਾਈਲਸ, ਯਾਨੀ 2,38,000 ਮੀਲ ਅਵੇ ਫਰਮ ਦਾ ਅਰਥ। ਓ ਅਸੀਂ ਇੰਡੀਆ ਜਾਂਦੇ ਹਾਂ, ਮੇਰੇ ਕੋਲ 11,000 ਕਿਲੋਮੀਟਰ ਹੁੰਦਾ ਸਾਰਾ। ਜ਼ਿਆਦਾ ਤੁਸੀਂ ਦੇਖ ਲਓ ਤੇ 2,38,000 ਮਾਈਲ ਹੈ। ਓ ਵਾਹ, ਅੱਛਾ। ਤੁਸੀਂ ਇਮੇਜਿਨ ਲੱਗਦਾ ਤੇ ਬਿਲਕੁਲ ਨੇੜੇ ਹੁੰਦਾ ਰਾਤ ਨੂੰ। ਬਸ ਐਸੇ ਤਾਂ ਨਹੀਂ ਹੈ, ਲੇਕਿਨ ਹਰ ਚੀਜ਼ ਬਹੁਤ ਦੂਰ ਦੂਰ ਹੈ। ਆਈ ਨੋ। ਅੱਛਾ, ਇਹ ਤਾਂ ਇੰਨੇ ਨੇੜੇ ਹੈ ਤਾਂ ਇੰਨੀ ਦੂਰ ਹੈ, ਤੇ ਜਿਹੜੇ ਬਾਕੀ ਨੇ ਉਹਨਾਂ ਦੀ ਦੂਰੀ ਦਾ ਤਾਂ ਕੋਈ ਅਹਿਸਾਸ ਹੀ ਨਹੀਂ ਹੋ ਸਕਦਾ। ਬਸ ਦੇਖ ਲਓ ਐਸੇ ਤਰ੍ਹਾਂ ਹੀ ਹੈ। ਤੇ ਨਾਲ ਫਿਰ ਬਸ ਮੂਨ ਜਿਹੜਾ ਹੈ ਇਹਦੀ ਵੀ ਜਿਸ ਤਰ੍ਹਾਂ ਸਨ ਦੀ ਕਰੈਕਟਰਿਸਟਿਕਸ ਨੇ, ਮੂਨ ਦੀ ਵੀ ਕਰੈਕਟਰਿਸਟਿਕਸ ਨੇ। ਹਾਂਜੀ, ਦੱਸੋ। ਲਾਈਕ ਇਹ ਫੈਮਿਨਨ ਨੇਚਰ ਨੂੰ ਗਵਰਨ ਕਰਦਾ, ਠੀਕ ਹੈ। ਲਾਈਕ ਨਰਚਰਿੰਗ ਹੋ ਗਿਆ, ਠੀਕ ਹੈ। ਲਾਈਕ ਮਦਰ ਲਾਈਕ ਲਵ ਹੋ ਗਿਆ, ਠੀਕ ਹੈ। ਫਿਰ ਇਸ ਤੋਂ ਇਲਾਵਾ ਜਿਹੜੇ ਹੋ ਗਏ ਓਸ਼ਨ ਹੋ ਗਿਆ, ਉਹਨੂੰ ਗਵਰਨ ਕਰਦਾ, ਠੀਕ ਹੈ। ਫਿਰ ਵਾਟਰ ਰਿਲੇਟਡ ਜਿਹੜੇ ਬਿਜ਼ਨੈਸਿਸ ਨੇ, ਲਾਈਕ ਮਿਲਕ ਹੋ ਗਿਆ ਜਿਸ ਤਰ੍ਹਾਂ, ਉਹਨੂੰ ਗਵਰਨ ਕਰਦਾ, ਠੀਕ ਹੈ। ਓਸ਼ਨ ਰਿਲੇਟਡ ਬਿਜ਼ਨਸ ਹੋ ਗਿਆ, ਲਾਈਕ ਜਿਹੜੀ ਟ੍ਰੇਡਿੰਗ ਹੁੰਦੀ ਹੈ, ਸ਼ਿਪਿੰਗ, ਹਾਂਜੀ ਸ਼ਿਪਿੰਗ ਵਗੈਰਾ, ਮਤਲਬ ਬਾਈ ਵਾਟਰ ਜਿਹੜਾ ਕੰਮ, ਫਿਸ਼ਿੰਗ ਵਗੈਰਾ ਹੋ ਗਿਆ, ਇਸ ਤਰ੍ਹਾਂ ਦੇ ਸਾਰੇ ਬਿਜ਼ਨੈਸਿਸ ਨੂੰ ਇਹਨੂੰ ਗਵਰਨ ਕਰਦਾ। ਮੀਨਸ ਇਹ ਕਿ ਜਿਸ ਇਨਸਾਨ ਦੇ ਅੰਦਰ ਲੂਨਰ એનર્ਜੀ बैलेंस है, ज़्यादा है, वो बंदा पानी वाल ਨੂੰ ਬਹੁਤ ਜਾਏਗਾ, ਬਹੁਤ ਜ਼ਿਆਦਾ ਜਾਏਗਾ, ਹੈ ਨਾ। ਜਿਹਦਾ ਮੂਨ ਅੱਛਾ ਹੈ, ਅੱਛਾ ਹੋਏਗਾ। ਤੇ ਇਸ ਤੋਂ ਇਲਾਵਾ ਬੜਾ ਲਵਿੰਗ ਹੋਏਗਾ, ਬੜੀ ਯਾਨੀ ਕਿ ਨਾ ਮਾਈਲਡ ਨੇਚਰ ਹੋਏਗੀ, ਕੂਲ ਨੇਚਰ ਹੋਏਗੀ, ਪਿਆਰ ਕਰਨ ਵਾਲਾ ਹੋਏਗਾ, ਜਿਸ ਤਰ੍ਹਾਂ ਮਾਂ ਕਰਦੀ ਹੈ ਆਪਣੇ ਬੱਚਿਆਂ ਦੇ ਨਾਲ, ਇਸੇ ਤਰ੍ਹਾਂ ਦੀ ਮੂਨ ਦੀ એનર્ਜੀ ਹੈ, ਠੀਕ ਹੈ ਨਾ। ਤੇ ਇਸ ਤਰ੍ਹਾਂ ਇਹ ਅਸੀਂ ਕਿ ਸਾਰੇ ਕੰਮ ਕਰਦਾ। ਫਿਰ ਜਿਹਦੇ ਵਿੱਚ ਮੂਨ ਸਟਰੋਂਗ ਹੋਏਗਾ, ਉਹਦੀ ਇਮੇਜਿਨੇਸ਼ਨ ਬਹੁਤ ਸਟਰੋਂਗ ਹੋਏਗੀ, ਉਹਦੇ ਵਿੱਚ ਕ੍ਰੀਏਟੀਵਿਟੀ ਹੋਏਗੀ। ਤੁਸੀਂ ਦੇਖੋ ਕਵੀ ਸਾਰੇ, ਹਾਂਜੀ, ਜਿੰਨੇ ਵੀ ਮਤਲਬ ਕਵੀ ਹੁੰਦੇ ਨੇ, ਉਹਨਾਂ ਨੇ ਕਿਸੇ ਚਿਹਰੇ ਦੀ ਗੱਲ ਕਰਨੀ ਤੇ ਮੂਨ ਨੂੰ ਲੈ ਆਣਾ, ਮੂਨ ਨੂੰ ਲੈ ਆਣਾ, ਹੈ ਨਾ। ਸੋ ਮਤਲਬ ਇਹਦਾ ਮਤਲਬ ਹੈ ਕਿ ਮੂਨ ਦਾ ਅਸਰ ਕਵੀਆਂ ਦੇ ਉੱਪਰ ਬਹੁਤ ਹੈ। ਹਾਂਜੀ, ਕਵੀ ਤੁਸੀਂ ਦੇਖੋ ਕਿ ਚੰਦਰਮਾ ਨੂੰ ਦੇਖਦੇ ਕਵਿਤਾ ਲਿਖ ਲੈਂਦੇ ਨੇ। ਹਾਂਜੀ, ਰਾਈਟ। ਸੋ ਆਫ ਕੋਰਸ ਇਮੇਜਿਨੇਸ਼ਨ, ਬਿਲਕੁਲ ਸਹੀ ਗੱਲ, ਕ੍ਰੀਏਸ਼ਨ। ਤੇ ਹੁਣ ਇਹ ਜਿਸ ਤਰ੍ਹਾਂ ਜਿਹਨਾਂ ਲੋਕਾਂ ਵਿੱਚ ਮੂਨ ਸਟਰੋਂਗ ਹੁੰਦਾ, ਉਹਨਾਂ ਦੀ ਪਬਲਿਕ ਰਿਲੇਸ਼ਨਿੰਗ ਬਹੁਤ ਅੱਛੀ ਹੋਏਗੀ, ਉਹਨਾਂ ਦੀ ਬਾਣੀ ਵੀ ਅੱਛੀ ਹੋਏਗੀ, ਠੀਕ ਹੈ। ਫਿਰ ਨਾਲ ਉਹਨਾਂ ਵਿੱਚ ਇੱਕ ਇੰਟੂਇਸ਼ਨ ਬਹੁਤ ਜ਼ਿਆਦਾ ਹੋਏਗਾ ਕਿਸੇ ਵੀ ਚੀਜ਼ ਤੋਂ ਬਾਰੇ, ਠੀਕ ਹੈ। ਫਿਰ ਉਹਨਾਂ ਦੀ ਸਿਕਸ ਸੈਂਸ ਵੀ ਬੜੀ ਅੱਛੀ ਹੋਏਗੀ, ਕਿਉਂਕਿ ਇਮੇਜਿਨੇਟਿਵ ਹੁੰਦਾ ਨਾ ਬਹੁਤ ਜ਼ਿਆਦਾ ਲੋਕ, ਤੇ ਕ੍ਰੀਏਟੀਵਿਟੀ ਬਹੁਤ ਜ਼ਿਆਦਾ ਹੋਏਗੀ ਉਹਨਾਂ ਲੋਕਾਂ ਵਿੱਚ। ਫਿਰ ਇਸ ਤੋਂ ਇਲਾਵਾ ਲਾਈਕ ਸਪੀਕਿੰਗ ਐਬਿਲਿਟੀ ਬਹੁਤ ਅੱਛੀ ਹੋਏਗੀ, ਪਲੀਜ਼ਿੰਗ ਪਰਸਨੈਲਿਟੀ ਹੋਏਗੀ ਬਹੁਤ ਜ਼ਿਆਦਾ, ਬੜੇ ਯਾਨੀ ਕਰਟੀਅਸ ਮੈਨਰ ਵਿੱਚ ਗੱਲ ਕਰਨਗੇ ਤੁਹਾਡੇ ਨਾਲ। ਤੇ ਇਹ ਸਾਰੇ ਯਾਨੀ ਕਿ ਜਿੰਨੀ ਵੀ ਸਾਰੀ ਖਾਸੀਅਤਾਂ ਨੇ, ਇਹ ਸਾਰੀ ਮੂਨ ਤੋਂ ਗਵਰਨ ਹੁੰਦੀਆਂ। ਵਾਓ। ਮੈਨੂੰ ਦੇਖੋ, ਮੈਨੂੰ ਨਾ ਤੁਸੀਂ ਗੱਲਾਂ ਕਰ ਰਹੇ ਹੋ, ਮੇਰੇ ਸਾਹਮਣੇ ਸਾਰੇ ਸੀਨ ਆ ਰਹੇ ਨੇ ਕਿ ਅਗਰ ਆਪਾਂ ਦੇਖੋ, ਸਾਡਾ ਸਾਰਿਆਂ ਦਾ ਮੂੰਹ ਇੱਕ ਹੈ, ਕੰਨ ਦੋ ਨੇ, ਠੀਕ ਹੈ, ਅੱਖਾਂ ਦੋ ਨੇ, ਨੱਕ ਇੱਕ ਹੈ, 5 ਉਂਗਲੀਆਂ ਸਾਰੇ ਦੇ ਸੇਮ ਨੇ। ਲੇਕਿਨ ਸੱਚੀ ਗੱਲ ਹੈ ਕਿ ਅਗਰ ਆਪਾਂ ਸਾਰੇ ਸੇਮ ਆ ਤਾਂ ਅਸੀਂ ਸੇਮ ਹੁੰਦੇ, ਬੋਲਣ ਸੇਮ ਹੁੰਦੇ, ਬਿਹੇਵੀਅਰ ਸੇਮ ਹੁੰਦੇ, ਸਾਰਾ ਕੁਝ ਸੇਮ ਕਰਦੇ ਤਾਂ ਰੋਬੋਟ ਜਿਹੇ ਵਰਗੇ ਹੁੰਦੇ ਆਪਾਂ। ਦੋ ਬੰਦੇ ਬੈਠੇ ਨੇ, ਇੱਕ ਬੰਦੇ ਨੂੰ ਚਿਹਰਾ ਦੇਖ ਕੇ ਇੰਨਾ ਚੰਗਾ ਲੱਗਦਾ, ਦਿਲ ਕਰਦਾ ਉਹਦੇ ਕੋਲ ਖੜੋ ਜਾ ਕੇ ਉਹਦੀਆਂ ਗੱਲਾਂ ਸੁਣੋ, ਕਿੰਨੀ ਮਿਠਾਸ ਹੈ, ਕਿੰਨਾ। ਔਰ ਇੱਕ ਹੁੰਦਾ ਕਿ ਥੋੜਾ ਜਿਹਾ ਬੋਲਿਆ ਤੇ ਹੁੰਦਾ ਵੀ ਥੋੜਾ ਪਾਸੇ ਹੋ ਜਾਓ ਜੀ। ਆਫਟਰ ਆਲ ਕਿਉਂ? So energies are operating behind the mind and the person is governed by those energies. That's why his behavior, his speech, his functions, action are governed by those energies. Absolutely. So these energies are the main things that make the difference. So moon ਜਿਹੜੀ lunar energy ਹੈ, ਜਿਹੜਾ moon ਹੈ, ਤੇ ਇਹ ਜਿਸ ਬੰਦੇ ਦੇ ਅੰਦਰ ਅੱਛਾ ਹੋਏਗਾ ਉਹ ਬੰਦਾ ਮਦਰ ਵਰਗਾ ਹੋਏਗਾ। ਤਾਂ ਅੱਛਾ, ਮਾਮਾ ਵੀ ਕਹਿ ਦਿੰਦੇ ਆ, ਮਾਂ ਦਾ ਭਰਾ ਵੀ ਨਾਲ ਕਹਿ ਦਿੰਦਾ, ਚੰਦਾ ਮਾਮਾ ਕਹਿ ਦਿੰਦੇ ਆ, ਹੈ ਨਾ। ਸੋ ਉਹ ਬੜਾ ਠੰਡਾ ਹੋਏਗਾ, शीतल जा होएगा, नर्चरिंग होएगा, इमेजिनेटिव होएगा, है ना। और ज़बान बड़ी प्यारी होएगी, है ना। और बड़ा वो एडजस्ट करने वाला होएगा, है ना, क्योंकि पानी है। ਤੇ ਇਸੇ ਤਰ੍ਹਾਂ ਹੀ ਅਗਰ ਮੂਨ ਵੀਕ ਹੋਏਗਾ ਤੇ ਫਿਰ ਉਹਦੀ ਵੀ ਆ ਜਾਏਗਾ, ਉਹਦਾ ਟੈਂਪਰਾਮੈਂਟ ਅੱਛਾ ਨਹੀਂ ਹੋਏਗਾ, ਠੀਕ ਹੈ। ਉਹ ਇੰਨਾ ਜ਼ਿਆਦਾ ਇਮੇਜਿਨੇਟਿਵ ਨਹੀਂ ਹੋਏਗਾ, ਕ੍ਰੀਏਟਿਵਿਟੀ ਅੱਛੀ ਨਹੀਂ ਹੋਏਗੀ ਉਹਦੇ ਵਿੱਚ। ਫਿਰ ਇਸ ਤੋਂ ਇਲਾਵਾ ਟੋਲਰੈਂਟ ਨਹੀਂ ਹੋਏਗਾ, ਇਨਟੋਲਰੈਂਟ ਹੋਏਗਾ ਬਹੁਤ ਜ਼ਿਆਦਾ, ਸਹਿਨਸ਼ੀਲਤਾ ਨਹੀਂ ਹੋਏਗੀ, ਹਾਂ, ਯਾਨੀ ਕਿ ਮੇਰਾ ਮਤਲਬ ਸਬਰ ਨਹੀਂ ਕਰ ਸਕੇਗਾ ਜ਼ਿਆਦਾ, ਠੀਕ ਹੈ। ਤੇ ਇਸ ਤਰ੍ਹਾਂ ਦੀ ਚੀਜ਼ਾਂ ਸਾਰੀਆਂ ਹੁੰਦੀਆਂ ਨੇ, ਇਹ ਸਾਰੀਆਂ ਪ੍ਰੋਪਰਟੀਜ਼, ਐਟਰੀਬਿਊਟਸ, ਇਹ ਸਾਰੇ ਮੂਨ ਗਵਰਨ ਕਰਦਾ ਹੈ। ਔਰ ਫਿਰ ਬਾਡੀ ਦੇ ਅੰਦਰ ਮੂਨ ਕਿਸ ਤਰ੍ਹਾਂ ਗਵਰਨ ਕਰਦਾ? ਉਹਦੇ ਵੀ ਕੁਝ ਇਮੋਸ਼ਨਸ ਤੁਹਾਡੇ ਚੇਂਜ ਹੁੰਦੇ ਨੇ, ਸਭ ਤੋਂ ਵੱਡੀ ਗੱਲ ਹੈ। ਅੱਛਾ, ਦੇਖਿਆ ਕਿ ਜਦੋਂ ਫੁੱਲ ਮੂਨ ਹੁੰਦਾ ਹੈ, ਮੈਂ ਬਹੁਤ ਪੁਰਾਣੀ ਗੱਲ ਹੈ, ਮੈਂ ਕੰਨਿਆ ਕੁਮਾਰੀ ਗਈ ਸੀਗੀ, ਬਹੁਤ ਪੁਰਾਣੀ ਗੱਲ, ਮੇ ਵੀ 40 ਸਾਲ ਪਹਿਲੇ ਗੱਲ ਹੋਏਗੀ, ਪਹਿਲੀ ਵਾਰ ਗਈ ਸੀ ਮੈਂ, ਤੇ ਉਹ ਫੁੱਲ ਮੂਨ ਸੀ। ਔਰ ਮੇਰੇ ਨਾਲ ਜਿਹੜੀ ਗਏ ਸੀ ਮੇਰੀ ਫਰੈਂਡ, ਉਹ ਕਹਿੰਦੇ ਸੀ ਆਪਾਂ ਫੁੱਲ ਮੂਨ ਤੇ ਹੀ ਪਹੁੰਚਣਾ ਹੈ। ਤੇ ਉੱਥੇ 3 ਸਮੁੰਦਰ ਇਕੱਠੇ ਹੁੰਦੇ ਨੇ, ਇੱਕ ਪਾਸੇ ਅਰਬ ਸਾਗਰ ਹੈ, ਹਿੰਦ ਮਹਾਸਾਗਰ ਹੈ, ਤੇ ਬੇ ਆਫ ਬੰਗਾਲ ਹੈ, ਤਿੰਨੋਂ ਇਕੱਠੇ ਹੁੰਦੇ ਨੇ। ਐਂਡ ਯੂ ਕੈਨ ਸੀ देयर ਵਾਟਰ ਸੈਪਰੇਟ।
ਜੀ ਦੇ ਡੋਂਟ ਕ੍ਰਾਸ ਦ ਲਿਮਿਟ। ਹਿੰਦ ਮਹਾਸਾਗਰ ਆਪਣੀ ਲਿਮਿਟ ਦੇ ਵਿੱਚ ਹੈ, ਅਰਬ ਸਾਗਰ ਆਪਣੀ ਲਿਮਿਟ ਦੇ ਅੰਦਰ ਹੈ, ਬੇ ਆਫ ਬੰਗਾਲ ਆਪਣੀ ਲਿਮਿਟ ਦੇ ਅੰਦਰ ਹੈ। ਇੱਕ ਥੋੜਾ ਕਾਲਾ ਹੈ, ਇੱਕ ਥੋੜਾ ਜਿਹਾ ਗ੍ਰੀਨਿਸ਼ ਹੈ, ਇੱਕ ਥੋੜਾ ਜਿਹਾ ਮੱਡੀ ਹੈ। ਐਂਡ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਬਿਲਕੁਲ ਲਾਈਨ ਹੈ। ਔਰ ਜਦੋਂ ਰਾਤ ਹੋਈ, ਯਕੀਨ ਮੰਨੋ ਦੈਟ ਓਸ਼ਨ ਵਾਸ ਸੋ ਵਾਇਲੈਂਟ ਕਿ ਜਿੱਦਾਂ ਵੀ ਅੱਜ ਬਈ ਬਿਲਡਿੰਗਾਂ ਸਾਰੀਆਂ ਤੋੜ ਕੇ ਲੈ ਗਏ ਹੈ ਨਾ। ਮੈਂ ਆਪਣੀ ਅੱਖਾਂ ਨਾਲ ਦੇਖਿਆ ਕਿ ਉਹਦੇ ਜਿਹੜੀਆਂ ਸੀ ਨਾ, ਜਿਹੜੀਆਂ ਲਹਿਰਾਂ ਜਿਵੇਂ ਅਸਮਾਨ ਨੂੰ ਛੂ ਰਹੀਆਂ ਸੀਗੀਆਂ। ਆਫਟਰ ਆਲ ਉਹ ਮੂਨ ਦੇ ਫੁੱਲ ਮੂਨ ਦੀ ਕਿਹੜੀ એનર્ਜੀ ਨੇ ਉਸ ਪਾਣੀ ਨੂੰ ਇੰਨਾ ਵਾਇਲੈਂਟ ਬਣਾਤਾ। ਦੇਖੋ, ਔਰ ਅਗਰ ਉਹ ਪਾਣੀ ਇੰਨਾ ਵਾਇਲੈਂਟ ਹੈ ਤੇ 80% ਵਾਟਰ ਸਾਡੇ ਅੰਦਰ ਵੀ ਹੈ। ਬਿਲਕੁਲ, ਉਹ ਸਾਡੇ ਇਮੋਸ਼ਨਸ ਨੂੰ ਵੀ ਫਿਰ ਜਿਹੜਾ ਅਫੈਕਟ ਕਰਦਾ ਸੀ ਸਾਡੇ, ਅਸੀਂ ਇਮੋਸ਼ਨਲ ਬਹੁਤ ਜ਼ਿਆਦਾ ਹੋ ਜਾਂਦੇ ਆ ਜਦੋਂ ਫੁੱਲ ਮੂਨ ਹੁੰਦਾ, ਠੀਕ ਹੈ। ਤੇ ਸਾਰੀ એનર્ਜੀਜ਼ ਨੇ ਜਿਹੜੀ ਇਨਸਾਨ ਨੂੰ ਉਹਦਾ ਬਿਹੇਵੀਅਰ ਚੇਂਜ ਕਰਨ ਦੀ ਹੈਲਪ ਕਰਦੀ ਹੈ। ਹਾਂ, ਯੈਸ ਸੋ ਬੜੀ ਬਿਊਟੀਫੁਲ ਗੱਲ ਹੈ। ਆਪਾਂ ਨੂੰ ਲੱਗਦਾ ਹੈ, ਆਪਾਂ ਤਾਂ ਮੋਸਟਲੀ ਆਪਣੇ ਬਲੱਡ ਵਰਕ ਕਰਾਉਂਦੇ ਆ ਕਿ ਮੇਰੇ ਅੰਦਰ ਹੀਮੋਗਲੋਬਿਨ ਕਿੰਨਾ ਹੈ, ਮੇਰੇ ਅੰਦਰ ਵਿਟਾਮਿਨਸ ਦੀ ਕਮੀ ਕਿੰਨੀ ਹੈ, ਔਰ ਵਗੈਰਾ ਵਗੈਰਾ ਹੋਰ ਬੜੀ ਤਰ੍ਹਾਂ ਦੇ ਜਿਹੜੇ ਨੇ ਟੈਸਟ ਹੁੰਦੇ ਨੇ। ਲੇਕਿਨ ਜਿਹੜਾ ਇਹ ਕਮਾਲ ਹੈ ਨਾ, ਕੁਛ ਇਹਦਾ ਕੁਝ ਸਾਹਮਣੇ ਡਾਇਗਨੋਸ ਉੱਦਾਂ ਨਜ਼ਰ ਨਹੀਂ ਆਏਗਾ, ਲੇਕਿਨ ਇਹ ਕਿੰਨਾ ਐਕਿਊਰੇਟ ਔਰ ਕਿੰਨਾ ਪ੍ਰੀਸਾਈਜ਼ ਔਰ ਕਿੰਨਾ ਡੀਪ ਅੰਡਰਸਟੈਂਡਿੰਗ ਆਫ ਦਾ ਪਰਸਨੈਲਿਟੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਅਸੀਂ ਹੈਮੋਗਲੋਬਿਨ ਵਗੈਰਾ ਚੈੱਕ ਕਰ ਸਕਦੇ ਹਾਂ ਤੇ ਉਹ ਸਾਨੂੰ ਦੱਸਦਾ ਹੈ ਕਿ ਸਾਡੇ ਵਿੱਚ ਕਿੰਨਾ ਬਲੱਡ ਹੈ। ਤੇ ਇਹੀ એનર્ਜੀਜ਼ ਨੇ ਇਹ ਸਾਡੇ ਡੀਐਨਏ ਵਿੱਚ ਆ ਕੇ ਐਮਬੈਡ ਹੋ ਜਾਂਦੀਆਂ, ਠੀਕ ਹੈ ਨਾ। ਤੇ ਉਹ ਫਿਰ ਸਾਨੂੰ ਦੱਸਦੀਆਂ ਨੇ ਕਿ ਸਾਡੇ ਵਿੱਚ ਸਨ ਕਿੰਨਾ ਹੈ, ਮੂਨ ਕਿੰਨਾ ਹੈ, ਮਾਰਸ ਦੀ એનર્ਜੀ ਕਿੰਨੀ ਹੈ, ਜੁਪੀਟਰ ਦੀ ਕਿੰਨੀ ਹੈ, ਵੀਨਸ ਦੀ ਕਿੰਨੀ ਹੈ, ਠੀਕ ਹੈ, ਮਰਕਰੀ ਦੀ ਕਿੰਨੀ ਹੈ। ਤੇ ਉਹ ਸਾਰਾ ਮਿਲ ਕੇ ਇੱਕ ਕੰਪਲੀਟ ਇਨਸਾਨ ਬਣਾਉਂਦੇ ਹਨ। ਤੇ ਇਨਸਾਨ ਦੇ ਵਿੱਚ ਜਿਹੜੀ ਸਟਰੈਂਥ ਹੋਵੇਗੀ ਉਹ ਵੀ ਇਹਨਾਂ ਪਲੈਨਟਸ ਤੋਂ ਆਏਗੀ, ਜਿਹੜੀ ਵੀਕਨੈਸਿਸ ਹੋਏਗੀ ਉਹ ਵੀ ਇਹਨਾਂ ਪਲੈਨਟਸ ਤੋਂ ਆਉਂਦੀਆਂ। ਵਾਹ, ਵੈਰੀ ਗੁੱਡ। ਸੋ ਸਾਡੀਆਂ ਸਟਰੈਂਥਸ ਐਂਡ ਸਾਡੀਆਂ ਵੀਕਨੈਸਿਸ ਇਹ ਡਿਪੈਂਡ ਕਰਦੀਆਂ ਰੇਸ਼ੀਓ ਆਫ એનર્ਜੀਜ਼ ਇਨ ਆਵਰ ਬਾਡੀ। ਐਗਜ਼ੈਕਟਲੀ। ਅਗਰ ਉਹ એનર્ਜੀ ਡਾਊਨ ਹੈ ਤਾਂ ਉਹਦੇ ਨਾਲ ਰਿਲੇਟਡ ਸਾਰੇ ਫੰਕਸ਼ਨ ਵੀ ਨੈਗੇਟਿਵ ਤੇ ਡਾਊਨ ਨੇ। ਐਬਸੋਲੂਟਲੀ। ਅगर वो बैलेंस है तो ਉਹਦੇ ਨਾਲ ਰਿਲੇਟਡ सारे फंक्शन भी बैलेंस है। मैंने हुन गल बहुत अच्छी समझ गया बस। अच्छा, आगे बताएं, हमारे पास सिर्फ 2-3 मिनट अभी और है। ਲਾਈਕ ਮੈਂ ਸਨ ਤੇ ਮੂਨ ਦੇ ਬਾਰੇ ਤੇ ਦੱਸ ਦਿੱਤਾ, ਠੀਕ ਹੈ। ਫਿਰ ਇੱਕ ਪਲੈਨਟ ਜਿਹੜਾ ਆਂਦਾ ਉਹ ਮਾਰਸ ਹੈ। ਨੈਕਸਟ ਮਾਰਸ ਹੈ, ਬਿਲਕੁਲ ਧਰਤੀ ਦੇ ਨਾਲ ਹੈ, ਬਿਲਕੁਲ ਧਰਤੀ ਤੋਂ ਕਲੋਜ਼ ਹੈ, ਲੇਕਿਨ ਆਊਟਰ ਹੈ, ਆਊਟਰ ਸਰਕਲ ਵਿੱਚ ਹੈ। ਲਾਈਕ ਇਨਰ ਸਰਕਲ ਵਿੱਚ ਜਿਹੜੇ ਹੈਗੇ ਨੇ ਅਰਥ ਦੇ, ਉਹ ਵੀਨਸ ਹੈ ਤੇ ਮਰਕਰੀ ਹੈ। ਅੱਛਾ, ਲੇਕਿਨ ਇਹ ਆਊਟਰ ਸਰਕਲ ਹੈ, ਯਾਨੀ ਕਿ ਅਰਥ ਤੋਂ ਬਾਹਰ ਹੈ। ਓਕੇ, ਠੀਕ ਹੈ। ਸੋ ਸਨ ਔਰ ਅਰਥ ਦੇ ਵਿਚਕਾਰ ਜਿਹੜੇ ਪਲੈਨਟ ਨੇ ਮਰਕਰੀ ਐਂਡ ਵੀਨਸ, ਦੋ ਦੇ ਆਰ ਇਨ ਇਨਰ ਸਰਕਲ। ਐਗਜ਼ੈਕਟਲੀ। ਔਰ ਅਰਥ ਤੋਂ ਬਾਹਰ ਜਿਹੜੇ ਨੇ ਉਹ ਆਊਟਰ ਸਰਕਲ ਦੇ ਨੇ। ਹਾਂਜੀ, ਤੇ ਇਹਨੂੰ ਯਾਨੀ ਅਰਥ ਦਾ ਬੱਚਾ ਵੀ ਕਿਹਾ ਜਾਂਦਾ। ਅੱਛਾ, ਹਾਂ, ਭੂਮੀ ਸੁੱਤ ਕਿਹਾ ਜਾਂਦਾ। ਹਾਂਜੀ, ਬਿਲਕੁਲ, ਸਨ ਆਫ ਅਰਥ ਕਿਹਾ ਜਾਂਦਾ ਇਹਨੂੰ। ਤੇ ਨਾਲ ਸਨ ਜਿਹੜਾ ਮਰਕਰੀ ਹੈ, ਸੌਰੀ ਮਾਰਸ ਜਿਹੜਾ ਅਰਥ ਤੋਂ ਵੀ ਛੋਟਾ ਹੈ, ਯਾਨੀ ਕਿ ਅੱਛਾ ਇਹ ਛੋਟਾ ਹੈ ਜੀ। ਤੇ ਇਹ ਮਾਰਸ ਹੈ, ਮਾਰਸ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਇਹ ਕਮਾਂਡਰ ਦੀ ਤਰ੍ਹਾਂ ਜਦੋਂ ਵਰਡ ਕਮਾਂਡਰ ਸਾਹਮਣੇ ਆਉਂਦਾ ਹੈ, ਆਰਮੀ ਆ ਜਾਂਦੀ ਹੈ ਤੇ ਤੁਸੀਂ ਫਿਰ ਤੋਪਾਂ ਆ ਜਾਂਦੀਆਂ ਨੇ, ਬੰਦੂਕਾਂ ਆ ਜਾਂਦੀਆਂ ਨੇ, ਹੈਨਾ। ਤੇ ਫਿਰ ਤੁਸੀਂ ਉਹਦੀ ਨੇਚਰ ਯਾਨੀ ਆਬਜ਼ਰਵ ਕਰ ਸਕਦੇ ਹੋ, ਉਹ ਬੜਾ ਕਮਾਂਡਿੰਗ ਨੇਚਰ ਹੋਏਗੀ ਉਹਦੀ। ਉਹ ਵੀ ਜਿਸ ਤਰ੍ਹਾਂ ਸਨ ਦੀ ਅਥਾਰਟੇਟਿਵ ਨੇਚਰ ਹੈ, ਇਹਦੀ ਵੀ ਅਥਾਰਟੇਟਿਵ ਹੋਏਗੀ, ਐਗਰੈਸਿਵ ਹੋਏਗਾ ਉਹ ਇਨਸਾਨ, ਠੀਕ ਹੈ, ਹੌਟ ਹੈਡਡ ਹੋਏਗਾ। ਫਿਰ ਇਸ ਤੋਂ ਇਲਾਵਾ ਡੇਅਰਿੰਗ ਹੋਏਗਾ, ਫੁੱਲ ਆਫ એનર્ਜੀ ਹੋਏਗਾ, ਠੀਕ ਹੈ। ਫਿਰ ਇਸ ਤੋਂ ਇਲਾਵਾ ਉਹਦੀ ਫਿਜ਼ੀਕਲ ਸਟਰੈਂਥ ਹੋਏਗੀ, ਫਿਰ ਇਸ ਤੋਂ ਇਲਾਵਾ ਫਾਈਟਿੰਗ ਸਪਿਰਿਟ ਹੋਏਗੀ, ਰੈਡੀ ਟੂ ਡੂ ਐਨੀਥਿੰਗ ਵਿਦਆਊਟ ਐਨੀ ਹੈਜ਼ਿਟੇਸ਼ਨ। ਇਹ ਸਾਰੀ ਜਿੰਨੀ ਵੀ ਕੈਰੈਕਟਰਿਸਟਿਕਸ ਨੇ ਇਹ ਤੁਹਾਨੂੰ ਮਾਰਸ ਦਿੰਦਾ। ਓਵਰ ਕੌਨਫੀਡੈਂਸ ਹੁੰਦਾ ਬੰਦਾ। ਜੀ, ਬਿਲਕੁਲ, ਵੈਰੀ ਗੁੱਡ। ਤੇ ਇਹਦੀ ਵੀ ਫਿਰ ਇਸੇ ਤਰ੍ਹਾਂ ਹੀ ਹੈ, ਅਗਰ ਸਟਰੋਂਗ ਮਾਰਸ ਹੋਏਗਾ ਤੇ ਤੁਹਾਡਾ ਸੈਲਫ ਕੌਨਫੀਡੈਂਸ ਨੂੰ ਬੂਸਟ ਅਪ ਕਰੇਗਾ। ਫਿਰ ਤੁਹਾਡੇ ਵਿੱਚ ਇੱਕ ਪਾਵਰ ਰਹੇਗੀ, ਵਿਲ ਪਾਵਰ ਆਏਗੀ ਤੁਹਾਡੇ ਵਿੱਚ। ਤੁਸੀਂ ਕਿਸੇ ਕੰਮ ਨੂੰ ਅਗਰ ਸੋਚਿਆ ਕਿ ਮੈਂ ਕਰਨਾ, ਉਹ ਤੁਸੀਂ ਕਰ ਲਓਗੇ, ਠੀਕ ਹੈ। ਫਿਰ ਇਸ ਤੋਂ ਇਲਾਵਾ ਤੁਹਾਡੀ ਆਰਗੇਨਾਈਜੇਸ਼ਨਲ ਜਿਹੜੀ ਐਬਿਲਿਟੀਜ਼ ਨੇ ਉਹ ਬੜੀਆਂ ਚੰਗੀਆਂ ਹੋਏਗੀ। ਤੁਸੀਂ ਅਗਰ ਕਿਸੇ ਕੰਮ ਨੂੰ ਆਰਗੇਨਾਈਜ਼ ਕਰਨਾ ਹੈ, ਤੁਹਾਨੂੰ ਇਹ ਹੈਲਪ ਕਰੇਗਾ। ਦੇਖੋ, ਕਮਾਂਡਰ ਨੇ ਕਿੰਨੀ ਸੈਨਾ ਨੂੰ ਆਰਗੇਨਾਈਜ਼ ਕਰਨਾ ਹੈ ਨਾ, ਉਹਨਾਂ ਦੀ ਸਾਰੀਆਂ ਸਟ੍ਰੈਟੇਜੀਜ਼ ਬਣਾਉਣੀਆਂ ਔਰ ਇੰਨਿਆਂ ਨੂੰ ਪੋਜ਼ਿਟਿਵ ਲੈ ਕੇ ਕੌਨਫੀਡੈਂਸ ਦੇ ਨਾਲ ਅਟੈਕ ਕਰਾਣੇ। ਉਹ ਬੰਦੇ ਦਾ ਬ੍ਰੇਨ ਕਿੰਨਾ, ਤੇ ਉਹ ਕਿੰਨਾ ਪ੍ਰੋਫੈਸ਼ਨਲ ਵੀ ਹੋਏਗਾ, ਫਿਰ ਐਂਬੀਸ਼ੀਅਸ ਵੀ ਹੋਏਗਾ ਕਿੰਨਾ ਜ਼ਿਆਦਾ। ਤੇ ਇਹ ਸਾਰੀ ਜਿਹੜੀ ਪ੍ਰੋਪਰਟੀਜ਼ ਨੇ ਇਹਨੂੰ ਗੋ ਐਂਡ ਮਾਰਸ ਕਰਦਾ। ਵੈਰੀ ਗੁੱਡ। ਤੇ ਅਗਰ ਇਹਨਾਂ ਦਾ ਤੁਸੀਂ ਅਗਰ ਥੋੜਾ ਆਪੋਜ਼ਿਟ ਕਰ ਲਓ, ਉਹ ਸਾਰੀ ਵੀਕਨੈਸਿਸ ਆ ਜਾਣਗੀਆਂ ਮਾਰਸ ਦੀਆਂ। ਲਾਈਕ ਵੀਕਨੈਸਿਸ, ਲਾਈਕ ਉਹ ਬੰਦੇ ਵਿੱਚ ਵਿਲ ਪਾਵਰ ਨਹੀਂ ਹੋਏਗੀ, ਠੀਕ ਹੈ।
ਫਿਰ ਐਸੇ ਤਰ੍ਹਾਂ ਹੀ ਉਹਦੀ ਜਿਹੜੀ ਨੇਚਰ ਹੋਏਗੀ ਉਹ ਬੜੀ ਯਾਨੀ ਕਿ ਅਥਾਰਟੇਟਿਵ ਨੇਚਰ ਨਹੀਂ ਹੋਏਗੀ, ਠੀਕ ਹੈ, ਬੜਾ ਯਾਨੀ ਕਿ ਕਾਇਰ ਟਿਮਿਡ ਟਾਈਪ ਹੋਏਗਾ, ਠੀਕ ਹੈ। ਫਿਰ ਇਸ ਤੋਂ ਇਲਾਵਾ ਲਾਈਕ ਬੜਾ ਸ਼ੋਰਟ ਟੈਂਪਰ ਹੋਏਗਾ, ਆਰਗੂਮੈਂਟੇਟਿਵ ਹੋਏਗਾ, ਤੇ ਇਹ ਸਾਰੀ ਵੀਕਨੈਸਿਸ ਹੈਗੀਆਂ ਨੇ ਮਾਰਸ ਦੀਆਂ ਜਿੰਨੀਆਂ ਵੀ ਹੈ, ਠੀਕ ਹੈ ਨਾ। ਤੇ ਇਹ ਬੇਸਿਕਲੀ ਜਿਹੜੀ ਨੈਗੇਟਿਵ એનર્ਜੀਜ਼ ਹੈਗੀਆਂ ਨੇ ਜਦੋਂ ਮਾਰਸ ਦੀ ਆਉਂਦੀਆਂ ਨੇ ਤੇ ਉਹਦੇ ਵਿੱਚ ਡਿਫਰੈਂਟ ਪਰਸਨੈਲਿਟੀ ਟ੍ਰੇਟਸ ਤੁਹਾਡੇ ਚੇਂਜ ਹੁੰਦੇ ਨੇ, ਲਾਈਕ ਉਹ ਬੰਦੇ ਨੂੰ ਗੈਂਗਸਟਰ ਬਣਾ ਸਕਦਾ ਵੀਕਨੈਸਿਸ ਦੀ ਵਜ੍ਹਾ ਨਾਲ, ਅਗਰ ਉਹ ਨੈਗੇਟਿਵ ਹੈ, ਅਗਰ ਉਹ ਡਾਊਨ ਹੈ, ਕ੍ਰਿਮੀਨਲ ਮਾਈਂਡ ਹੋ ਸਕਦਾ ਉਹਦਾ, ਠੀਕ ਹੈ। ਫਿਰ ਇਹ ਜਿਹੜੇ ਸ਼ੂਟਿੰਗ ਤੇ ਵਾਇਲੈਂਟ ਐਕਟਸ ਹੁੰਦੇ ਨੇ ਪੂਰੀ ਦੁਨੀਆ ਵਿੱਚ, ਉਹਦੇ ਵਿੱਚ ਵੀ ਯਾਨੀ ਇਹਦੀ એનર્ਜੀ ਦੇਖੋ ਤੁਸੀਂ ਮਤਲਬ ਚੈਨਲਾਈਜ਼ ਕਰਨ ਦੀ ਗੱਲ ਹੈ, ਉਹੀ ਮਾਰਸ ਦੀ એનર્ਜੀ ਅਗਰ ਅੱਛੀ ਹੈ ਤੇ ਉਹ ਆਰਮੀ ਦਾ ਕਮਾਂਡਰ ਹੋ ਕੇ ਔਰ ਉਹ ਕਿੰਨੀ ਸੈਨਾ ਨੂੰ ਗਾਈਡ ਕਰਕੇ ਦੇਸ਼ ਦੀ ਰੱਖਿਆ ਕਰ ਸਕਦਾ ਹੈ, ਸੁਰੱਖਿਆ ਕਰ ਸਕਦਾ ਹੈ ਨਾ। ਲੇਕਿਨ ਅਗਰ ਉਹੀ એનર્ਜੀ ਡਾਊਨ ਹੈ ਤਾਂ ਉਹ ਗੈਂਗਸਟਰ ਬਣ ਸਕਦਾ ਹੈ। ਦੇਖੋ ਸਾਰਾ ਤੇ ਫਿਰ ਐਸੇ ਤਰ੍ਹਾਂ ਜਿਸ ਤਰ੍ਹਾਂ ਸਨ ਤੇ ਮੂਨ ਡਿਫਰੈਂਟ ਯਾਨੀ ਬਾਡੀ ਪਾਰਟਸ ਤੇ ਗਵਰਨ ਕਰਦੇ ਨੇ, ਇਹ ਵੀ ਯਾਨੀ ਕਿ ਗਵਰਨ ਕਰਦਾ, ਲਾਈਕ ਇਹ ਬੋਨ ਮੈਰੋ ਹੈ ਤੁਹਾਡਾ, ਅੱਛਾ ਬੋਨ ਮੈਰੋ ਬੜਾ ਇੰਪੋਰਟੈਂਟ ਆਪਾਂ ਨੂੰ ਪਤਾ ਹੈ ਕਿ ਉਹਦੇ ਤੇ ਗਵਰਨ ਕਰਦਾ, ਬਲੱਡ ਹੈ ਤੁਹਾਡਾ, ਇੰਟੈਸਟਾਈਨ ਹੈ, ਨੈਕ ਹੈ, ਨੋਜ਼ ਹੈ, ਮਸਲਸ ਨੇ, ਜਿਹੜੀ ਮਸਲ ਸਟਰੈਂਥ ਹੈ ਉਹ ਸਾਰੀ ਮਾਰਸ ਦੀ એનર્ਜੀ ਤੇ ਡਿਪੈਂਡ ਕਰਦੀ ਹੈ, ਉਹ ਤੁਹਾਨੂੰ એનર્ਜੀ ਦਿੰਦਾ, ਠੀਕ ਹੈ ਨਾ, ਕਿਉਂਕਿ ਇੱਕ ਪਾਵਰਫੁਲ ਹੈ, ਇੱਕ ਐਗਰੈਸਿਵ ਹੈ, ਠੀਕ ਹੈ। ਤੇ ਫਿਰ ਯਾਨੀ ਕਿ ਅਗਰ ਜਿਸ ਤਰ੍ਹਾਂ ਵੀਕ ਹੈ ਅਗਰ ਮਾਰਸ ਤੇ ਡਿਜ਼ੀਜ਼ਸ ਵੀ ਹੋ ਸਕਦੀਆਂ ਨੇ, ਲਾਈਕ ਜਿਹੜਾ ਮਸਲਨ ਲਿਵਰ ਪ੍ਰੋਬਲਮਸ ਉਸ ਇਨਸਾਨ ਨੂੰ ਬਹੁਤ ਜ਼ਿਆਦਾ ਆਉਣਗੀਆਂ ਜਿਹਦਾ ਮਾਰਸ ਯਾਨੀ ਕਿ ਖਰਾਬ ਹੈ ਜਾਂ ਵੀਕ ਹੈ। ਫਿਰ ਇਸ ਤੋਂ ਇਲਾਵਾ ਟਾਈਫਾਈਡ ਹੋ ਸਕਦਾ, ਕੋਲਰਾ ਹੋ ਸਕਦਾ, ਉਹਨੂੰ ਚਿਕਨ ਪੌਕਸ ਹੋ ਸਕਦਾ, ਠੀਕ ਹੈ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਮਾਰਸ ਗਵਰਨ ਕਰਦਾ। ਵਾਓ, ਤੁਸੀਂ ਤਾਂ ਇੱਕ ਮੈਡੀਕਲ ਡਾਕਟਰ ਵਾਂਗੂ ਗੱਲਾਂ ਦੱਸ ਰਹੇ ਹੋ ਕਿ ਬਈ ਅਗਰ ਆਹ ਸਿੰਪਟਮ ਨੇ ਤਾਂ ਹੋ ਸਕਦਾ ਹੈ, ਮਤਲਬ ਮੈਂ ਤਾਂ ਹੈਰਾਨ ਹੀ ਹਾਂ। ਤੁਸੀਂ ਹੁਣ ਦੇਖੋ ਨਾ ਕਿ ਕਿਸ ਤਰ੍ਹਾਂ એનર્ਜੀਜ਼ ਕੰਮ ਕਰ ਰਹੀਆਂ ਨੇ ਮਿਲ ਕੇ, ਤੇ ਕਿਸ ਤਰ੍ਹਾਂ ਸਾਡੇ ਬ੍ਰੇਨ ਨੂੰ ਫੰਕਸ਼ਨਸ ਕਰਾ ਰਹੀਆਂ ਨੇ, ਫਿਰ ਅਸੀਂ ਉਸੇ ਤਰੀਕੇ ਨਾਲ ਬਿਹੇਵ ਕਰਦੇ ਹਾਂ, ਫਿਰ ਬਿਹੇਵੀਅਰ ਸਾਡੇ ਐਕਸ਼ਨਸ ਬਣ ਜਾਂਦੇ ਨੇ, ਫਿਰ ਐਕਸ਼ਨ ਸਾਡੀ ਹੈਬਿਟਸ ਬਣ ਜਾਂਦੀਆਂ ਨੇ, ਤੇ ਇਸ ਲਈ ਹਰ ਬੰਦਾ ਦੂਸਰੇ ਬੰਦੇ ਤੋਂ ਮੁਖਤਲਿਫ ਹੁੰਦਾ ਹੈ। ਵਾਹ, ਹੁਣ ਦੇਖੋ ਇਹ ਸਬਜੈਕਟ ਬਹੁਤ ਵੱਡਾ ਹੈ ਔਰ ਅਜੇ ਤੁਸੀਂ ਫੈਮਿਲੀ ਦੀ ਗੱਲ ਸ਼ੁਰੂ ਕੀਤੀ ਹੈ, ਅਜੇ ਮੇਰੇ ਖਿਆਲ 3 ਫੈਮਿਲੀ ਮੈਂਬਰ ਦੀ ਗੱਲ ਹੋਈ ਹੈ, ਸਿਰਫ ਸਨ ਦੀ ਗੱਲ ਹੋਈ ਹੈ, ਮੂਨ ਦੀ ਗੱਲ ਹੋਈ ਹੈ ਤੇ ਮਾਰਸ ਦੀ ਗੱਲ ਹੋਈ ਹੈ। ਅਜੇ 6 ਫੈਮਿਲੀ ਮੈਂਬਰ ਅਜੇ ਰਹਿੰਦੇ ਨੇ, ਔਰ ਉਸ ਤੋਂ ਬਾਅਦ ਤੁਸੀਂ ਸਾਨੂੰ ਦੱਸੋਗੇ ਕਿ ਉਹ ਜਿਹੜੀ ਕੁੰਡਲੀ ਹੁੰਦੀ ਹੈ, ਜਿਹੜੇ ਉਹ ਇਦਾਂ ਨਿਸ਼ਾਨ ਬਣੇ ਹੁੰਦੇ ਨੇ ਲਾਈਕ ਡਾਇਮੰਡ ਟਾਈਪ ਸਰਕਲ, ਸੋ ਉਹ 12 ਸਰਕਲ ਕੀ ਨੇ, ਅੱਛਾ, ਫਿਰ 12 ਜ਼ੋਡੀਅਕ ਸਾਈਨ ਕੀ ਨੇ, ਫਿਰ ਉਹ ਪਲੈਨਟ ਕੀ ਹੈ, ਕੰਜੰਕਸ਼ਨ ਕੀ ਹੈ, ਉਹਨਾਂ ਦੇ ਐਸਪੈਕਟ ਕੀ ਨੇ। ਸੋ ਅਜੇ ਤਾਂ ਮਤਲਬ ਗੱਲ ਸ਼ੁਰੂ ਵੀ ਨਹੀਂ ਹੋਈ, ਅਜੇ ਤਾਂ ਫੈਮਿਲੀ ਦੀ ਗੱਲ ਹੀ ਚੱਲ ਰਹੀ ਹੈ। ਮੇਰਾ ਮਤਲਬ ਹੈ ਕਿ ਬਸ ਸ਼ੁਰੂ ਹੀ ਹੋਈ ਹੈ। ਪਰ ਇਹ ਅੱਛੀ ਕਲਾਸ ਹੈ, ਮੈਂ ਸਮਝਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਗੱਲ ਸਮਝ ਆਉਂਦੀ ਹੈ। ਪਰ ਜੇ ਤੁਸੀਂ ਗੱਲ ਹੀ ਸ਼ੁਰੂ ਕਰਦੇ, ਜੇ ਕੁੰਡਲੀ ਹੁੰਦੀ ਹੈ, 12 ਜੇ ਘਰ ਹੁੰਦੇ ਨੇ ਔਰ ਉਹਦੇ 'ਚ ਰਾਸ਼ੀਆਂ ਹੁੰਦੀਆਂ ਨੇ ਔਰ ਉਹ ਇਸ ਤਰ੍ਹਾਂ ਤਾਂ ਮੈਨੂੰ ਲੱਗਦਾ ਕਿ ਉਹ ਫਿਰ ਤਾਂ ਹੀ ਬੰਦਾ ਸੋਚਦਾ ਕਿ ਸਮਝ ਨਹੀਂ ਕੁਛ ਆਇਆ। ਲੇਕਿਨ ਸਟੈਪ ਬਾਏ ਸਟੈਪ ਜਿਸ ਤਰ੍ਹਾਂ ਤੁਸੀਂ ਸਮਝਾ ਰਹੇ ਹੋ ਉਹ ਗੱਲ ਸਮਝ ਵੀ ਆਉਂਦੀ ਹੈ ਔਰ ਉਹ ਗੱਲ ਦਾ ਲੌਜਿਕ ਵੀ ਬਣਦਾ ਜੀ। ਪਤਾ ਕੀ ਦੇਖੋ, ਕੋਈ ਵੀ ਤੁਸੀਂ ਚੀਜ਼ ਪੜ੍ਹਨੀ ਹੈ ਨਾ ਤੇ ਪਹਿਲੇ ਸਭ ਤੋਂ ਪਹਿਲੇ ਉਹਦੀ ਬੇਸਿਕਸ ਤੋਂ ਸ਼ੁਰੂ ਕਰੋ, ਠੀਕ ਹੈ। ਤੁਹਾਨੂੰ ਜਦੋਂ ਤੱਕ ਪਤਾ ਹੀ ਨਹੀਂ ਹੋਏਗਾ ਕਿ ਇਹ ਪਲੈਨਟਸ ਦਾ ਰੋਲ ਕੀ ਹੈ ਸਾਡੀ ਲਾਈਫ ਵਿੱਚ, ਇਹਨਾਂ ਦੀ એનર્ਜੀ ਸਾਨੂੰ ਕਿਸ ਤਰ੍ਹਾਂ ਅਫੈਕਟ ਕਰਦੀਆਂ ਨੇ ਤੇ ਸਾਨੂੰ ਕਿਸ ਤਰ੍ਹਾਂ ਯਾਨੀ ਮੋਡੀਫਿਕੇਸ਼ਨ ਹੁੰਦੀ ਹੈ ਸਾਡੇ ਬਿਹੇਵੀਅਰ ਵਿੱਚ, ਤੇ ਸਾਨੂੰ ਫਿਰ ਅੱਗੇ ਮਜ਼ੀਦ ਚੱਲਣਾ ਜਿਹੜਾ ਨਾ ਉਹ ਬੇਕਾਰ ਹੈ। ਤੁਸੀਂ ਉਹਨੂੰ ਫਿਰ ਯਾਨੀ ਕਿ ਲੌਜੀਕਲੀ ਪ੍ਰੂਵ ਨਹੀਂ ਕਰ ਸਕਦੇ ਕਿਸੇ ਗੱਲ ਨੂੰ। ਯਾਨੀ ਅਗਰ ਸਿੱਧਾ ਅਸੀਂ ਬਰਥ ਚਾਰਟ ਤੇ ਆ ਜਾ, ਕੁੰਡਲੀ ਤੇ ਆ ਜਾ, ਅਸੀਂ ਕਿਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ ਉਹਨੂੰ? ਲਾਈਕ ਕਿਸੇ ਨੂੰ ਸਮਝ ਹੀ ਨਹੀਂ ਹੋਏਗੀ ਕਿ ਮਾਰਸ ਦੀ એનર્ਜੀ ਕੀ ਹੈ, ਸਨ ਦੀ એનર્ਜੀ ਕੀ ਹੈ, ਮੂਨ ਦੀ એનર્ਜੀ ਕੀ ਹੈ। ਲੇਕਿਨ ਅਗਰ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਆਈਡੀਆ ਹੋਏਗਾ ਤੇ ਤੁਸੀਂ ਬੈਟਰ ਐਕਸਪਲੇਨ ਕਰ ਸਕਦੇ ਹੋ। ਸੋ ਤੁਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹੋ ਤੁਸੀਂ ਸਾਰਾ ਸਮਝਾਉਂਦੇ ਹੋ ਬੰਦੇ ਨੂੰ? ਡੈਫੀਨਿਟਲੀ। ਓ ਮਾਈ ਗॉड, ਜ਼ਰੂਰੀ ਹੈ, ਕਮਾਲ ਹੈ। ਹਾਂ, ਕਿਉਂਕਿ ਦੇਖੋ ਮੈਨੂੰ ਲੱਗਦਾ ਕਿ ਤੁਹਾਨੂੰ 2-3 ਘੰਟੇ ਲੱਗਦੇ ਹੋਣਗੇ ਉਹਨੂੰ ਛੋਟੀ ਜਿਹੀ ਗੱਲ ਦੱਸਣ ਵਾਸਤੇ। ਬਿਲਕੁਲ, ਲਾਈਕ ਮੈਂ ਜਿੰਨੀ ਕੋਸ਼ਿਸ਼ ਕਰਦਾ ਕਿ ਉਹਨੂੰ ਮੈਂ ਜ਼ਰਾ ਪ੍ਰੀਸਾਈਜ਼ ਤੇ ਇਲੈਬੋਰੇਟ ਕਰਕੇ ਮੈਂ ਦੱਸਾਂ, ਲੇਕਿਨ ਇਹ ਵੇ ਕਿ ਜਦੋਂ ਇਸ ਤਰ੍ਹਾਂ ਤੁਸੀਂ ਦੱਸਦੇ ਹੋ ਕਿਸੇ ਨੂੰ ਤੇ ਫਿਰ ਮੇਰਾ ਮਤਲਬ ਹੈ ਕਿ ਉਹਦੀ ਕਨਵਿੰਸ ਹੁੰਦਾ ਫਿਰ ਤੁਹਾਡੇ ਤੋਂ ਕਿ ਯਾਰ ਵਾਕਈ ਕਿਉਂ ਹੈ ਇਸ ਤਰ੍ਹਾਂ ਚੀਜ਼। ਵੈਰੀ ਗੁੱਡ। ਦੇਖੋ ਗੱਲ ਬਹੁਤ ਅਜੇ ਤਾਂ ਲੰਬੀ ਹੈ, ਤਾਂ ਸ਼ੁਰੂਆਤ ਨਹੀਂ ਹੋਈ, ਅਜੇ ਤਾਂ ਪਹਿਲਾ ਕਦਮ ਹੀ ਹੈ ਔਰ ਟਾਈਮ ਪੂਰਾ ਹੋ ਰਿਹਾ ਹੈ। ਲੇਕਿਨ ਪਲੀਜ਼ 8-10 ਐਪੀਸੋਡ ਤੁਸੀਂ ਸਾਡੇ ਨਾਲ ਕਰੋਗੇ ਤਾਂ ਘੱਟੋ ਘੱਟ ਸਾਨੂੰ ਥੋੜੀ ਜਿਹੀ ਤਸਵੀਰ ਬਣ ਜਾਏਗੀ, ਠੀਕ ਹੈ। ਸੋ ਪਲੀਜ਼ ਸਾਡੇ ਨਾਲ ਪ੍ਰੋਮਿਸ ਕਰਕੇ ਜਾਓ ਕਿ ਤੁਸੀਂ ਸਟੂਡੀਓ ਆਉਂਦੇ ਰਹੋਗੇ। ਆਈ ਵਿਲ ਟਰਾਈ। ਥੈਂਕ ਯੂ। ਟਰਾਈ ਨਹੀਂ, ਯੂ ਵਿਲ ਕਮ। ਸੋ ਪਿਆਰੇ ਦਰਸ਼ਕੋ, ਤੁਹਾਡੇ ਸਾਹਮਣੇ ਹੈ ਸਾਰਾ ਕੁਝ, ਮੈਨੂੰ ਕੁਝ ਐਕਸਪਲੇਨ ਕਰਨ ਦੀ ਲੋੜ ਨਹੀਂ। ਉਹ ਇੰਨਾ ਡਿਟੇਲ 'ਚ ਇਹਨਾਂ ਨੇ ਐਕਸਪਲੇਨ ਕੀਤਾ ਔਰ ਇੰਨਾ ਮਾਈਨਿਊਟਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਹੌਲੀ ਹੌਲੀ ਸਮਝਾਂਗੇ। ਮੈਨੂੰ ਸ਼ਲੋਕ ਯਾਦ ਆ ਰਿਹਾ ਸੰਸਕ੍ਰਿਤ ਦਾ। ਅਸੀਂ ਸਵੇਰੇ ਉੱਠਦੇ
ਸਕੂਲ ਜਾਂਦੇ ਸੀ ਨਾ ਤੇ ਸਾਡਾ ਆਰਐਸ ਮਾਲ ਸਕੂਲ ਸੀਗਾ। ਸਾਨੂੰ ਜਾਂਦੇ ਸਾਰ ਪਹਿਲੇ ਕਹਿੰਦੇ ਸੀ ਭਈ ਇਹ ਆਪਣੇ ਸੌਰ ਮੰਡਲ ਨੂੰ, ਆਪਣੀ ਜਿਹੜੀ ਉੱਪਰ ਗੈਲੈਕਸੀ ਹੈ ਉਹਨੂੰ ਨਮਸਕਾਰ ਕਰੋ। ਤੇ ਅਸੀਂ ਕਰਦੇ ਸੀ ਬ੍ਰਹਮਾ ਮੁਰਾਰੀ ਤ੍ਰਿਪੁਰਾਂਤਕਾਰੀ ਭਾਨੂ ਸ਼ਸ਼ੀ ਭੂਮि ਸੁਤੋ ਬੁਧस्य ਗੁਰੁश्च ਸ਼ੁਕਰ ਸ਼ਨੀ ਰਾਹੂ ਕੇਤਵ ਕੁਰਵੰਤु ਸਰਵੇ ਮਮ ਸੁਪ੍ਰਭਾਤਮ। ਹੁਣ ਤੁਹਾਨੂੰ ਸਮਝ ਤਾਂ ਨਹੀਂ ਆਈ ਹੋਣੀ, ਮਤਲਬ ਕਿ ਬਈ ਇਹ ਜਿਹੜੇ ਸਾਰੇ ਸ਼ਨੀ ਰਾਹੂ ਕੇਤੂ ਚੰਦਰਮਾ ਸੂਰਯ ਇਹ ਸਭ ਨੂੰ ਮੇਰਾ ਨਮਸਕਾਰ ਹੈ ਔਰ ਗੁੱਡ ਮਾਰਨਿੰਗ ਮੈਂ ਕਹਿ ਰਿਹਾ ਇਹਨਾਂ ਨੂੰ, ਕਿਉਂਕਿ ਇਹਨਾਂ ਦੀ એનર્ਜੀਜ਼ ਦੇ ਨਾਲ ਮੈਂ ਹੁਣ ਉੱਠਿਆ ਔਰ ਸਾਰਾ ਦਿਨ ਮੈਂ ਇਹਨਾਂ ਦੀ એનર્ਜੀ ਦੇ ਨਾਲ ਫੰਕਸ਼ਨ ਕਰਨਾ ਹੈ। ਸੋ ਇਹ ਗੱਲ ਬਹੁਤ ਲੰਬੀ ਹੈ ਪਰ ਮੈਂ ਇੱਥੇ ਰੋਕਣੀ ਪੈਣੀ ਹੈ, ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਗੱਲ ਚੱਲਦੀ ਰਹੇਗੀ। ਖੁਰਮ ਸਾਹਿਬ ਵੀ ਆਉਣਗੇ, ਮੈਂ ਵੀ ਇਹਨਾਂ ਤੋਂ ਪੁੱਛਾਂਗੀ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਜਿੰਨੀ ਮੇਰੀ ਤਾਕਤ ਹੈ। ਸੋ ਮੈਨੂੰ ਇਜਾਜ਼ਤ ਦਿਓ, ਅਗਲੇ ਕਾਇਨਾਤ ਦੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਸ਼ੁਕਰੀਆ, ਖੁਦਾ ਹਾਫਿਜ਼।